जो आते हैं। पिछले समय तो साढ़े ये ग्रुप की चल रही है जो भी किसी टैक्नोक्रेट का कोई करीबी रिश्तेदार शरीर विछोड़ा दे जाता है तो वो आत्मा की शांति लिए जरा असी है मौन धारते हैं। पिछले समय साढ़े टैक्नोक्रेट मिट्ठू सिंह जी के फादर गुरचरण सिंह जी तो साढ़े टैक्नोक्रेट जसकरण सिंह जी के फादर गमदूर सिंह तो साढ़े सीनियर साथी मलकीत भुल्लर जी के साली तो साडू अमरजीत कौर तो कौर सिंह जो कि सतीव छोड़े दे गए है तो उन्होंने आत्मा की शांति लिए असी मौन धारांगे तो असी मैं हुण मैं सारे साथियों को बेनती करदा कि आप खड़े होकर 2 मिनट का मौन धारांगे। Thank you very much. बहुत धन्यवाद सर। अज के इस फैमिली गेट टूगैदर प्रोग्राम में शामिल होए समूह टैक्नोक्रेट्स उन्होंने फैमिली मैंबर जो अपने कीमती समय चो समा कढ़ के इस प्रोग्राम में शामिल होए असी सारे जी आए कहने हैं। तो NFL तो मैडम सुरिंदरपाल कौर और सुरिंदर कौर जो कि NFL तो साढ़े विशेष सदे ते आए है वो अज के प्रोग्राम दे विच रंगा रंग प्रोग्राम पेश करनगे। तो इस दे नाल ही असी जी हाँ आखदे हैं डॉक्टर राजकुमार बंसल जो कि चिंता रोगों के माहर हैं तो वो अज सानू ये विचार साझे ये करनगे कि चिंता रोग दियां किहड़ियां किस्मां हैं, ये रोग किवें लगदे हैं तो इन्हां दा की हल है। जिस तरह अज आप इकट्ठे होए हैं साडा मुख मंतव इस ग्रुप का यह है भी हरेक व्यक्ति अजकल इन्ना बिजी है वो किसी ना किसी तरीके उन्होंने कोई ना कोई चिंता रोग का शिकार हो जाता है। तो जे आप हसदे खेडते रहांगे तो ये जरा आप इस रोग तो मुक्त हो सकते हैं। तो हुण असी अगला प्रोग्राम शुरू करने लई मैं डॉक्टर जिंदल जी नूं बेनती करदा हां कि वो अगला प्रोग्राम शुरू कर। अज असी ताल के सदे उत्ते इत्थे गैट टूगैदर प्रोग्राम के इकट्ठे होए हैं। इस करके यह जरूरी बन जाता 2-4 मिनट के लिए इस संस्था की फंक्शनिंग किवें हुंदी है ये बारे थोड़ा जा समझना या जानकारी हासिल करना। 2 मई सन 2015 के विच
ਅਤਾਬ ਦੀ ਥਾਂ ਪਹਿਲਾਂ ਬਾਟਾ ਬਣੀ ਸੀ ਤੇ 21 ਦਸੰਬਰ 2015 ਨੂੰ ਜਦੋਂ ਇਹਦੀ ਰਜਿਸਟ੍ਰੇਸ਼ਨ ਹੋਈ ਤਾਂ ਬਾਟਾ ਦੇ ਨਾਂ ਦੀ ਬਜਾਏ ਇਹਦਾ ਨਾਮ ਜਿਹੜਾ ਹੈਗਾ ਅਤਾਬ ਉਹ ਰਜਿਸਟ੍ਰੇਸ਼ਨ ਦੇ ਲਈ ਮਨਜ਼ੂਰ ਹੋਇਆ ਸੀਗਾ। ਉਹ ਅਤਾਬ ਦੇ ਕੰਨੀ ਹੋਈ ਸੀ। ਅੱਜ ਦਾ ਜਿਹੜਾ ਫੰਕਸ਼ਨ ਜਿਹੜਾ ਆਰਗੇਨਾਈਜ਼ ਕੀਤਾ ਉਸ ਸਮੇਂ ਇਹ ਸੋਚਿਆ ਗਿਆ ਸੀਗਾ ਕਿ ਜਿਨ੍ਹਾਂ ਨੇ BSc ਐਗਰੀਕਲਚਰ ਕੀਤੀ ਆ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਨਾਲ ਸੰਬੰਧ ਰੱਖਦੇ ਆ ਕਿ ਜਿਹੜੀ ਮੀਟਿੰਗ ਆ ਇਹ ਦਿਨ ਨੂੰ ਕੀਤੀ ਜਾਵੇ ਜਾਂ ਰਾਤ ਨੂੰ ਕੀਤੀ ਜਾਵੇ। ਦੂਜਾ ਇਹ ਆਇਆ ਕਿ ਇਹ ਮੀਟਿੰਗ ਦੇ ਵਿੱਚ ਇਹਨੂੰ ਐਜੂਕੇਸ਼ਨਲ ਬਣਾਇਆ ਜਾਵੇ ਜਾਂ ਲੋਕ ਭਲਾਈ ਦੇ ਕੰਮ ਕੀਤੇ ਜਾਣ ਜਾਂ ਇੰਜੋਇਮੈਂਟ ਦਾ ਦੌਰ ਚਲਾਇਆ ਜਾਵੇ। ਤੀਜਾ ਇਹ ਵੀ ਸੀਗਾ ਕਿ ਜਿਹੜਾ ਆਪਾਂ ਖਾਣਾ ਲੈਣਾ ਇਹ ਵੈਜ ਹੋਵੇ ਜਾਂ ਨੌਨ ਵੈਜ। ਇਹ ਕਾਫੀ ਚਿਰ ਗੱਲਾਂ ਬਾਤਾਂ ਵਿਚਾਰ ਚਰਚਾ ਸਾਰੇ ਦੀ ਸਾਂਝੀ ਹੁੰਦੀ ਰਹੀ ਤੇ ਉਹਦੇ ਚ ਫਿਰ ਅਖੀਰ ਦੇ ਚ ਜਿਹੜਾ ਅਸੀਂ ਹੱਲ ਕੱਢਿਆ ਉਹ ਇਹ ਨਿਕਲਿਆ ਸਰਬਸੰਮਤੀ ਦੇ ਨਾਲ ਕਿ ਮੀਟਿੰਗ ਜਿਹੜੀ ਆ ਉਹ ਦਿਨੇ ਸੂਟ ਨਹੀਂ ਕਰਦੀ। ਭਾਵੇਂ ਸਾਡੇ ਚ ਬਹੁਤ ਸਾਰੇ ਮੈਂਬਰ ਕੁਝ ਹੈਗੇ ਆ ਜਿਹੜੇ ਵੱਖ-ਵੱਖ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਆਉਂਦੇ ਆ, ਚਾਹੇ ਗਿੱਦੜਵੇ ਤੋਂ ਚਾਹੇ ਰਾਮਪੁਰੇ ਤੋਂ ਜਾਂ ਹੋਰ ਆਸੇ ਪਾਸਿਓਂ, ਉਹਨਾਂ ਵਾਸਤੇ ਰਾਤ ਨੂੰ ਮੀਟਿੰਗ ਅਟੈਂਡ ਕਰਨੀ ਔਖੀ ਹੈ। ਪਰ ਜਿਹੜੇ ਲੋਕਲ ਸੀਗੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਰੁਝੇਵੇਂ ਆ ਜਾਂ ਦਫ਼ਤਰਾਂ ਦੇ ਰੁਝੇਵੇਂ ਆ ਉਹਨਾਂ ਨੂੰ ਦਿਨ ਦਾ ਟਾਈਮ ਕੱਢਣਾ ਔਖਾ ਸੀ। ਇਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਜਿਹੜੀ ਮੀਟਿੰਗ ਆ ਇਹ ਰਾਤ ਦੀ ਹੀ ਹੋਣੀ ਚਾਹੀਦੀ ਹੈ। ਉਹ ਵੱਖਰੀ ਗੱਲ ਆ 2-4-5 ਮਹੀਨਿਆਂ ਬਾਅਦ ਇੱਕ ਫੈਮਿਲੀ ਗੈਟ ਟੂਗੇਦਰ ਮੀਟਿੰਗ ਕਰਾਇਆ ਕਰਾਂਗੇ ਜਿਹੜੀ ਕਿ ਦਿਨੇ ਹੋਇਆ ਕਰਨੀ। ਦੂਜਾ ਫੈਸਲਾ ਇਹ ਕੀਤਾ ਗਿਆ ਕਿ ਮੀਟਿੰਗ ਦੇ ਦੌਰਾਨ ਹਰ ਮੀਟਿੰਗ ਦੇ ਦੌਰਾਨ ਐਜੂਕੇਸ਼ਨਲ ਪੱਖ ਵੀ ਹੋਣਾ ਚਾਹੀਦਾ ਜਿਹਦੇ ਚ ਵੱਖ-ਵੱਖ ਮਾਹਰਾਂ ਨੂੰ ਸੱਦ ਕੇ ਗਿਆਨ 'ਚ ਵਾਧਾ ਕੀਤਾ ਜਾਵੇ। ਜਿਵੇਂ ਕਿ ਅਸੀਂ ਡਾਕਟਰ ਰਾਜਕੁਮਾਰ ਜੀ ਨੂੰ ਸਪੈਸ਼ਲ ਸੱਦਾ ਦਿੱਤਾ ਮੈਂਟਲ ਹੈਲਥ ਬਾਰੇ। ਇਸ ਦੇ ਨਾਲ ਇਕੱਲਾ ਇੰਨਾ ਹੀ ਨਹੀਂ, ਸਾਰੇ ਡਿਪਾਰਟਮੈਂਟਾਂ 'ਚ ਆਪਦੀਆਂ ਪ੍ਰੋਬਲਮਸ ਹੁੰਦੀਆਂ ਉਹਦੇ ਉੱਤੇ ਵੀ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਚੰਗੀ ਤਰ੍ਹਾਂ ਵਿਚਾਰ ਚਰਚਾ ਕਰਦੇ ਹਾਂ ਕਿ ਜਿਹੜੇ ਡਿਪਾਰਟਮੈਂਟ ਸਮੱਸਿਆਵਾਂ ਆ ਰਹੀਆਂ ਉਹਨਾਂ ਦਾ ਸਹੀ ਹੱਲ ਕੀ ਕੀਤਾ ਜਾਵੇ। ਕੁਦਰਤੀ ਤੌਰ ਤੇ ਸਾਡੇ ਚ ਡਾਕਟਰ ਮਦਨ ਲਾਲ ਜੀ ਜੁਆਇੰਟ ਡਾਇਰੈਕਟਰ ਜਿਹੜੇ ਰਿਟਾਇਰ ਹੋਏ ਨੇ ਫੀਡ ਐਂਡ ਫੋਟੋ ਡਿਪਾਰਟਮੈਂਟ ਦੇ ਵਿੱਚੋਂ ਇਸ ਖਿੱਤੇ ਵਿੱਚ ਬੇਹੱਦ ਮਾਹਰ ਵਿਅਕਤੀ ਨੇ ਜਿਹੜੇ ਕਿ ਸਾਰੇ ਡਿਪਾਰਟਮੈਂਟਾਂ ਨੂੰ ਇਹਨਾਂ ਜਿਹੜੀਆਂ ਡਿਪਾਰਟਮੈਂਟ ਪ੍ਰੋਬਲਮ ਹੈਗੀਆਂ ਸਰਵਿਸ ਪ੍ਰੋਬਲਮ ਹੈਗੀਆਂ ਉਹਨਾਂ ਦਾ ਹੱਲ ਕਿਵੇਂ ਵਧੀਆ ਕੀਤਾ ਜਾ ਸਕਦਾ ਕਿ ਉਹਦੇ ਬਾਰੇ ਇਹ ਗਾਈਡ ਕਰਦੇ ਰਹਿੰਦੇ ਨੇ। ਤੀਜਾ ਨਾਲ ਇਹ ਸੀਗਾ ਕਿ ਕੁਛ ਨਾ ਕੁਛ ਇੰਜੋਇਮੈਂਟ ਦਾ ਵੀ ਹੋਣਾ ਚਾਹੀਦਾ ਤੇ ਤੀਜਾ ਸੀਗਾ ਕਿ ਜਿਹੜਾ ਲੰਚ ਜਾਂ ਡਿਨਰ ਆ ਇਹ ਨਾ ਇਕੱਲਾ ਵੈਜ ਹੋਣਾ ਚਾਹੀਦਾ ਨਾ ਨੌਨ ਵੈਜ ਹੋਣਾ ਚਾਹੀਦਾ, ਦੋਨੇ ਤਰ੍ਹਾਂ ਦੀ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਦੀ ਇਹ ਆਜ਼ਾਦੀ ਆ, ਕੋਈ ਵੈਜ ਖਾਵੇ ਚਾਹੇ ਨੌਨ ਵੈਜ ਖਾਵੇ। ਇਸ ਤਰ੍ਹਾਂ ਦੀਆਂ ਅਸੀਂ ਇਹ ਪ੍ਰੋਬਲਮ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ 70-72 ਤੋਂ ਮੈਂਬਰਾਂ ਤੋਂ ਘੱਟ ਕੇ ਸਾਡੇ ਕੋਲ ਜਿਹੜੇ ਜਮਾਂ ਇੱਟਰ ਕੇ ਪੱਕੇ ਆ ਉਹ 20-21 ਮੈਂਬਰ ਹੈਗੇ ਆ ਜਿਨ੍ਹਾਂ ਨੂੰ ਕੁਛ ਮਰਜ਼ੀ ਹੋਈ ਜਾਵੇ ਇਹ 20-21 ਇਹਨਾਂ ਨੇ ਤਾਂ ਨਿਭਣਾ ਹੀ ਆ। ਇਹਨਾਂ ਸਾਨੂੰ ਇਹਨਾਂ ਤੇ ਆਸ ਜਿਹੜੀ ਉਹ ਵੱਜਦੀ ਹੈ ਤੇ ਇਹਦੇ ਨਾਲ ਅਸੀਂ ਇੱਕ ਆਉਣ ਵਾਲੇ ਸਮੇਂ 'ਚ ਜਿਹੜੀ ਪਲੈਨਿੰਗ ਬਣਾ ਰਹੇ ਹਾਂ ਇੱਕ ਦੂਸਰੇ ਦੁੱਖ ਸੁੱਖ ਸੁਣਨ ਦੀ ਗੱਲ ਜਿਹੜੀ ਹੈਗੀ ਆ। ਹੁਣ ਅੱਜ ਕੱਲ੍ਹ ਉਹ ਸਾਡੇ ਪ੍ਰਧਾਨ ਜੀ ਨੇ ਡਾਕਟਰ ਜਗਤਾਰ ਸਿੰਘ ਬਰਾੜ ਜੀ ਬੈਠੇ ਨੇ, ਇਹਨਾਂ ਦੀ ਬੇਟੀ ਜਿਹੜੀ ਹੈ MD ਦੇ ਉੱਤੇ ਕੀ DM ਆ ਉਹ ਕਰ ਰਹੀ ਹੈ ਗਾਇਨੀ ਦੀ। ਹੁਣ ਇਹਦੀਆਂ ਪ੍ਰੋਬਲਮਾਂ ਆਮ ਕਰਕੇ ਕਿਸੇ ਨਾ ਕਿਸੇ ਨੂੰ ਆ ਜਾਂਦੀ ਹੈ ਤੇ ਜੇ ਆਪਾਂ ਨੂੰ ਇਹ ਪਤਾ ਹੋਵੇ ਡਾਕਟਰ ਜਗਤਾਰ ਸਿੰਘ ਬਰਾੜ ਦੀ ਬੇਟੀ ਇਸ ਡਿਪਾਰਟਮੈਂਟ ਦੇ ਵਿੱਚ ਤੇ ਜੇ ਆਪਾਂ ਨੂੰ ਲੋੜ ਪੈਂਦੀ ਆ ਤਾਂ ਬਾਕੀ ਡਾਕਟਰਾਂ ਕੋਲੋਂ ਕਿਉਂਕਿ ਆਮ ਕਰਕੇ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਸਿਸਟਮ ਚੱਲਦਾ ਤੁਹਾਨੂੰ ਪਤਾ ਹੀ ਆ ਕਿ ਕਈ ਵਾਰੀ ਡਾਕਟਰ ਸਹੀ ਗਾਈਡ ਨਹੀਂ ਕਰਦੇ, ਪੈਸੇ ਦੇ ਲਾਲਚ 'ਚ ਬੜਾ ਕੁਝ ਕਰ ਦਿੰਦੇ ਆ ਵੀ ਜੇ ਆਪਣੇ ਜਾਣ ਪਛਾਣ ਵਾਲਾ ਕੋਈ ਬੰਦਾ ਮਿਲ ਜੇ ਤਾਂ ਉਹ ਆਪਾਂ ਨੂੰ ਸਹੀ ਗਾਈਡ ਵੀ ਕਰ ਸਕਦਾ ਤੇ ਪੈਸੇ ਦੇ ਵੀ ਮਤਲਬ ਘੱਟ ਲੱਗਣਗੇ। ਇਸ ਕਰਕੇ ਅਸੀਂ ਜਾਂ ਕੋਈ ਹੋਰ ਕਿਸੇ ਡਿਪਾਰਟਮੈਂਟ 'ਚ ਕੰਮ ਕਰਦਾ ਚਾਹੇ ਬੈਂਕ 'ਚ ਕਰਦਾ, ਤੁਹਾਨੂੰ ਲੋੜ ਪੈ ਗਈ ਬੈਂਕ 'ਚ ਕਿਸੇ ਚੀਜ਼ ਨੂੰ ਪੁੱਛਣ ਬਾਰੇ
ਤੇ ਜੇ ਤੁਹਾਨੂੰ ਪਤਾ ਲੱਗਿਆ ਵੀ ਡਾਕਟਰ ਮਧੂਰ ਸਿੰਘ ਦਾ ਲੜਕਾ ਜਿਹੜਾ ਉਹ ਫਲਾਣੀ ਬੈਂਕ ਦੇ ਵਿੱਚ ਕੰਮ ਕਰਦਾ, ਤੇ ਜੇ ਤੁਹਾਨੂੰ ਲੋੜ ਆ ਤਾਂ ਉਹਦੇ ਨਾਲ ਜੋ ਤੁਸੀਂ ਰਾਬਤਾ ਕਰੋਗੇ ਤਾਂ 2 ਮਿੰਟਾਂ 'ਚ ਉਹ ਤੁਹਾਡਾ ਮਸਲਾ ਹੱਲ ਹੋ ਜਾਣਾ। ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹਜੇ ਕੱਚਾ ਪਿੱਲਾ ਇਹ ਸੋਚ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇੱਕ ਡਾਇਰੀ ਬਣਾਈ ਜਾਵੇ, ਡਾਇਰੀ ਜਿਹਦੇ 'ਚ ਜਿਹੜੇ ਇਹਦੇ ਮੈਂਬਰ ਆ ਉਹਨਾਂ ਦਾ ਤਾਂ ਹੈ ਹੀ ਹੈ, ਉਹਨਾਂ ਸਾਰੇ ਪਰਿਵਾਰਕ ਮੈਂਬਰਾਂ ਦਾ ਬਾਇਓਡਾਟਾ ਦਿੱਤਾ ਜਾਵੇ ਵੀ ਉਹਦਾ ਬੇਟੇ ਦਾ ਕੀ ਨਾਂ, ਕੀ ਕੰਮ ਕਰਦਾ, ਕਿੱਥੇ ਰਹਿੰਦਾ, ਕੀ ਉਹਦਾ ਫੋਨ ਨੰਬਰ ਹੈ, ਕਿਹੜੇ ਡਿਪਾਰਟਮੈਂਟ 'ਚ ਕੰਮ ਕਰਦਾ। ਇਸ ਤਰ੍ਹਾਂ ਇੱਕ ਜਿਹੜੇ ਮੈਂਬਰ ਨਹੀਂ ਵੀ ਬਣਨਾ ਚਾਹੁੰਦੇ ਪਰ ਉਹ ਐ ਸੋਚਦੇ ਆ ਵੀ ਯਾਰ ਇਹ ਉਪਰਾਲਾ ਵਧੀਆ, ਉਹਨਾਂ ਤੋਂ ਵੀ ਅਸੀਂ ਕੰਸੈਂਟ ਫਾਰਮ ਲਵਾਂਗੇ ਉਹਨਾਂ ਤੋਂ ਵੀ ਜੇ ਉਹ ਇਹਦੇ ਡਾਇਰੀ ਦੇ ਵਿੱਚ ਆਪਦਾ ਨਾਂ ਦੇਣਾ ਚਾਹੁੰਦੇ ਆ, ਆਪਦੇ ਪਰਿਵਾਰ ਦਾ ਸਾਰਾ ਬਾਇਓਡਾਟਾ ਦੇਣਾ ਚਾਹੁੰਦੇ ਆ, ਉਹ ਵੀ ਬਾਇਓਡਾਟਾ ਦਿੱਤਾ ਮਤਲਬ ਉਹਨਾਂ ਤੋਂ ਲੈ ਕੇ ਕਿਤਾਬ ਵਿੱਚ ਦੇ ਦਿੱਤਾ ਜਾਵੇ ਤਾਂ ਜੋ ਅੜੇ ਥੋੜੇ ਜਦੋਂ ਵੀ ਕਿਸੇ ਨੂੰ ਵੀ ਲੋੜ ਪਵੇ ਤਾਂ ਉਹ ਕੰਮ ਜਿਹੜਾ ਉਹ ਆ ਸਕੇ। ਇਸ ਤਰ੍ਹਾਂ ਦੀ ਸਾਡੀ ਗਾਂ ਦੀ ਪਲੈਨਿੰਗ ਆ। ਇਸ ਦੇ ਨਾਲ ਹੀ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਰੇ ਮੈਂਬਰ ਸਾਹਿਬਾਨ ਦਾ, ਸਾਰੇ ਪਰਿਵਾਰਕ ਮੈਂਬਰਾਂ ਦਾ ਤੇ ਬੱਚਿਆਂ ਦਾ ਬਹੁਤ ਬਹੁਤ ਜੀ ਆਇਆਂ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਜਿਹੜਾ ਸਾਡਾ 7 ਸਾਲ ਦਾ ਇਤਿਹਾਸ ਉਹ ਵੀ ਦੱਸਤਾ, ਅੱਗੇ ਦੀ ਪਲੈਨਿੰਗ ਵੀ ਦੱਸਤੀ। ਜਿਹੜੀ ਨਾਲ ਸਾਹਿਬ ਨੇ ਮੈਂਟਲ ਹੈਲਥ ਦੀ ਗੱਲ ਕੀਤੀ ਆ ਉਹਦਾ ਹੱਲ ਅੱਜ ਡਾਕਟਰ ਸਾਹਿਬ ਕਰਕੇ ਜਾਣਗੇ, ਸਾਡੇ ਕੋਲ ਬੈਠੇ ਆ। ਬਾਕੀ ਇੱਕ ਸਿੰਗਲਾ ਜੀ ਨੇ ਇੱਕ ਹੋਰ ਗੱਲ ਜਿਹੜੀ ਕੀਤੀ ਆ, ਮੈਨੂੰ ਉਹ ਅੱਗੇ ਵੀ ਅਸੀਂ ਕਰਦੇ ਹੁੰਦੇ ਵੀ 17 75 ਤੋਂ 24 25 ਰਹਿ ਗਏ, ਕਹਿੰਦਾ ਉਹ ਇੱਟ ਅੜ ਕੇ ਪੱਕੇ ਆ। ਉਹ ਮੈਨੂੰ ਲੱਗਦਾ ਵੀ ਉਹ ਘਰੋਂ ਸਾਰੇ ਦੂਸਰੀ ਬੰਦੇ ਆ ਜਿਹੜੇ 24 25 ਇੱਥੇ ਆਪਣੇ ਕੋਲੇ ਆਉਂਦੇ ਰਹਿੰਦੇ ਆ, ਉਹ ਨਹੀਂ ਛੱਡ ਸਕਦੇ ਆਪਾਂ ਨੂੰ। ਕਿਉਂਕਿ ਬਾਕੀ ਜਿਹੜੇ ਸਾਡੇ ਦੋਸਤ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਵੀ ਤੁਹਾਡੇ ਥੋੜੇ ਜਿਹੇ ਪੱਕੇ ਹੋ ਜਾਓ, ਜਾਂ ਇੱਧਰ ਬੀਬੀਆਂ ਬੈਠੀਆਂ ਵੀ ਇਹਨਾਂ ਨੂੰ ਕਹਿੰਦਾ ਵੀ ਥੋੜਾ ਜਿਹਾ ਉਹਨਾਂ ਨੂੰ ਚਾਲ ਚੂੜੀ ਚਾੜੀ ਕਦੋਂ ਵੀ ਸਾਡੇ ਕੋਲੇ ਆਉਣ ਲੱਗ ਜਾਣ। ਹਾਂਜੀ ਬਾਕੀ ਆ ਡਾਕਟਰ ਗੰਦੂਰ ਸਿੰਘ ਵੀ ਬੜੇ ਸਹਾਰੇ ਹੁੰਦੇ ਆ, ਇਹ ਵੀ ਕਹਿੰਦੇ ਵੀ ਘਰੇ ਜੇ ਸਾਰਾ ਕੁਝ ਘਰੇ ਮਿਲਣ ਲੱਗ ਜੇ ਫਿਰ ਬੰਦਾ ਇੱਥੇ ਨਹੀਂ ਆਉਂਦਾ। ਉਹ ਮੈਂ ਮੈਡਮ ਨੂੰ ਕਹੂੰਗਾ ਵੀ ਟਾਈਮ ਕੱਢ ਕੇ ਸਾਨੂੰ ਵੀ ਉਹ ਕੋਈ ਇਹਨਾਂ ਦੀ ਚਾਬੀ ਦੱਸ ਦਿਓ ਜੀ, ਇਹ ਸਾਡੇ ਚੋਂ ਹਿੱਸਾ ਪਾਉਣੋਂ ਹਟਦੇ ਜਾਂਦੇ, ਕਿਤੇ ਜਮੀ ਨਾ ਹਟ ਜਾਣ। ਵਾਲਾ ਇਹਨਾਂ ਨੂੰ ਘਰੇ ਸਲਾਦ ਸਲੂਦ ਕੱਟ ਕੇ ਨਾ ਦਿਆ ਕਰੋ। ਜਿਹੜੇ ਮੈਂਬਰ ਨਹੀਂ ਪੜ ਰਹੇ ਯਾਰ ਕਿਉਂ ਨਹੀਂ ਆਪਾਂ ਪਿਆਰ ਨਾਲ ਹੀ ਹੋਣਾ, ਜਿਹੜੇ ਵੀ ਜਾਣਦੇ ਇੱਕ ਦੂਜੇ ਨੂੰ ਵੀ ਕਿਉਂ ਨਹੀਂ ਪੜ ਰਹੇ, ਜਦੋਂ ਦੱਸਣਗੇ ਵੀ ਯਾਰ ਆਹ ਕਾਰਜਾਂ ਦੇ ਵਿੱਚੋਂ ਗੱਲ ਨਿਕਲਣਗੇ। ਸਾਡੇ ਜਿਵੇਂ ਸਿੰਗਲਾ ਜੀ ਕਹਿੰਦੇ ਵੀ ਸਾਡੇ ਕੋਲੇ ਵੱਖਰੇ ਵੱਖਰੇ ਤਰ੍ਹਾਂ ਦੇ ਕਲਾਕਾਰ, ਹਰੇਕ ਮੈਂਬਰ ਦੇ ਵਿੱਚ ਇੱਕ ਕਲਾਕਾਰ ਛੁਪਿਆ ਹੋਇਆ। ਕਲਾਕਾਰ ਸਾਡੇ ਕੋਲੇ ਬਹੁਤ ਹੈ। ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜਾ ਵੀ ਕਿਸੇ ਨੇ ਕੋਈ ਕਲਾਕਾਰੀ ਵਿਖਾਉਣੀ ਹੈ, ਕੋਈ ਮਾੜਾ ਮੋਟਾ ਟਾਈਮ, ਉਹ ਜ਼ਰੂਰ ਆਪਣਾ ਨਾਂ ਨੋਟ ਕਰਾ ਦੇਣ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਡਾਕਟਰ ਲਛਮਣ ਸਿੰਘ ਜੀ ਸਿੱਧੂ, ਤੁਸੀਂ ਇਹਨਾਂ ਦਾ ਸਾਡੇ ਗਰੁੱਪ ਦੇ ਵਿੱਚ ਵੀ ਵੇਖਦੇ ਰਹਿੰਦੇ ਹੋਗੇ, ਬੜੀਆਂ ਕਵਿਤਾਵਾਂ ਵੀ ਲਿਖਦੇ ਆ, ਬੜੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੇ ਅੰਦਾਜ਼ ਦੇ ਵਿੱਚ ਬੜੀਆਂ ਸੋਹਣੀਆਂ। ਮੈਂ ਬੇਨਤੀ ਕਰੂੰਗਾ ਵੀ ਇਹ ਚੱਲ ਪਿਆ ਜੀ। ਡਾਕਟਰ ਲਛਮਣ ਸਿੰਘ ਜੀ ਸਿੱਧੂ ਆਜੋ ਸਰ। स्टेज पे विराजमान डॉक्टर साहब ते मेरे साथी टैक्नोक्रेट्स, खੇਤੀਬਾੜੀ टैक्नोक्रेट्स ते परिवारक मैंबर, वाहिगुरू जी का खालसा वाहिगुरू जी की फतेह। जो अज का प्रोग्राम बारे मैं 2-4 गल्लां लिखियां भी किन्नी कोशिश की सी साडे कमेटी मैंबरां ने, जिहड़े एग्जैक्टिव दे हैगे भी आपां इहनूं कामयाब करना है। चलो जिन्ना भी हो सके उन्ना क आपां कोशिश की है। इहदे विच मैं लिखिया सीगा भी किवें किवें कोशिश की इन्हां ने, डॉक्टर साहब ने। कई बारी कोई वध घट लिखा जाता है, जां प्लीज़ माइंड ना करो। 2015 च बैठे बैठे कई विचार सुझ गए, क्योंकि टाप जी है वो 2015 च बनी सी। 2015 च बैठे बैठे कई विचार सुझ गए, खेती टैक्नोक्रेट्स संस्था बनाने रुझ गई।
ਕਾਫੀ ਹਿੱਸਾ ਖਰਚ ਕਰਕੇ ਦਿਮਾਗ ਦਾ, ਇਹਨਾਂ ਨੇ ਸੋਚਿਆ ਹੈ, ਕਾਫੀ ਹਿੱਸਾ ਖਰਚ ਕਰਕੇ ਦਿਮਾਗ ਦਾ ਸੋਚ ਸੋਚ ਮੁੱਢ ਬੰਨ੍ਹਤਾ ਇਟਵਾਬ ਦਾ। ਪ੍ਰਧਾਨ ਸੈਕਟਰੀ ਖਜ਼ਾਨਚੀ ਨੇ ਦਿਮਾਗ ਲਾ ਲਿਆ, ਬਾਗੀਆਂ ਸਣੇ, ਬਾਗੀਆਂ ਮਤਲਬ ਜੇ ਰੁੱਸੇ ਹੋਏ ਆ ਨਹੀਂ ਆ ਰਹੇ, ਬਾਗੀਆਂ ਸਣੇ ਮੈਂਬਰਾਂ ਨੂੰ ਇੱਥੇ ਬੁਲਾ ਲਿਆ। ਸੋਹਣੀਆਂ ਸ਼ਕਲਾਂ ਵਿਖਾਤੀਆਂ ਵੀਰਾਂ ਨੇ, ਸੋਹਣੀਆਂ ਸੋਹਣੀਆਂ ਸ਼ਕਲਾਂ ਦਿਖਾਤੀਆਂ ਵੀਰਾਂ ਦੀ, ਸੂਹ ਸਿਆਣ ਕਰਵਾਤੀ ਟੱਬਰ ਟੀਰਾਂ ਦੀ। ਜਿਹੜੇ ਸਾਡੇ ਪਰਿਵਾਰਕ ਮੈਂਬਰ ਆਏ ਆ, ਸੂਹ ਸਿਆਣ ਕਰਾਤੀ ਟੱਬਰ ਟੀਰਾਂ ਦੀ, ਲਾਤੀ ਡਿਊਟੀ ਪ੍ਰਧਾਨ ਦੀ ਜਿਹਨੂੰ ਤੁਸੀਂ ਬੁਲਾਓਗੇ। ਸਭ ਤੋਂ ਪਹਿਲਾਂ ਪ੍ਰਧਾਨ ਜੀ ਨੂੰ ਕਹਿਤਾ, ਲਾਤੀ ਡਿਊਟੀ ਪ੍ਰਧਾਨ ਦੀ ਜਿਹਨੂੰ ਤੁਸੀਂ ਬੁਲਾਓਗੇ, ਧਰਮਪਾਲ ਗੁਰਮੇਲ ਗੁਰਜੰਟ ਨੂੰ ਲਿਆਓਗੇ। ਸ਼ਾਮ ਢਿੱਲੋਂ ਟਹਿਲ ਸਿੰਘ ਪਰਮੇਸ਼ਰ ਨੂੰ ਨਾ ਕਿਹੋ ਪੋਲਾ ਜੀ, ਸ਼ਾਮ ਢਿੱਲੋਂ ਟਹਿਲ ਸਿੰਘ ਪਰਮੇਸ਼ਰ ਨੂੰ ਨਾ ਕਿਹੋ ਪੋਲਾ ਜੀ। ਡਾਇਰੈਕਟਰ ਕਰਮਜੀਤ ਤੇ ਗੁਰਚਰਨ ਦੌਲਾ ਜੀ। ਲੱਗਦਾ ਤਨੋ ਮਨੋ ਡਿਊਟੀ ਭੁਗਤਾਤੀ ਪ੍ਰਧਾਨ ਨੇ, ਆ ਗਏ ਪਹਿਲੇ ਬੋਲ ਉੱਤੇ ਜੋ ਮਹਿਕਮਿਆਂ ਦੀ ਸ਼ਾਨ ਨੇ। ਫਿਰ ਸਕੱਤਰ ਕੇ ਜਿੰਦਲ ਨੂੰ ਕਿਹਾ ਉੱਠ ਕੇ, ਫਿਰ ਸਕੱਤਰ ਕੇ ਜਿੰਦਲ ਨੂੰ ਕਿਹਾ ਉਠਾ ਕੇ, ਤੁਸੀਂ ਇਹਨਾਂ ਨੂੰ ਬੁਲਾਉਣਾ, ਕਿਹਾ ਲਿਸਟ ਫੜਾ ਕੇ। ਗੁਰਤੇਜ ਗੁਰਸ਼ਰਨ ਡੂੰਗਰ ਬਰਾੜ ਨੂੰ ਕਾਲ ਕਰਨੀ, ਕਿੱਥੇ ਬੈਠਾ ਛੱਜੂ ਰਾਮ ਗੁਰਿੰਦਰ ਅਰੋੜਾ ਦੀ ਭਾਲ ਕਰਨੀ। ਬਹਾਦਰ ਸਿੰਘ ਸੁਰੇਸ਼ ਗੋਇਲ ਨੂੰ ਬੁਲਾਉਣਾ ਜੀ, ਬਹਾਦਰ ਸਿੰਘ ਸੁਰੇਸ਼ ਗੋਇਲ ਨੂੰ ਬੁਲਾਉਣਾ ਜੀ। ਭੁੱਲਣਾ ਨਹੀਂ ਵਿਜੇ ਸਿੰਗਲਾ ਦਰਸ਼ਨ ਵਜੋਂ ਆਉਣਾ ਜੀ। ਕਿਹਾ ਕੈਸ਼ੀਅਰ ਮਦਨ ਜੀ ਨੂੰ ਤੁਸੀਂ ਵੀ ਹਿੱਲੋ ਜੀ ਕੁਛ, ਕਿਹਾ ਕੈਸ਼ੀਅਰ ਮਦਨ ਜੀ ਨੂੰ ਤੁਸੀਂ ਵੀ ਹਿੱਲੋ ਜੀ। ਮਾਰ ਫੋਨ ਸੱਦੋ ਰਕੇਸ਼ ਸਿੰਗਲਾ ਗੁਰਕੇਵਲ ਢਿੱਲੋਂ ਜੀ। ਫਿਰ ਡਿਊਟੀ ਲਾਤੀ ਡਾਕਟਰ ਕੁਲਾਰ ਜਸਕਰਨ ਦੀ, ਤੁਹਾਡੇ ਆਏ ਤੋਂ ਨਾ ਸੱਦੇ ਤਾਂ ਸਾਡਾ ਹੋ ਜੂ ਮਰਨ ਜੀ। ਕਰੋ ਵਾਰ-ਵਾਰ ਫੋਨ ਜਾਂ KVK ਜਾਓ ਜੀ, ਕਰੋ ਵਾਰ-ਵਾਰ ਫੋਨ ਜਾਂ KVK ਜਾਓ ਜੀ। ਡਾਕਟਰ ਅਜੀਤਪਾਲ ਤੇ ਰਜਿੰਦਰ ਨੂੰ ਬੁਲਾਓ ਜੀ। ਮਾਸਟਰ ਰਵਿੰਦਰ ਅੰਮ੍ਰਿਤਪਾਲ ਨੂੰ ਲਿਆਉਣਾ ਨਾਲ ਜੀ, ਕਿਤੇ ਰਹਿ ਨਾ ਜਾਵੇ ਇਨਕਲਾਬੀ ਵੀਰਾ ਪ੍ਰਿਤਪਾਲ ਜੀ। ਹਰਜਸ ਸ਼ਰਮਾ ਨੂੰ ਕਿਹਾ ਗੁਰਜਿੰਦਰ ਦਵਿੰਦਰ ਨੂੰ ਸੱਦੋਗੇ, ਹਰਜਸ ਸ਼ਰਮਾ ਨੂੰ ਕਿਹਾ ਗੁਰਜਿੰਦਰ ਦਵਿੰਦਰ ਨੂੰ ਸੱਦੋਗੇ। ਬਲਜੀਤ ਮੁਖਤਿਆਰ ਬਰਾੜ ਸਰਬਜੀਤ ਨੂੰ ਘਰੋਂ ਲੱਭੋਗੇ। ਜਗਦੀਪ ਜਗਦੀਸ਼ ਸੁਖਵਿੰਦਰ ਜੀਦਾ ਨੂੰ ਵੀ ਆਵਾਜ਼ ਮਾਰਦੀ, ਵੇਖੀ ਹੋ ਜੇ ਨਾ ਅਣਗਹਿਲੀ ਵੱਲੋਂ ਅੰਗਰੇਜ਼ ਸਰਕਾਰ ਦੀ। ਦੇ ਕੇ ਲਿਸਟ 10 ਦੀ ਕਰ ਦਿੱਤਾ ਮਜਬੂਰ ਸੀ, ਡਾਕਟਰ ਨਰਿੰਦਰ ਮਾਸਟਰ ਚੰਨਨ ਗੁਰੀਲੇ ਨੂੰ ਸੱਦੂ ਗੰਦੂਰ ਜੀ। ਹੁਣ ਰੂੜ ਸਿੰਘ ਮਿੱਠੂ ਸਿੰਘ ਅਤੇ ਨਰਿੰਦਰ ਸ਼ਰਮਾ, ਬਲਦੇਵ ਸਿੱਧੂ ਦਰਬਾਰਾ ਸਿੱਧੂ ਬਿਨਾਂ ਨਹੀਂ ਸਰਨਾ। ਇਹੀ ਆ ਕੇ ਖੂਬ ਮਹਿਫਲਾਂ ਜਮਾਉਣਗੇ, ਸੁਖਦੇਵ ਬਰਾੜ ਕੁਲਜੀਤ ਬਾਗਾਂ ਨੂੰ ਸਜਾਉਣਗੇ। ਤੂੰ ਵੀ ਆ ਜਾ ਬਾਹਰ ਬੁਟਰਾ ਕਿਉਂ ਜਾਣਾ ਅੰਦਰ ਨੂੰ, ਤੂੰ ਵੀ ਆ ਜਾ ਬਾਹਰ ਬੁਟਰਾ ਕਿਉਂ ਜਾਣਾ ਅੰਦਰ ਨੂੰ। ਸੱਦੋ ਨੰਦ ਮਹਿਤਾ ਜੱਗਰ ਸਿੱਧੂ ਅਤੇ ਬਾਠ ਮੰਦਰ ਨੂੰ। ਅਖੀਰ 'ਚ ਕੇ ਸਿੰਗਲਾ ਦੀ ਡਿਊਟੀ ਲਾ ਦਿੱਤੀ, ਅਖੀਰ 'ਚ ਕੇ ਸਿੰਗਲਾ ਦੀ ਡਿਊਟੀ ਲਾ ਦਿੱਤੀ। ਮਲਕੀਤ ਭੁੱਲਰ ਕੁਲਦੀਪ STO ਦੀ ਲਿਸਟ ਫੜਾ ਦਿੱਤੀ। ਰੀਜਨਲ ਸੈਂਟਰ 'ਚ ਅਵਤਾਰ ਸਿੰਘ ਹੋਣਗੇ, ਕਈ ਸਿਹਤ ਅਤੇ ਕੰਮ ਦਾ ਬਹਾਨਾ ਲਾਉਣਗੇ। ਮੈਨੂੰ ਸੱਦਿਆ ਨਹੀਂ ਕੋਈ ਇਹ ਕਹਿ ਦੇਵੇ ਨਾ, ਮੈਨੂੰ ਸੱਦਿਆ ਨਹੀਂ ਕੋਈ ਇਹ ਕਹਿ ਦੇਵੇ ਨਾ, ਸਿੱਧੂ ਬੀੜ ਵਾਲਾ ਬਿਨਾਂ ਸੱਦੇ ਰਹਿ ਜਾਵੇ ਨਾ। ਮਨ ਪ੍ਰਧਾਨ ਜੀ ਦੀ ਗੱਲ ਜੀਦਾ ਜੀ ਸੁਨੇਹਾ ਲਾ ਗਿਆ, ਕੱਢ ਮਨ ਦੀ ਭੜਾਸ ਲక్ష్మణ ਸਿੰਘ ਹਾਜ਼ਰੀ ਲਵਾ ਗਿਆ। ਧੰਨਵਾਦ। ਵੀਡੀਓ ਜ਼ਿਆਦਾ ਹੈ ਹਾਂ ਬਸ ਉਹ ਤੋਂ ਬਾਅਦ ਇੱਕ ਗਾਣਾ ਲਵਾ ਦਈਏ। ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਦਾ। ਉਹ 70 ਤਾਂ ਪਹਿਲਾਂ ਹੈਗੇ ਸੀ ਜੀ, 70 ਦੇ ਵਿੱਚੋਂ 45 ਦੀ ਘਰੇ ਸੇਵਾ ਵਾਲੀ ਹੋਣ ਲੱਗੀ, ਹੁਣ ਉਹ ਹਟ ਗਏ, 25 ਕੀ ਰਹਿ ਗਏ। ਮੈਂ ਹੁਣ ਬੇਨਤੀ ਕਰੂੰਗਾ, ਸਾਡੇ ਵਿੱਚ ਉੱਤਮ ਸਿੰਘ ਅਰੋੜਾ ਜੀ, ਉਹਨਾਂ ਨੇ NFL ਤੋਂ ਆਇਆ ਸਪੈਸ਼ਲ ਸਾਡੇ ਵਾਸਤੇ। ਪੁਰਾਣੇ ਸਮੇਂ ਦੇ ਵਿੱਚ ਅਸੀਂ
ਜਦੋਂ ਛੋਟੇ ਹੁੰਦੇ ਸੀਗੇ ਗੀਤ ਸੁਣਦੇ ਹੁੰਦੇ ਸੀ ਜਾਂ ਕਿਤੇ ਕੋਈ ਬਰਾਤ ਜਾਂਦੀ ਹੁੰਦੀ ਸੀ, ਉਦੋਂ ਇੱਕ ਕੋਈ ਜੈਂਟਸ ਉਹ ਗਾਣਾ ਸੁਣਾਉਂਦਾ, ਉਹ ਕਦੇ ਚੁੰਨੀ ਸਿਰ ਤੇ ਲੈ ਲੈਂਦਾ ਲੇਡੀ ਬਣ ਜਾਂਦਾ, ਕਦੇ ਬਿਨਾਂ ਚੁੰਨੀ ਤੋਂ ਜੈਂਟਸ ਬਣ ਜਾਂਦਾ। ਉਹ ਮੈਨੂੰ ਲੱਗਦਾ ਵੀ ਕੋਈ ਉਹੋ ਜਿਹੇ ਇਹਨਾਂ ਨੇ ਕੋਈ ਕੀਤੀ ਹੈ ਤਿਆਰੀ। ਮੈਂ ਬੇਨਤੀ ਕਰੂੰਗਾ ਉੱਤਮ ਸਿੰਘ ਅਰੋੜਾ ਜੀ ਇੰਟਰੋਡਕਸ਼ਨ ਦੇਣਗੇ ਤੇ ਕਲਾਕਾਰ ਤੁਹਾਡੇ ਸਾਹਮਣੇ ਜਲਦੀ ਪੇਸ਼ ਹੋਣਗੇ। ਮੈਂ ਸਭ ਤੋਂ ਪਹਿਲਾਂ ਤਾਂ ਡਾਕਟਰ ਕੇਵਲ ਸਿੰਗਲਾ ਜੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਮੌਕਾ ਦਿੱਤਾ ਤੇ ਇਸ ਐਗਰੀਕਲਚਰ ਟੈਕਨੋਕ੍ਰੈਟਸ ਵੈਲਫੇਅਰ ਐਸੋਸੀਏਸ਼ਨ ਦੇ ਵਿਹੜੇ ਦੇ ਵਿੱਚ ਆ ਕੇ ਸਾਨੂੰ ਆਪਣੀ ਪਰਫਾਰਮੈਂਸ ਕਹੂੰਗਾ ਦੇਣ ਦਾ ਮੌਕਾ ਦਿੱਤਾ। ਅਸੀਂ ਕੋਈ ਪ੍ਰੋਫੈਸ਼ਨਲ ਨਹੀਂ ਹੈ। ਮੈਨੂੰ ਬਹੁਤ ਦੁੱਖ ਹੋਇਆ ਵੀ ਤੁਸੀਂ 70 ਬੰਦੇ ਰਹੇ ਹੋ ਤੇ ਅੱਜ 20 ਹੋ। ਮੇਰੇ ਸਾਥੀ ਸਾਹਮਣੇ ਖੜੇ ਨੇ, ਇਹ ਵੀ ਸਾਡੀ ਉਸ NFL ਐਕਸ ਇੰਪਲਾਈਜ਼ ਸਾਡੀ ਐਸੋਸੀਏਸ਼ਨ ਹੈ। ਅੱਜ ਤੋਂ 4-5 ਸਾਲ ਪਹਿਲਾਂ ਅਸੀਂ ਸਿਰਫ 130 ਬੰਦੇ ਸੀ ਤੇ ਅੱਜ ਅਸੀਂ 1000 ਪਲੱਸ ਹੈ। ਵੈਸੇ ਮੈਂ ਥੋੜੀ ਜੀ ਨੁਕਤਾਚੀਨੀ ਵੀ ਕਰ ਦਿੰਦਾ ਨਾ ਵੀ ਕਿਤੇ ਨਾ ਕਿਤੇ ਜਿਹੜੇ ਬੰਦੇ ਵੀ ਆਗੂ ਹੈਗੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਤੇ ਜਿਹੜੇ ਮੈਂਬਰਸ ਹੈ ਉਹਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ। ਇਹ ਦੁੱਖ ਸੁੱਖ ਦਾ ਸਾਥ ਹੈ, ਇਹ ਕੋਈ ਆਏ ਨਹੀਂ ਹੈਗਾ ਵੀ ਅਸੀਂ ਕਿਸੇ ਤੋਂ ਕੁਝ ਲੈਣਾ ਹੈ। ਅਸੀਂ ਦੇਣ ਵਾਸਤੇ ਹੀ ਕੰਮ ਕਰਦੇ ਹਾਂ। ਜਿਹੜੀ ਵੈਸੇ ਐਸੋਸੀਏਸ਼ਨ ਹੁੰਦੀ ਹੈ ਨਾ ਨਾਰਮਲੀ ਦੇਣ ਵਾਸਤੇ ਕੰਮ ਕਰਦੀ ਆ। ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਇੱਕ ਦੋ ਹੋਰ ਕਰੂੰਗਾ। ਮੈਨੂੰ ਮੌਕਾ ਮਿਲਿਆ NFL ਦੇ ਵਿੱਚ ਕੰਮ ਕਰਦਿਆਂ, ਜਦੋਂ ਸਾਡੇ ਕੋਈ ਐਕਸੀਡੈਂਟ ਹੁੰਦਾ ਸੀ ਤਾਂ ਬਲੱਡ ਡੋਨੇਸ਼ਨ ਦੀ ਪ੍ਰੋਬਲਮ ਆਉਂਦੀ ਸੀ। ਮੇਰੇ ਦਿਮਾਗ 'ਚ ਫੁਰਨਾ ਫੁਰਿਆ ਵੀ ਕਿਉਂ ਨਾ ਸਾਰੇ ਇੰਪਲਾਈਜ਼ ਦੀ ਬਲੱਡ ਗਰੁੱਪ ਦੀ ਲਿਸਟ ਬਣਾਈ ਜਾਵੇ ਤੇ ਲੋਕਾਂ ਨੇ ਹੱਸ ਕੇ ਮੈਨੂੰ ਕੋਆਪਰੇਟ ਕੀਤਾ। ਮੈਂ ਯੂਨੀਅਨ ਦੇ ਵਿੱਚ ਵੀ ਕੰਮ ਕੀਤਾ ਹੋਇਆ। ਤਾਂ ਕੁਛ ਇੱਕ ਬੰਦੇ ਜਿਹੜੇ ਜਿਵੇਂ ਤੁਹਾਡੇ 'ਚ ਨੁਕਤਾਚੀਨੀ ਕਰਨ ਵਾਲੇ ਹੈਗੇ ਜਾਂ ਆਉਂਦੇ ਨਹੀਂ, ਉਹ ਮੈਨੂੰ ਕਹਿੰਦੇ ਵੀ ਅਸੀਂ ਬਲੱਡ ਦੀ ਲਿਸਟ ਨਹੀਂ ਦਿੰਦੇ, ਤੂੰ ਤਾਂ ਸਾਡਾ ਬਲੱਡ ਗਾਂ ਵੇਚ ਦੇਂਗਾ। ਕਈਆਂ ਨੇ ਇੱਥੋਂ ਤੱਕ ਮੈਨੂੰ ਕਹਿੰਦਾ ਵੀ ਤੂੰ ਤਾਂ ਵੇਚ ਦੇਂਗਾ, ਕੀ ਪਤਾ ਤੂੰ ਕਿੱਥੇ ਵਰਤੇਂਗਾ। ਮੈਂ ਜਦੋਂ ਇਹ ਗੱਲ ਉਹਨਾਂ ਨੂੰ ਕਹਿੰਦਾ ਸੀ ਵੀ ਮੈਂ ਇਸ ਕਰਕੇ ਨਹੀਂ ਬਲੱਡ ਲੈਂਦਾ ਕਿ ਜੇ ਤੁਹਾਡਾ ਨਾਂ ਐਡ ਕਰਦਾ ਕਿ ਮੈਨੂੰ ਚਾਹੀਦਾ, ਮੈਂ ਕਿਹਾ ਇਸ ਵੇਲੇ ਮੈਨੂੰ ਉਸ ਵੇਲੇ ਚਾਹੀਦਾ ਜਦੋਂ ਤੂੰ ਤਾਂ ਐਕਸੀਡੈਂਟ ਹੋ ਗਿਆ, ਨਾ ਰੱਬ ਨਾ ਕਰੇ ਤੇਰਾ ਐਕਸੀਡੈਂਟ ਹੋ ਜਾਏ, ਵਿੱਚ ਤੇਰਾ ਤਾਂ ਐਕਸੀਡੈਂਟ ਹੋਇਆ, ਤੇਰੇ ਪਰਿਵਾਰ ਦਾ ਹੋਵੇ, ਤੂੰ ਭੱਜ ਨੱਸ ਨਹੀਂ ਸਕਦਾ। ਡਿਲੀਵਰੀ ਕੇਸਿਸ ਦੇ ਵਿੱਚ ਅਸੀਂ ਬਹੁਤ ਲੋਕਾਂ ਦੀ ਮਦਦ ਕੀਤੀ ਆ। ਉਸ ਵੇਲੇ ਮੈਨੂੰ ਪਤਾ ਹੋਣਾ ਚਾਹੀਦਾ ਤੇਰੀ ਵਾਈਫ ਦਾ ਬਲੱਡ ਗਰੁੱਪ ਕੀ ਹੈ ਤੇ ਤੇਰਾ ਕੀ ਹੈ, ਤੇ ਅਸੀਂ ਉਸੇ ਬੰਦੇ ਨੂੰ 10-20 ਬੰਦੇ ਉਹੋ ਹੀ ਭੇਜ ਗਏ। ਤੇ ਸਾਡਾ ਰਿਕਾਰਡ ਹੈ ਵੈਸੇ CMC DFC ਉੱਥੇ ਦਿੱਲੀ ਤੱਕ ਅਸੀਂ ਬੰਦੇ ਭੇਜਦੇ ਰਹੇ ਹਾਂ। ਇੰਨੀ ਕੋਆਪਰੇਸ਼ਨ ਸਾਡੇ ਵਿੱਚ ਰਹੀ ਆ। ਤੇ ਮੈਂ ਬੇਨਤੀ ਕਰੂੰਗਾ ਤੁਹਾਨੂੰ ਸਾਰਿਆਂ ਨੂੰ, ਜਾਂ ਬੀਬੀਆਂ ਜਵਾਨ ਵੀ ਬੈਠੀਆਂ, ਬਲੱਡ ਡੋਨੇਟ ਵੀ ਕਰਨ ਦੀ ਆਦਤ ਪਾਓ ਜਿੰਨਿਆਂ ਕੁ 'ਚ ਹੈਗੀ ਆ। ਜੇ ਤੁਹਾਡੇ 'ਚੋਂ ਕਿਸੇ ਨੇ 10-20 ਵਾਰ ਕੀਤਾ ਤਾਂ ਬਹੁਤ ਵਧੀਆ ਗੱਲ ਹੈ, ਤੇ ਜੇ ਨਹੀਂ ਕੀਤਾ ਤਾਂ 58 ਤੱਕ 60 ਤੱਕ ਤਾਂ ਕਰ ਹੀ ਸਕਦੇ ਆ। ਮੈਂ ਪਿੱਛੇ ਜੇ ਕਿਸੇ ਨੂੰ ਐਮਰਜੈਂਸੀ ਵਿੱਚ 64 ਸਾਲ ਦੀ ਉਮਰ ਵਿੱਚ ਵੀ ਬਲੱਡ ਡੋਨੇਟ ਕੀਤਾ। ਝੂਠ ਮਾਰ ਕੇ, ਨਾਰਮਲੀ ਝੂਠ ਬੋਲਣ ਦੀ ਆਦਤ ਨਹੀਂ ਆ, ਪਰ ਮੈਂ ਝੂਠ ਬੋਲਿਆ ਕਿ ਮੈਂ ਤਾਂ 58 ਸਾਲ ਦਾ ਹੀ। ਤੇ ਮੈਂ ਬੇਨਤੀ ਕਰੂੰਗਾ ਤੁਹਾਨੂੰ ਵੀ, ਵੈਸੇ ਤਾਂ ਅੱਜ ਜਿਹੜਾ ਪ੍ਰੋਗਰਾਮ ਆ ਹੋਰ ਆ, ਪਰ ਮੈਂ ਇੱਕ ਮੋਟੀਵੇਸ਼ਨ ਇਹ ਵੀ ਦੇਣੀ ਚਾਹੁੰਦਾ। ਆਈਜ਼ ਡੋਨੇਸ਼ਨ ਦਾ ਵੀ ਡਾਕਟਰ ਸਾਡੇ ਸਿੰਗਲਾ ਜੀ ਫਾਰਮ ਵਗੈਰਾ ਭਰਵਾਉਂਦੇ ਆ। ਆਫਟਰ ਡੈਥ ਅਸੀਂ ਇਹਨਾਂ ਨੂੰ ਅੱਗ ਹੀ ਲਾ ਦੇਣੀ ਆ, ਪਰ ਜੇ ਕਿਸੇ ਜ਼ਰੂਰਤਮੰਦ ਦੇ ਕੰਮ ਆ ਜਾਣ ਤਾਂ ਬਹੁਤ ਵਧੀਆ ਗੱਲ ਹੈ। ਤੇ ਇਸੇ ਤਰ੍ਹਾਂ ਹੀ ਜਿਹੜੀ ਬੰਦਿਆਂ ਦੇ ਵਿੱਚ ਮੈਂ ਵਿਚਰਦਾ, ਉਹ ਬਾਡੀ ਡੋਨੇਸ਼ਨ 'ਤੇ ਵੀ ਕੰਮ ਕਰਦੇ ਆ। ਤੇ ਸਾਡੀ ਸੰਸਥਾ ਨੇ ਕਈ ਬਾਡੀਜ਼ ਡੋਨੇਟ ਕਰਵਾਈਆਂ। ਉਹ ਡਾਕਟਰ ਕੇਵਲ ਸਿੰਗਲਾ ਜੀ ਗੁਣਾ ਦੀ ਗੁਥਲੀ ਤੁਹਾਡੇ ਕੋਲੇ ਹੈਗੇ ਆ, ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਹੁਣ ਮੈਂ ਆਉਣਾ ਅੱਜ ਦੇ ਪ੍ਰੋਗਰਾਮ 'ਤੇ। ਜਿਹੜਾ ਸਾਡਾ ਇਹ ਤੁਹਾਡੇ ਅੱਗੇ ਆਈਟਮ ਪੇਸ਼ ਕਰਨੀ ਆ, ਇਹ ਇਸ ਤੋਂ ਪਹਿਲਾਂ 3-4 ਵਾਰੀ ਹੋ ਚੁੱਕਿਆ। ਤੇ ਜਿਹੜਾ ਪਿਛਲਾ ਪ੍ਰੋਗਰਾਮ ਸੀ, ਇੱਕ ਇੱਥੇ ਆੜੀ ਸੰਸਥਾ ਕੰਮ ਕਰਦੀ ਹੈ ਤੇ ਉਹਨਾਂ ਦਾ ਛਾਬੜਾ ਪੈਲੇਸ ਦੇ ਵਿੱਚ ਪ੍ਰੋਗਰਾਮ ਸੀ। ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਨੇ ਅਟੈਂਡ ਕੀਤਾ ਹੋਵੇ। ਉੱਥੇ ਇਹ ਆਈਟਮ ਕੇਵਲ ਸਿੰਗਲਾ ਜੀ ਨੇ ਵੇਖੀ। ਉਸ ਤੋਂ ਪਹਿਲਾਂ SSD ਗਰਲਜ਼ ਕਾਲਜ ਵਿੱਚ ਵੀ ਸੀਗੇ, ਇਹ ਸ਼ਾਇਦ ਪਹਿਲਾਂ ਆ ਗਏ ਸੀ, ਨਹੀਂ ਵੇਖੀ। ਇਹ ਜਿੰਨੇ ਵਾਰੀ ਵੀ ਇਹ ਆਈਟਮ ਕੀਤੀ ਗਈ ਹੈ, ਸਾਡਾ ਇੱਕ 50-55 ਸਾਲ ਪੁਰਾਣਾ ਗਾਣਾ ਹੈ, ਉਹਦੇ 'ਤੇ ਹੈ। ਦੋਨੇ ਲੇਡੀਜ਼ ਕਲਾਕਾਰ ਨੇ, ਇੱਕ ਜੱਟ ਬਣੀ ਹੋਈ ਆ ਤੇ ਇੱਕ ਕੁੜੀ ਦੇ ਰੂਪ 'ਚ ਹੈਗੀ ਆ। ਤੇ ਉਹ ਗਾਣੇ ਦਾ ਤੁਸੀਂ ਆਪ ਸਾਰੇ ਆਨੰਦ ਮਾਣੋਗੇ। ਤੇ ਮੈਂ ਕਹਿੰਦਾ ਤੁਹਾਡੇ ਸਾਰਿਆਂ ਦੇ ਵਿੱਚ ਪ੍ਰਭਤਾ ਹੈਗੀ ਆ, ਤੁਹਾਡੇ ਸਾਰਿਆਂ ਦੇ ਵਿੱਚ ਅੰਦਰਲਾ ਕਲਾਕਾਰ ਹੈਗਾ। ਇੱਧਰ ਮੈਂ ਬੀਬੀਆਂ ਨੂੰ ਕਹੂੰਗਾ ਵੀ ਤੁਸੀਂ ਜ਼ਰੂਰ ਜ਼ਿਆਦਾ ਐਕਟਿਵ ਹੋਵੋ। ਤੇ ਤੁਸੀਂ, ਇਹ ਸਾਰਾ ਇੱਕ ਪਰਿਵਾਰ ਹੈ, ਕੋਈ ਇਹਦੇ 'ਚ ਵੱਡਾ ਨਹੀਂ, ਕੋਈ ਛੋਟਾ ਨਹੀਂ,
ਕੋਈ ਇਹਦੇ 'ਚ ਮੇਲ ਨਹੀਂ ਫੀਮੇਲ ਨਹੀਂ, ਤੁਸੀਂ ਸਾਰਾ ਜੇ ਆਪਣੇ ਆਪ ਦਾ ਅੰਦਰ ਨੇ ਕਲਾਕਾਰ ਨੂੰ ਹਰ ਇੱਕ ਦੇ ਵਿੱਚ ਹੈਗਾ ਕੱਢੋਗੇ ਤਾਂ ਵਧੀਆ ਇੰਜੋਏ ਕਰਿਆ ਕਰੋਗੇ। ਸਾਡੇ ਤੇ ਸਾਡਾ ਫੈਮਿਲੀਜ਼ ਵੱਲੋਂ ਪ੍ਰੈਸ਼ਰ ਹੁੰਦਾ ਹੈ। ਅਸੀਂ ਇੱਕ ਪ੍ਰੋਗਰਾਮ ਪਿਛਲੇ 30 ਸਾਲ ਤੋਂ ਕਰੀਬ ਆਏ ਸਾਲ ਕਰਦੇ ਹਾਂ। ਉਹ 'ਤੇ ਸਾਡਾ ਖਾਣ ਪੀਣ ਦਾ ਪ੍ਰੋਗਰਾਮ ਹੀ ਹੁੰਦਾ ਹੈ, ਨੱਚਣ ਗਾਉਣ ਦਾ ਵੀ ਹੁੰਦਾ ਹੈ, ਅਤੇ ਇੱਕ ਸੁੱਖ ਦੁੱਖ ਜਿਹੜਾ ਤੁਹਾਡਾ ਸੰਸਥਾ ਹੈਗੀ ਆ ਦੁੱਖ ਸੁੱਖ ਦੇ ਸਾਂਝੀ ਪ੍ਰੋਗਰਾਮ, ਇਹ ਵੀ ਸਾਡਾ ਹੋ ਜਾਂਦਾ ਹੈ। ਅਤੇ ਹੁਣ ਮੈਂ ਮੈਡਮ ਨੂੰ ਕਹੂੰਗਾ ਤੇ ਅੱਜ ਦੇ ਸਾਡੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆ ਜਾਓ ਤੇ ਤੁਸੀਂ ਤਿਆਰ ਰਹੋ ਜੀ, ਜਦੋਂ ਐਂਟਰੀ ਕਰਨਗੇ ਉਦੋਂ। ਹਾਂਜੀ, ਲਾ ਦਿਓ ਗਾਣਾ। ਹੋਇਆ ਕੀ ਜੇ ਕੁੜੀਏ ਤੂੰ ਦਿਲ ਸ਼ਹਿਰ ਦੀ, ਮੈਂ ਜੱਟ ਲੁਧਿਆਣੇ ਦਾ ਲੁਧਿਆਣੇ ਦਾ। ਬੜੀ ਕੁੜੀ ਆਵੇ ਤੇਨਾ ਦਿੱਲੀ ਸ਼ਹਿਰ ਦੀ, ਤੇ ਤੂੰ ਜੱਟ ਲੁਧਿਆਣੇ। ਹੋਇਆ ਕੀ ਜੇ ਕੁੜੀਏ ਤੂੰ ਦਿਲ ਸ਼ਹਿਰ ਦੀ, ਮੈਂ ਜੱਟ ਲੁਧਿਆਣੇ ਦਾ। ਬੜੀ ਕੁੜੀ ਆਵੇ ਤੇਨਾ ਦਿੱਲੀ ਸ਼ਹਿਰ ਦੀ, ਤੇ ਤੂੰ ਜੱਟ ਲੁਧਿਆਣੇ ਦਾ। ਮੰਨਿਆ ਤੇ ਗੋਰੀਏ ਤੂੰ ਬਹੁਤੀ ਸ਼ਕੀਨ, ਕਰਕੇ ਤਾਂਗੇ ਤੇਰਾ ਜੱਟ ਤੇ ਯਕੀਨ। ਸ਼ੌਕ ਪੂਰੇ ਕਰੂ ਚਾਹੇ ਮੇਰੀ ਹਾਲ ਨੇ, ਸ਼ੌਕ ਪੂਰੇ ਕਰੂ ਚਾਹੇ ਬਿਖਰ ਜਾ ਜ਼ਮੀਨ। ਮੇਰੇ ਤੇ ਜਵਾਨੀ ਸੀ ਤੋਂ ਕਿੰਨੀ ਕਹਿਤੀ, ਮੈਂ ਜੱਟ ਲੁਧਿਆਣੇ ਦਾ। ਬੜੀ ਕੁੜੀ ਆਵੇ ਤੇਨਾ ਦਿੱਲੀ ਸ਼ਹਿਰ ਦੀ, ਤੇ ਤੂੰ ਜੱਟ ਲੁਧਿਆਣੇ ਦਾ। ਹੋਇਆ ਕੀ ਜੇ ਕੁੜੀਏ ਤੂੰ ਦਿਲ ਸ਼ਹਿਰ ਦੀ, ਮੈਂ ਜੱਟ ਲੁਧਿਆਣੇ ਦਾ। ਤੇਰਾ ਮੇਰਾ ਜੋੜ ਕੇ ਵੇ ਤੂੰ ਪਰੇ ਹੱਟ ਵੇ, ਮੈਂ ਕੁੜੀ ਸ਼ਹਿਰ ਦੀ ਤੇ ਤੂੰ ਹੈ ਪਿੰਡੂ ਜੱਟ ਵੇ। ਤੇਰੇ ਨਾਲ ਹੋਣੇ ਨਹੀਂਆਂ ਹਾਣੀਆਂ, ਤੇਰੇ ਨਾਲ ਹੋਣੇ ਨਹੀਂ ਦਿਨ ਮੈਥੋਂ ਕੱਟ ਵੇ। ਮੇਰੇ ਕਿਨੇ ਤੇ ਨੱਚਣਾ ਮੱਖੀ ਖੈਰ ਦੀ, ਤੇ ਤੂੰ ਜੱਟ ਲੁਧਿਆਣੇ ਦਾ। ਹੋਇਆ ਕੀ ਜੇ ਕੁੜੀਏ ਤੂੰ ਦਿਲ ਸ਼ਹਿਰ ਦੀ, ਮੈਂ ਜੱਟ ਲੁਧਿਆਣੇ ਦਾ। ਨਵੀਂ ਕੁੜੀ ਆਵੇ ਤੇਨਾ ਦਿੱਲੀ ਸ਼ਹਿਰ ਦੀ, ਤੇ ਤੂੰ ਜੱਟ ਲੁਧਿਆਣੇ ਦਾ। ਲਾਗੇ ਸਾਨੂੰ ਗੋਰੀਏ ਨੀ ਆਮਦੀ ਨਵਾਣੀ ਨੀ, ਆਪਣੀ ਬਾਣਾ ਪਿਹਰ ਤੂੰ ਤੈਨੂੰ ਪਟ ਰਾਣੀ ਨੀ। ਜੱਟ ਦੀਆਂ ਗੱਲਾਂ ਦਾ ਨੀ ਮੇਰੀਏ ਹਾਲਣੇ, ਜੱਟ ਦੀਆਂ ਗੱਲਾਂ ਦਾ ਨਾ ਝੂਠ ਰਤਾ ਜਾਣੀ। ਸੈਰ ਮੈਂ ਕਰਾਇਆ ਕਰੂੰ ਤੈਨੂੰ ਨਹਿਰ ਦੀ, ਮੈਨੂੰ ਜੱਟ ਲੁਧਿਆਣੇ ਦਾ। ਨਵੀਂ ਕੁੜੀ ਆਵੇ ਤੇਨਾ ਦਿੱਲੀ ਸ਼ਹਿਰ ਦੀ, ਤੇ ਤੂੰ ਜੱਟ ਲੁਧਿਆਣੇ ਦਾ। ਹੋਇਆ ਕੀ ਜੇ ਕੁੜੀਏ ਤੂੰ ਦਿੱਲੀ ਸ਼ਹਿਰ ਦੀ, ਮੈਨੂੰ ਜੱਟ ਲੁਧਿਆਣੇ ਦਾ। ਪਹੁੰਚੀ ਬਦਲਦੀ ਚ ਮੈਥੋਂ ਹੋਇਆ ਨਾ ਪਛਾਣ ਵੇ, ਤੂੰ ਤਾਂ ਮੇਰੇ ਮਾਇਆ ਪੂਰਾ ਲੱਗੇ ਕਪਤਾਨ ਵੇ। ਹਸਨਪੁਰੀ ਦੇ ਗੁੱਤਾਂ ਕਰਮਾ ਵਾਲਿਆ, ਹਸਨਪੁਰੀ ਦੇ ਜੁੱਤੋਂ ਮਾਰ ਤੇ ਜਾਣ ਵੇ। ਚੁੱਕ ਲੈ ਸੰਗੀਨ ਵੇ ਤੂੰ ਕਰੀ ਰਹਿੰਦੀ, ਜੇ ਤੂੰ ਜੱਟ ਲੁਧਿਆਣੇ ਦਾ। ਪੈਰੀਆਂ ਤੇ ਗੋਲੀ ਮਤ ਨਾਮ ਪੈਰ ਦੀ, ਮੈਨੂੰ ਜੱਟ ਲੁਧਿਆਣੇ ਦਾ। ਨਾਲ ਚੱਲੂ ਕੁੜੀ ਤੇਰੇ ਦਿੱਲੀ ਸ਼ਹਿਰ ਦੀ, ਤੇ ਤੂੰ ਜੱਟ ਲੁਧਿਆਣੇ ਦਾ। ਉਹ ਨਾਲ ਚੱਲੂ ਕੁੜੀ ਤੇਰੇ ਦਿੱਲੀ ਸ਼ਹਿਰ ਦੀ, ਤੇ ਤੂੰ ਜੱਟ ਲੁਧਿਆਣੇ ਦਾ। ਇਸ ਪਰਿਵਾਰ ਨੂੰ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਦੋਨੋਂ ਕਲਾਕਾਰ 65 ਪਲੱਸ ਨੇ, ਲੇਕਿਨ ਤੁਸੀਂ ਜੋਤ ਦੇਖਿਆ 17-18 ਸਾਲ ਵਾਲਾ ਹੈ। ਤੇ ਜਿਹੜਾ ਲੁਧਿਆਣੇ ਦਾ ਜੱਟ ਬਣਿਆ, ਐਕਸ ਟੀਚਰ ਨੇ ਸਰਕਾਰੀ ਸਕੂਲ ਦੇ, ਸੁਰਿੰਦਰਪਾਲ ਕੌਰ ਉਹਨਾਂ ਦਾ ਨਾਂ ਹੈ। ਤੇ ਜਿਹੜੇ ਦਿੱਲੀ ਵਾਲੀ ਕੁੜੀ ਬਣੇ ਨੇ, ਇਹ ਸਾਡੇ ਸ਼੍ਰੀਮਾਨ ਜੀ ਮੇਰੇ ਵੱਡੇ ਭਾਈ, ਇਹਨਾਂ ਦੀ ਮਿਸਿਸ ਨੇ, ਇਹ ਵੀ ਸੁਰਿੰਦਰਪਾਲ ਕੌਰ ਹੀ ਨੇ। ਪਰ ਇਹਨਾਂ ਕੋਲੇ ਇੰਨੀਆਂ ਆਈਟਮਾਂ, ਇੰਨਾ ਸਾਡਾ ਜਾਣੀ ਕਿ ਆਪਸ ਵਿੱਚ ਪਰਿਵਾਰਾਂ ਦਾ ਮੇਲ ਜੋਲ ਹੈ ਬਈ ਅਸੀਂ ਦੁੱਖ ਸੁੱਖ ਦੇ ਅੱਜ ਦੇ ਨਹੀਂ, ਅਸੀਂ ਜਾਣੀ ਬਿਫੋਰ ਮੈਰਿਜ ਸਨ 76 ਦੇ ਵਿੱਚ ਅਸੀਂ ਇਕੱਠੇ ਹੋਏ ਸੀ, 1976 ਦੇ ਵਿੱਚ।
ਤੇ ਉਦੋਂ ਦਾ ਸਾਡਾ ਆਪਸ ਵਿੱਚ ਵਧੀਆ ਮੇਲ ਜੋਲ ਚੱਲੀ ਜਾਂਦਾ। ਅਸੀਂ ਰਿਸ਼ਤੇਦਾਰਾਂ ਨਾਲੋਂ ਦੋਸਤੀ ਦੇ ਵਿੱਚ ਵੱਧ ਵਰਤਦੇ ਹਾਂ, ਇੱਕ ਦੂਜੇ ਦੇ ਅਸੀਂ ਦੁੱਖ ਸੁੱਖ ਦੇ ਸਾਥੀ ਹਾਂ। ਤੇ ਮੈਂ ਫੇਰ ਲਾਸਟ ਜਾਣ ਬੇਨਤੀ ਕਰੂੰਗਾ ਵੀ ਉਹ ਜਿਹੜੀਆਂ ਤੁਹਾਡੇ ਵਿੱਚ ਕਮੀਆਂ ਪੇਸ਼ੀਆਂ 17 ਤੋਂ ਤੁਸੀਂ 20 ਤੇ ਆ ਗਿਆ, ਪਲੀਜ਼ ਉਹਨਾਂ ਨੂੰ ਓਵਰਕਮ ਕਰੋ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਾਂ ਵੀ ਤੁਹਾਡਾ ਜਿਹੜਾ ਆਉਣ ਵਾਲਾ ਪ੍ਰੋਗਰਾਮ ਹੈ ਐਟਲੀਸਟ 100 ਤਾਂ ਹੋਵੇ, ਘੱਟੋ ਘੱਟ 3 ਫਿਗਰ ਦੇ ਵਿੱਚ ਤਾਂ ਹੋਵੇ। ਇਹ ਹੁਣ ਤੁਸੀਂ ਮਿਹਨਤ ਕਰਨੀ ਆ। ਧੰਨਵਾਦ ਸਾਰਿਆਂ ਦਾ ਬਹੁਤ ਬਹੁਤ। ਬਹੁਤ ਬਹੁਤ ਧੰਨਵਾਦ ਅਰੋੜਾ ਜੀ ਤੇ ਕਲਾਕਾਰਾਂ ਦਾ, ਜਿਨ੍ਹਾਂ ਨੇ ਬੜਾ ਹੀ ਸੋਹਣਾ ਤੇ ਬੜਾ ਹੀ ਪੁਰਾਣਾ, ਬਹੁਤ ਛੋਟੇ ਹੁੰਦੇ ਕਦੇ ਇਹ ਆਪਾਂ ਵੇਖਦੇ ਹੁੰਦੇ ਸੀਗੇ, ਉਹ ਪੁਰਾਣੀਆਂ ਯਾਦਾਂ ਇਹਨਾਂ ਨੇ ਚੇਤੇ ਕਰਾਤੀਆਂ। ਬਾਕੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ, ਹੋ ਸਕਦਾ ਹੁਣ ਤੁਹਾਡੇ 'ਚ ਵੀ ਕੋਈ ਕਲਾਕਾਰ ਜਾਗ ਪਿਆ ਤਾਂ ਖੜੇ ਹੋ ਜਾਓ। ਕਿਸੇ ਦਿਨ ਆਪਾਂ ਉੱਤਮ ਸਿੰਘ ਜੀ ਨੂੰ ਸ਼ਾਮ ਦੀ ਪਾਰਟੀ ਵਿਖਾਈਏ, ਇਹ ਕਹਿਣਗੇ ਵੀ ਤੁਹਾਡੇ ਸਾਰੇ ਕਲਾਕਾਰ ਆ, ਕੋਈ ਹੈ ਹੀ ਨਹੀਂ ਦੂਜਾ। ਉਦੋਂ ਸਾਨੂੰ ਕਲਾਕਾਰ ਭਾਉਣੇ ਪੈਂਦੇ ਵੀ ਬਾਈ ਯਾਰ ਤੂੰ ਰਹਿਣ ਦੇ, ਕੱਲ੍ਹ ਨੂੰ ਵਾਰੀ ਆ ਜੂ ਤੇਰੀ। ਫਿਰ ਸਾਨੂੰ ਸਮਝ ਨਹੀਂ ਲੱਗਦੀ ਕਿਹੜਾ ਕਲਾ ਹੈ। ਇਸ ਕਰਕੇ ਕਲਾਕਾਰ ਤਾਂ ਸਾਡੇ ਵੀ ਬਹੁਤ ਹੈ ਜੀ, ਇਹੋ ਜਿਹੀ ਗੱਲ ਨਹੀਂ। ਤੇ ਥੋੜਾ ਜਿਹਾ ਟਾਈਮ ਦਾ ਕਈ ਵਾਰੀ ਫਰਕ ਪੈ ਜਾਂਦਾ। ਹਾਂਜੀ ਸਿੱਧੂ ਸਾਹਿਬ ਨੂੰ ਟਾਈਮ ਦੇਵਾਂਗੇ। ਕਹਿੰਦਾ ਹੁਣ ਸਾਡੀ ਉਮਰ ਇਹੋ ਜਿਹੀ ਹੋ ਜਾਂਦੀ ਆ ਤਾਂ ਹਿੰਦੀ 'ਚ ਹਿੰਦੀ ਮੈਨੂੰ ਵੀ ਘੱਟ ਆਉਂਦੀ ਆ। ਪਹਿਲਾਂ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਉਹਦੀ ਇੰਗਲਿਸ਼ ਨਾਲ ਟਾਈਮ ਪੈਂਦੀ ਸੀ, ਮੇਰੀ ਹਿੰਦੀ ਨਾਲ ਪੈਂਦੀ ਸੀ। ਅਸੀਂ ਵੀ ਕਹਿੰਦੇ ਵੀ ਹਿੰਦੀ ਵਾਲੀ ਭੈਣ ਦੀ ਨਾ ਹੀ ਆਵੇ ਤਾਂ ਚੰਗਾ है। उम्र के ऐसे पड़ाव से गुजर रहा हूँ, अजीब कश्मकश में फंस गया हूँ। पड़ोसन कहती है आप चश्मे में अच्छे नहीं लगते, चश्मे के बिना पड़ोसन दिखाई नहीं देते। मैं बेनती करूँगा डॉक्टर आर के बंसल जी कि वो जी मोटिवेशनल स्पीच सानू देणगे, जिवें उन्होंने टेंशन की गल की आ, वो सारिया डॉक्टर साहब काले फार्मूले आ, ते प्लीज नोट करी चलियो। मैं इसका रिकॉर्डिंग सारे दे देंगे, लिंक भी आजूगा, ਇਹਦਾ YouTube ਤੇ ਵੀ ਪੈ ਜੂਗੀ। डॉक्टर आर के बंसल ਤੁਸੀਂ ਬਹੁਤ ਹੀ ਸੁੰਦਰ ਗੀਤ ਸੁਣ ਕੇ ਹਟੇ ਹੋ। ਮੇਰੇ ਖਿਆਲ 'ਚ ਤੁਹਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਇਸ ਗੀਤ ਸੁਣ ਕੇ, ਮੇਰਾ ਵੀ। ਤਾਂ ਇਸ ਗੀਤ ਨੇ ਸਾਨੂੰ ਪੁਰਾਣੀ ਜ਼ਿੰਦਗੀ, ਪੁਰਾਣੇ ਸਮੇਂ, ਸਾਡਾ ਬਚਪਨ ਯਾਦ ਕਰਵਾਇਆ। ਤਾਂ ਮੇਰੇ ਕੋਲ ਜਿਹੜਾ ਸਮਾਂ ਹੈ ਤੁਹਾਡੇ ਨਾਲ ਥੋੜਾ ਮੈਂਟਲ ਹੈਲਥ ਡਿਸਕਸ ਕਰਨ ਤੇ ਹੈ। ਤਾਂ ਮੈਂ ਨਹੀਂ ਚਾਹੁੰਦਾ ਮੈਂ ਮੈਂਟਲ ਹੈਲਥ ਦੀਆਂ ਬਿਮਾਰੀਆਂ, ਮਾਨਸਿਕ ਬਿਮਾਰੀਆਂ, ਬਹੁਤ ਲੰਬਾ ਚੌੜਾ ਉਹ ਟੈਕਨੀਕਲ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਾਂ। ਤਾਂ ਮੈਂ ਵੀ ਚਾਹੂੰਗਾ ਕਿ ਆਪਾਂ ਹਲਕੀਆਂ ਫੁਲਕੀਆਂ ਗੱਲਾਂ ਕਰੀਏ। ਮੈਂਟਲ ਹੈਲਥ ਤੇ ਹਲਕੀਆਂ ਫੁਲਕੀਆਂ ਗੱਲਾਂ ਵੀ ਹੋ ਸਕਦੀਆਂ ਨੇ, ਤਾਂ ਜੋ ਸਾਡਾ ਮਨ ਵੀ ਖੁਸ਼ ਰਹੇ ਤੇ ਅਸੀਂ ਉਹਨਾਂ ਚੋਂ ਕੁਝ ਸਿੱਖ ਵੀ ਲਈਏ। ਮਾਨਸਿਕ ਰੋਗਾਂ ਤੇ ਜੋ ਆਪਾਂ ਗੱਲਾਂ ਕਰਾਂਗੇ, ਬਸ ਇਹੀ ਹੈ ਕਿ ਮਾਨਸਿਕ ਰੋਗਾਂ ਦੇ ਕਾਰਨ ਕੀ ਹੈ, ਅੱਜ ਕਿਸ ਤਰ੍ਹਾਂ ਦੇ ਮਾਨਸਿਕ ਰੋਗ ਸਾਡੇ ਵਿੱਚ ਹੁੰਦੇ ਨੇ ਤੇ ਅਸੀਂ ਉਹਨਾਂ ਤੋਂ ਕਿਵੇਂ ਬਚ ਸਕਦੇ ਹਾਂ ਤੇ ਕੀ ਅਸੀਂ ਉਹਨਾਂ ਦਾ ਇਲਾਜ ਕਰ ਸਕਦੇ ਹਾਂ। ਤੁਹਾਨੂੰ ਪਤਾ ਹੈ ਅੱਜ ਕੱਲ੍ਹ ਡਾਕਟਰਾਂ ਦੇ ਉਲਝਾ, ਬਿਮਾਰੀ ਕੁਝ ਹੋਰ ਹੁੰਦੀ ਹੈ ਤੇ ਅਸੀਂ ਕੁਝ ਹੋਰ ਹੀ ਕਿਸੇ ਚੀਜ਼ ਦਾ ਇਲਾਜ ਕਰਵਾ ਰਹੇ ਹੁੰਦੇ ਹਾਂ, ਜਾਂ ਅਸੀਂ ਬਹੁਤ ਜ਼ਿਆਦਾ ਉਲਝ ਜਾਂਦੇ ਹਾਂ। ਅਸੀਂ ਉਹਨਾਂ ਦੇ ਕਈ ਵਾਰੀ ਕਾਰਨਾਂ ਵੱਲ ਝਾਤ ਨਹੀਂ ਮਾਰਦੇ। ਜੇ ਅਸੀਂ ਉਹਨਾਂ ਦੇ ਕਾਰਨਾਂ ਵੱਲ ਦੇਖੀਏ ਤਾਂ ਉਹਨਾਂ ਤੋਂ ਬਚਿਆ ਵੀ ਜਾ ਸਕਦਾ ਹੈ ਤੇ ਕਈ ਵਾਰੀ ਅਸੀਂ ਬਚਣ ਦੇ ਤਰੀਕੇ ਵੀ ਨਹੀਂ ਲੱਭਦੇ। ਤਾਂ ਇੱਕ ਸਿੰਪਲ ਜਿਹਾ ਸ਼ੇਅਰ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਹੈ कि दिल खोला होता यारों के साथ तो खोजना ना पड़ता वो यारों के साथ। ये बेशक एक शेयर है पर एक डूंगी सच्चाई भी है कि सचमुच मैनू अज तुहाडा प्रोग्राम में वर्थ लगता है कि बहुत इसकी जरूरत है कि असी एक दूजे दे नाल खुलते ही नहीं, साडे कोले कोई समा ही नहीं हुंदा कि असी एक दूजे दे नाल कोई दुख सुख साझे कर सकीए। अज एक ड्रास्टिक चेंज हैगी जमाने दे विच। कोई जमाना सी कि असी बहुत ज़्यादा हसदे हुंदे सी, बहुत ज़्यादा असी खुश हुंदे सी। साडे परिवारां दे विच 15-15 20 मैंबर हुंदे सी ते घरां दे विच इन्ने हासे हुंदे सी, इन्ना खरूद हुंदा सी, इन्नी मस्ती हुंदी सी कि कई बारी कोई फैमिली मैंबर कहंदा हुंदा सी कि यार आपां बहुत ज़्यादा रौला पा रहे हां, थोड़ा हौली बोलो। गुआंढी की कहणगे भी इन्हां नूं काहदी मस्ती चढ़ी हुई है। गुआंढियां दे घरे भी उही हाल हुंदा सी कि सानूं खूब ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਆਉਂਦੀਆਂ ਸੀ। ਪਰ ਅੱਜ ਉਹ ਇੱਕ ਸਮੇਂ ਦੇ ਨਾਲ ਉਹ ਸਾਰਾ ਕੁਝ ਮੇਰੇ ਖਿਆਲ 'ਚ ਲੁਪਤ ਹੋ ਗਿਆ
ਕਿ ਛੋਟੇ ਛੋਟੇ ਪਰਿਵਾਰ ਰਹਿ ਗਏ, 2-2 3-3 ਮੈਂਬਰ ਰਹਿ ਗਏ, ਤਾਂ ਅਸੀਂ ਕਿਸੇ ਦੇ ਨਾਲ ਖੁੱਲ੍ਹ ਨਹੀਂ ਸਕਦੇ, ਕਿਸੇ ਨਾਲ ਹੱਸ ਖੇਡ ਨਹੀਂ ਸਕਦੇ। ਪਿੰਡਾਂ ਦੇ ਵਿੱਚ ਬਾਬੇ ਹੁੰਦੇ ਸੀ, ਸੱਥਾਂ ਦੇ ਵਿੱਚ ਰੌਣਕ ਹੁੰਦੀ ਸੀ, ਬੱਚਿਆਂ ਦੀਆਂ ਢਾਣੀਆਂ ਹੁੰਦੀਆਂ ਸੀ, ਉਹ ਗਲੀਆਂ ਦੇ ਵਿੱਚ ਕੂਕਾਂ ਮਾਰਦੇ ਫਿਰਦੇ ਸੀ। ਉਹ ਸਾਰਾ ਕੁਝ ਕਿਤੇ ਜ਼ਮਾਨੇ ਦੇ ਨਾਲ ਪਿੱਛੇ ਰਹਿ ਗਿਆ। ਮੈਨੂੰ ਐਂ ਲੱਗਦਾ ਜਿਹੜੀ ਰਹਿੰਦ ਖੂੰਹਦ ਸੀ ਉਹ ਮੋਬਾਈਲ ਫੋਨ ਨੇ ਸਾਡੀ ਪੂਰੀ ਕਰਤੀ। ਮੋਬਾਈਲ ਫੋਨ ਨੇ ਸਾਨੂੰ ਐਂ ਲੱਗਦਾ ਜਿਵੇਂ ਇੱਕ ਦੂਜੇ ਨਾਲ ਜੋੜਿਆ, ਪਰ ਮੈਨੂੰ ਤਾਂ ਇਉਂ ਲੱਗਦਾ ਕਿ ਮੋਬਾਈਲ ਫੋਨ ਨੇ ਜਮਾਂ ਸਾਨੂੰ ਇੱਕ ਦੂਜੇ ਦੇ ਨਾਲੋਂ ਤੋੜਤਾ। ਕਿ ਅਸੀਂ ਜੇ ਇੱਕ ਕਮਰੇ ਦੇ ਵਿੱਚ ਇੱਕ ਬੱਚਾ ਵੀ ਜੇ ਆਪਣੀ ਮਾਂ ਦੇ ਨਾਲ ਬੈਠਾ ਹੈ ਤਾਂ ਮਾਂ ਆਪਣੇ ਮੋਬਾਈਲ ਫੋਨ ਦੇ ਵਿੱਚ ਰੁੱਝੀ ਹੋਈ ਹੈ, ਉਹ ਮੋਬਾਈਲ ਫੋਨ ਤੇ ਉਂਗਲਾਂ ਮਾਰ ਰਹੀ ਹੈ। ਉਹ ਬੱਚਾ ਉਡੀਕ ਰਿਹਾ ਕਿ ਕਦੋਂ ਮਾਂ ਹਟੇਗੀ ਜਾਂ ਉਹਨੂੰ ਟਾਈਮ ਦੇਗੀ। ਤਾਂ ਅਸੀਂ ਕੀ ਕਰਦੇ ਹਾਂ, ਇੱਕ ਵੀਡੀਓ ਕੱਢ ਕੇ ਬੱਚੇ ਨੂੰ, ਛੋਟੇ ਜਿਹੇ ਬੱਚੇ ਨੂੰ, 2 ਸਾਲ ਦੇ ਬੱਚੇ ਨੂੰ ਇੱਕੋ ਵੀਡੀਓ ਕੱਢ ਕੇ ਫੜਾ ਦਿੰਦੇ ਹਾਂ। ਉਹ ਬੱਚਾ ਵੀ ਉਸੇ ਤੇ ਉਂਗਲਾਂ ਮਾਰੀ ਜਾਂਦਾ। ਮਾਂ ਆਪਣੇ ਫੋਨ ਤੇ ਲੱਗੀ ਹੋਈ ਹੈ, ਬੱਚਾ ਆਪਣੇ ਫੋਨ ਤੇ ਲੱਗਿਆ ਹੋਇਆ। ਕਈ ਵਾਰੀ ਤਾਂ ਹਸਬੈਂਡ ਵਾਈਫ ਇੱਕੋ ਕਮਰੇ ਦੇ ਵਿੱਚ, ਹਸਬੈਂਡ ਆਪਣੇ ਫੋਨ ਤੇ ਲੱਗਿਆ ਹੋਇਆ, ਵਾਈਫ ਆਪਣੇ ਫੋਨ ਤੇ ਲੱਗੀ ਹੋਈ ਹੈ। ਦੋਨਾਂ ਨੂੰ, ਵਾਈਫ ਨੂੰ ਪਤਾ ਹੀ ਨਹੀਂ ਕਿ ਹਸਬੈਂਡ ਵੀ ਕੋਲੇ ਬੈਠਾ ਇੰਜੋਏ ਕਰਨਾ, ਜਾਂ ਵਾਈਫ ਨੂੰ ਪਤਾ ਹੀ ਨਹੀਂ ਹਸਬੈਂਡ ਕੋਲੇ ਬੈਠਾ ਹੈ, ਹਸਬੈਂਡ ਨੂੰ ਨਹੀਂ ਪਤਾ ਵਾਈਫ ਕੋਲੇ ਬੈਠੀ ਹੈਗੀ। ਉਹ ਇੱਕ ਦੂਜੇ ਦੇ ਫੋਨ ਦੇ ਉੱਤੇ, ਕਈ ਵਾਰ ਤਾਂ ਮੈਂ ਦੇਖਿਆ ਮੇਰੇ ਕੋਲ ਆ ਕੇ ਮਰੀਜ਼ ਹੀ ਦੱਸਦੇ ਨੇ ਕਿ ਅਸੀਂ ਜੀ ਇੱਕ ਦੂਜੇ ਨਾਲ ਚੈਟ ਕਰ ਰਹੇ। ਮੈਂ ਕਿਹਾ ਉਹ ਕਿੱਦਾਂ, ਇੱਕ ਬੈਡਰੂਮ ਦੇ ਵਿੱਚ ਬੈਠੇ ਉਹ ਫੋਨ ਤੇ ਗੱਲਾਂ ਹੋ ਰਹੀਆਂ, ਫੋਨ ਤੇ ਚੈਟ ਕਰ ਰਹੇ ਨੇ। ਉਹ ਮਤਲਬ ਆਪਸ ਵਿੱਚ ਗੱਲ ਨਹੀਂ ਕਰਦੇ, ਫੋਨ ਦੇ ਉੱਤੇ ਇੱਕ ਦੂਜੇ ਦੇ ਨਾਲ ਗੱਲ ਕਰ ਰਹੇ ਨੇ। ਇਹੀ ਹਾਲ ਹਰ ਕਿਤੇ, ਮਤਲਬ ਬਹੁਤੇ ਲੋਕੀ ਮੋਬਾਈਲ ਤੇ ਹੀ ਚੈਟ ਕਰਦੇ ਨੇ, ਆਪਸ ਵਿੱਚ ਗੱਲ ਨਹੀਂ ਹੁੰਦੀ। ਜੇ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ, ਜੇ ਬੱਸਾਂ ਦੇ ਵਿੱਚ ਬੈਠੇ ਹੁੰਦੇ ਸੀ ਨਾ, ਤੇ ਬੱਸ ਦੇ ਵਿੱਚ ਬੈਠੇ ਅਸੀਂ ਰਹਿ ਨਹੀਂ ਸਕਦੇ ਸੀ ਨਾਲ ਦੀ ਸੀਟ ਵਾਲੇ ਨੂੰ ਬੁਲਾਏ ਤੋਂ ਬਿਨਾਂ। ਉਹਨੂੰ ਪੁੱਛ ਲੈਂਦੇ ਸੀ, ਬਾਈ ਤੇਰਾ ਕਿਹੜਾ ਪਿੰਡ ਹੈ? ਉਹ ਪੁੱਛਦਾ ਸੀ ਤੇਰਾ ਕਿਹੜਾ? ਪੁੱਛਦਾ ਮੇਰੀ ਮਾਸੀ ਵਿਆਹੀ ਹੈ, ਉੱਥੇ ਮੇਰੀ ਭੂਆ ਵਿਆਹੀ ਹੈ। ਅੱਛਾ, ਫਿਰ ਉਹ ਫਲਾਨਿਆਂ ਦਾ ਘਰ ਹੈ, ਉਹ ਢਿੱਕਿਆਂ ਦਾ ਘਰ ਹੈ। ਕਰਦੇ ਕਰਦੇ ਫਿਰ ਮੀਹਾਂ ਦੀਆਂ ਗੱਲਾਂ ਤੇ ਆ ਜਾਂਦੇ, ਫਿਰ ਸਰਕਾਰ ਦੀਆਂ ਗੱਲਾਂ ਤੇ ਆ ਜਾਂਦੇ। ਮਤਲਬ ਕਰਦੇ ਕਰਦੇ 1 ਘੰਟੇ ਦੇ ਵਿੱਚ ਅਸੀਂ ਆਪਦੇ ਦੁੱਖ ਸੁੱਖ ਵੀ ਫਰੋਲ ਜਾਂਦੇ ਸੀ ਉਸ ਨਾਲ। ਤੇ ਅੱਜ ਮੈਂ ਕਈ ਸਾਲਾਂ ਬਾਅਦ ਇੱਕ ਵਾਰ ਬੱਸ ਤੇ ਚੜਿਆ। ਬੱਸ ਤੇ ਚੜਨ ਦਾ ਬਾਈ ਚਾਂਸ ਟਾਈਮ ਨਹੀਂ ਮਿਲਦਾ, ਜ਼ਿੰਦਗੀ ਕੁਛ ਇਸ ਤਰ੍ਹਾਂ ਦੀ ਹੋ ਗਈ। ਤੇ ਮੈਂ ਬੱਸ ਦੇ ਵਿੱਚ ਦੇਖਿਆ, ਬੱਸ ਦੇ ਵਿੱਚ ਬਿਲਕੁਲ ਸੁੰਨਸਰਾਂ ਛਾਈ ਹੋਈ, ਹਰ ਕੋਈ ਆਪਣੇ ਫੋਨ ਤੇ ਲੱਗਿਆ ਹੋਇਆ, ਕਿਸੇ ਕੋਲੇ ਵੀ ਇੱਕ ਦੂਜੇ ਨਾਲ ਗੱਲ ਕਰਨ ਦਾ ਸਮਾਂ ਨਹੀਂ। ਹਰ ਇੱਕ ਨੇ ਵੀਡੀਓ ਚਲਾਈ ਹੋਈ ਹੈ, ਕੰਨਾਂ ਤੇ ਟੂਟੀਆਂ ਲੱਗੀਆਂ ਹੋਈਆਂ, ਤਾਂ ਉਹ ਆਪਣੇ ਆਪਣੇ ਫੋਨ ਦੇ ਵਿੱਚ ਮਸਤ ਆ। ਉਹਨਾਂ ਨੂੰ ਕੋਈ ਪਤਾ ਨਹੀਂ, ਭਾਵੇਂ ਤੁਹਾਡਾ ਰਿਸ਼ਤੇਦਾਰ ਵੀ ਨਾਲ ਦੀ ਸੀਟ ਤੇ ਆ ਕੇ ਬੈਠ ਕੇ ਘੰਟਾ ਸਫ਼ਰ ਕਰਕੇ ਚਲਾ ਜਾਵੇ, ਕਿਸੇ ਦਾ ਆਸੇ ਪਾਸੇ ਧਿਆਨ ਨਹੀਂ। ਸਿਰਫ ਅਸੀਂ ਫੋਨ ਦੇ ਵਿੱਚ ਇੰਨੇ ਜ਼ਿਆਦਾ ਰੁੱਝ ਗਏ ਕਿ ਮੈਨੂੰ ਲੱਗਦਾ ਜਿਹੜੀ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਉਹ ਫੋਨ ਇੱਕ ਮੇਜਰ ਕਾਰਨ ਬਣ ਗਿਆ ਕਿ ਅਸੀਂ ਇੱਕ ਦੂਜੇ ਦੇ ਨਾਲੋਂ ਹੀ ਟੁੱਟ ਗਏ, ਇੱਕ ਦੂਜੇ ਨਾਲ ਸਾਡਾ ਕੋਈ ਜੋੜ ਤੋੜ ਹੀ ਨਹੀਂ ਰਹਿ ਗਿਆ। ਤੇ ਅੱਜ ਵਰਗੇ ਪ੍ਰੋਗਰਾਮ ਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਪੋਜ਼ਿਟਿਵਲੀ ਕਿਤੇ ਕੰਟਰੀਬਿਊਟ ਕਰ ਸਕਦੇ ਆ। ਮੇਰੇ ਕੋਲ ਇੱਕ ਮਾਤਾ ਨੂੰ ਲੈ ਕੇ ਆਏ, ਮਾਤਾ ਵੀ ਨਹੀਂ 60-65 ਸਾਲ ਦੀ ਉਮਰ ਸਾਰੀ, ਤਾਂ ਉਹ ਕਹਿੰਦੇ ਜੀ ਦੌੜ ਭੌੜ ਜੀ ਰਹਿੰਦੀ ਹੈ, ਬੋਲਦੀ ਨਹੀਂ। ਮੈਂ ਪੁੱਛਿਆ, ਮੈਂ ਮਾਤਾ ਜੀ ਨੀਂਦ ਆ ਜਾਂਦੀ ਹੈ? ਕਹਿੰਦੀ ਨਾ ਜੀ ਨੀਂਦ ਨਹੀਂ ਆਉਂਦੀ ਮੈਨੂੰ। ਮੈਂ ਵਿਚਾਰ ਕਿਸ ਤਰ੍ਹਾਂ ਦੇ ਰਹਿੰਦੇ ਆ? ਕਹਿੰਦੀ ਬਸ ਸਾਰਾ ਦਿਨ ਰੋਣ ਨੂੰ ਜੀ ਕਰੀ ਜਾਂਦਾ, ਬੁਰੇ ਖਿਆਲ ਆਈ ਜਾਂਦੇ ਹੈਗੇ, ਕੋਈ ਮਨ 'ਚ ਵਿਚਾਰ ਹੀ ਨਹੀਂ ਆਉਂਦਾ। ਮੈਂ ਰੋਟੀ ਪਾਣੀ ਖਾ ਲੈਂਦੀ ਹਾਂ, ਬਸ ਖਾ ਤਾਂ ਲੈਂਦੀ ਹਾਂ, ਕੋਈ ਖਾਣ ਨੂੰ ਜੀ ਨਹੀਂ ਕਰਦਾ। ਮੈਂ ਕਿਹਾ ਕਿਤੇ ਕੋਈ ਆਂਢੀਆਂ ਗੁਆਂਢੀਆਂ ਕੋਲੇ ਬੈਠਦੇ ਹੋ, ਕਿਸੇ ਨਾਲ ਗੱਲਬਾਤ ਕਰਦੇ ਹੋ? ਉਹ ਨਾਲ ਜਿਹੜੇ ਦੂਸਰੇ ਆਏ ਸੀਗੇ ਉਹ ਪਹਿਲਾਂ ਹੀ ਬੋਲੇ, ਕਹਿੰਦੇ ਨਹੀਂ ਜੀ ਆਂਢ ਗੁਆਂਢ ਤਾਂ ਸਾਡੇ ਸੀ ਜੀ ਹੁਣ ਰਿਵਾਜ ਹੀ ਨਹੀਂ ਰਿਹਾ। ਮੈਂ ਕਿਉਂ? ਕਹਿੰਦੇ ਜੀ ਆਂਢ ਗੁਆਂਢ ਤਾਂ ਇੱਕ ਦੂਜੇ ਨੂੰ ਬੈਠਣ ਹੀ ਨਹੀਂ ਦਿੰਦੇ। ਮੈਂ ਕਿਉਂ? ਕਹਿੰਦੇ ਬੁੜੀਆਂ ਜੀ ਬਸ ਫਾਲਤੂ ਚੁਗਲੀਆਂ ਕਰੀ ਜਾਂਦੀਆਂ ਨੇ। ਅਸੀਂ ਸੋਚਦੇ ਹਾਂ ਵੀ ਚੁਗਲੀਆਂ ਤੋਂ ਤਾਂ ਅੰਦਰ ਬੈਠਾ ਚੰਗਾ, ਵੀ ਤੂੰ ਅੰਦਰ ਬਹਿ ਕੇ ਆਰਾਮ ਕਰੀ ਜਾਇਆ ਕਰ। ਮੈਂ ਕਿਹਾ ਚੁਗਲੀਆਂ? ਮੇਰੇ ਯਾਦ ਆਇਆ ਬੜੇ ਸਾਲ ਪਹਿਲਾਂ ਦਾ ਕਿ ਚੁਗਲੀਆਂ ਇੱਕ ਅਸੀਂ ਨੈਗੇਟਿਵ ਵਰਡ ਪੁਆਇੰਟ ਕਰ ਲਿਆ ਕਿ ਚੁਗਲੀਆਂ ਇੱਕ ਮਾੜਾ ਲਫ਼ਜ਼ ਬਣਾ ਲਿਆ ਸੀ। ਜਿਹੜੀਆਂ ਦੀਆਂ ਗੱਲਾਂ ਕਰਨੀਆਂ ਨੇ ਤਾਂ ਮੈਨੂੰ ਲੱਗਦਾ ਉਹ ਵਰਡ ਸਾਨੂੰ ਚੰਗਾ ਲੱਗੂਗਾ, ਪਰ ਇਹ ਚੁਗਲੀਆਂ ਤਾਂ ਬੰਦੇ ਨੂੰ ਇੰਨਾ ਹੌਲਾ ਕਰਦੀਆਂ ਨੇ, ਇੰਨਾ ਸਵਾਦ ਆਉਂਦਾ ਹੈ, ਇੰਨਾ ਸਵਾਦ ਲੋਕਾਂ ਨੂੰ ਫਿਲਮ ਦੇਖ ਕੇ ਨਹੀਂ ਆਉਂਦਾ ਜਿੰਨਾ ਚੁਗਲੀਆਂ ਕਰਕੇ ਆਉਂਦਾ। ਅਸੀਂ ਦੇਖਿਆ, ਅਸੀਂ ਤਾਂ ਇੱਕ ਵਾਰੀ ਸਰਵੇ ਕੀਤਾ, ਬੜੀ ਪੁਰਾਣੀ ਗੱਲ ਹੈ ਜੀ। ਅਸੀਂ ਕਿਹਾ ਵੀ ਬੜਾ ਲੋਕਾਂ ਨੇ ਬਦਨਾਮ ਕੀਤਾ ਇਸ ਵਰਡ ਨੂੰ, ਤੇ ਅਸੀਂ ਦੇਖਦੇ ਹਾਂ ਵੀ ਲੋਕੀ ਕਰਦੇ ਕੀ ਹੈ। ਜੇ ਤੁਸੀਂ ਕਿਤੇ ਹੋਸਟਲ ਦੇ ਵਿੱਚ ਜਾਓ, ਉੱਥੇ ਮੁੰਡੇ ਕੀ ਕਰ ਰਹੇ ਨੇ? ਜੇ 4 ਮੁੰਡੇ ਬੈਠੇ ਨੇ ਇੱਕ ਕਮਰੇ ਦੇ ਵਿੱਚ, ਤਾਂ ਉਹ 5ਵੇਂ ਦੀਆਂ ਚੁਗਲੀਆਂ ਕਰ ਰਹੇ ਨੇ। ਜੇ ਕਿਤੇ ਤੁਸੀਂ ਦੇਖੋ ਵੀ ਕਿਸੇ ਗਲੀ ਦੇ ਵਿੱਚ 5-7 올ਡ ਏਜ ਔਰਤਾਂ ਬੈਠੀਆਂ ਨੇ, ਤਾਂ ਉਹ ਕੀ ਕਰ ਰਹੀਆਂ ਨੇ? ਉਹ ਨੂੰਹਾਂ ਦੀਆਂ ਗੱਲਾਂ ਕਰ ਰਹੀਆਂ ਨੇ। ਜੇ ਕਿਤੇ ਯੰਗ ਜੀਆਂ ਲੜਕੀਆਂ 5-7 ਇਕੱਠੀਆਂ ਹੋਈਆਂ ਬੈਠੀਆਂ ਨੇ, ਤਾਂ ਉਹ ਕਿਹਦੀਆਂ ਗੱਲਾਂ ਕਰ ਰਹੀਆਂ? ਉਹ ਸੱਸਾਂ ਦੀਆਂ ਗੱਲਾਂ ਕਰ ਰਹੀਆਂ। ਜੇ ਕਿਤੇ ਬਾਬੇ ਬੈਠੇ ਨੇ ਤਾਂ ਉਹ ਮੁੰਡੇ ਦੀਆਂ ਗੱਲਾਂ ਕਰੀ ਜਾਂਦੇ, ਆਪਦੇ ਦੀਆਂ ਵੀ ਕੰਮ ਨਹੀਂ ਕਰਦਾ, ਡੱਕਾ ਨਹੀਂ ਤੋੜਦਾ।
ਅੱਛਾ ਜੇ ਕਿਤੇ ਮੁੰਡੇ ਬੈਠੇ ਨੇ ਤਾਂ ਬਾਬੇ ਦੀਆਂ ਗੱਲਾਂ ਕਰ ਰਹੇ ਨੇ, ਬਾਪੂਆਂ ਦੀਆਂ ਗੱਲਾਂ ਕਰ ਰਹੇ ਨੇ। ਮੈਂ ਕਿਹਾ ਇਹ ਤਾਂ ਇੰਨਾ ਵਧੀਆ ਵਰਤਾਰਾ ਹੈਗਾ ਜਿਹੜਾ ਬੰਦੇ ਦਾ ਇਹੋ ਜਿਹਾ ਢਿੱਡ ਹੌਲਾ ਕਰਦਾ ਕਿ ਅੱਧੀਆਂ ਬਿਮਾਰੀਆਂ ਬਾਹਰ ਕੱਢ ਦਿੰਦਾ। ਇਸ ਵਾਸਤੇ ਇਹਨੂੰ ਤਾਂ ਨੈਗੇਟਿਵ ਕਹਿਣਾ ਹੀ ਨਹੀਂ ਚਾਹੀਦਾ। ਮੈਂ ਤਾਂ ਉਹਨਾਂ ਨੂੰ ਸੁਜੈਸਟ ਕੀਤਾ, ਮੈਂ ਇਦਾਂ ਕਰੋ ਕਿ ਮਾਤਾ ਜੀ ਨੂੰ ਕਹੋ ਕਿ ਘੰਟਾ 2 ਘੰਟੇ ਆਪਣੀਆਂ ਸਹੇਲੀਆਂ ਕੋਲੇ ਟਾਈਮ ਪਾਸ ਕਰਿਆ ਕਰੋ, ਨਾਲ ਅਸੀਂ ਦਵਾਈ ਦੇ ਦਿੰਦੇ ਹਾਂ, ਤੁਸੀਂ ਆਹ ਜ਼ਰੂਰ ਕਰਨਾ ਹੈ। ਉਹ ਹਫ਼ਤੇ ਕੁ ਬਾਅਦ ਆਏ, ਕਹਿੰਦੇ ਜੀ ਅਸੀਂ ਕਿਹਾ ਵੀ ਮਾਤਾ ਜੀ ਚਲੋ ਤੁਸੀਂ ਗੁਆਂਢੀਆਂ ਕੋਲੇ ਬਹਿ ਜਾ ਕਰੋ। ਉਹ ਮਾਤਾ ਕਹਿੰਦੀ ਪੁੱਤ ਮੈਨੂੰ ਤਾਂ ਦਵਾਈ ਦੀ ਲੋੜ ਹੀ ਨਹੀਂ, ਕਹਿੰਦੀ ਮੈਨੂੰ ਤਾਂ ਰੱਜ ਕੇ ਨੀਂਦ ਆ ਜਾਂਦੀ ਆ। ਮੈਂ ਕਿਉਂ? ਕਹਿੰਦੀ ਮੈਂ ਆਪਣੀਆਂ ਸਹੇਲੀਆਂ ਕੋਲੇ ਢਿੱਡ ਹੌਲਾ ਕਰੇ ਹੋਣੀਆਂ। ਮਤਲਬ ਅਸੀਂ ਜਿਹੜੀਆਂ ਦਵਾਈਆਂ ਖਾ ਰਹੇ ਹਾਂ ਉਹਦਾ ਕੁਝ ਹੋਰ ਸਬਸਟੀਟਿਊਟ ਵੀ ਹੈਗਾ। ਜਿਹੜਾ ਕੰਮ ਦਵਾਈਆਂ ਨੇ ਕਰਨਾ ਹੈ ਉਹ ਕਿਸੇ ਹੋਰ ਚੀਜ਼ ਨੇ ਵੀ ਕਰਨਾ ਹੈ। ਅਸੀਂ ਉਹ ਜਿਹੜੀ ਹੋਰ ਚੀਜ਼ ਸੀ ਉਹ ਛੱਡਤੀ। ਅਸੀਂ ਪਹਿਲਾਂ ਡਾਕਟਰਾਂ ਦੀਆਂ ਦਵਾਈਆਂ ਤੇ ਹੋ ਗਏ ਕਿ ਹਰ ਚੀਜ਼ ਦਾ ਹੱਲ ਅਸੀਂ ਹਰ ਚੀਜ਼ ਦਾ ਸੋਲੂਸ਼ਨ ਦਵਾਈਆਂ ਦੇ ਵਿੱਚੋਂ ਹੀ ਕੱਢਣਾ ਹੈ, ਜਦਕਿ ਹਰ ਚੀਜ਼ ਦਾ ਹੱਲ ਦਵਾਈਆਂ ਨਹੀਂ ਹੋ ਸਕਦੀਆਂ। ਦਵਾਈਆਂ ਤੋਂ ਬਿਨਾਂ ਸਾਡੇ ਕਲਚਰ ਦੇ ਵਿੱਚ, ਸਾਡੀ ਸੰਸਕ੍ਰਿਤੀ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਰਹਿਣ ਸਹਿਣ ਦੇ ਵਿੱਚ, ਸਾਡੀ ਸੋਚ ਦੇ ਵਿੱਚ ਇੱਦਾਂ ਦੀਆਂ ਕਿੰਨੀਆਂ ਚੀਜ਼ਾਂ ਪਈਆਂ ਨੇ ਕਿ ਜਿਨ੍ਹਾਂ ਦੇ ਨਾਲ ਅਸੀਂ ਮਾਨਸਿਕ ਬਿਮਾਰੀਆਂ ਠੀਕ ਕਰ ਸਕਦੇ ਹਾਂ ਤੇ ਮਾਨਸਿਕ ਬਿਮਾਰੀਆਂ ਹੋਣ ਤੋਂ ਅਸੀਂ ਬਚ ਸਕਦੇ ਹਾਂ। ਇਸੇ ਤਰ੍ਹਾਂ ਮੇਰੇ ਕੋਲ ਇੱਕ ਬਾਪੂ ਨੂੰ ਲੈ ਕੇ ਆਏ, ਇੱਥੋਂ ਹੀ ਕੋਈ ਪੁਲਿਸ ਅਫਸਰ ਨੇ, ਉਹ ਆਪਣੇ ਬਾਪੂ ਜੀ ਨੂੰ, ਆਪਣੇ ਫਾਦਰ ਸਾਹਿਬ ਨੂੰ ਲੈ ਕੇ ਆਏ। 75-76 ਸਾਲ ਉਮਰ ਹੋ ਗਈ ਤੇ ਸਾਨੂੰ ਹੁਣ ਪਤਾ ਤਾਂ ਲੱਗਿਆ ਹੀ ਖੜਾ ਹੈ, ਪਰ ਫਿਰ ਵੀ ਜੀ ਚੰਗਾ ਨਹੀਂ ਲੱਗਦਾ। ਅਸੀਂ ਸੋਚਿਆ ਵੀ ਡਾਕਟਰ ਦੀ ਤਾਂ ਰਾਏ ਜ਼ਰੂਰ ਲੈਣੀ ਚਾਹੀਦੀ ਹੈ। ਮੈਂ ਤਕਲੀਫ ਕੀ ਹੈ? ਕਹਿੰਦੇ ਜੀ ਬਸ ਚੁੱਪ ਗੜੁੱਪ ਨੇ, ਬੋਲਦੇ ਨਹੀਂ, ਕਰਦੇ ਨਹੀਂ, ਖਾਂਦੇ ਨਹੀਂ, ਪੀਂਦੇ ਨਹੀਂ, ਕਿਸੇ ਚੀਜ਼ 'ਚ ਇਹਨਾਂ ਦੀ ਦਿਲਚਸਪੀ ਨਹੀਂ ਰਹੀ। ਮੈਂ ਕੋਈ ਖੇਤ ਬੰਨੇ ਜਾਂਦੇ ਨੇ, ਕੋਈ ਮਾੜਾ ਮੋਟਾ ਕੰਮਕਾਰ ਕਰਦੇ ਨੇ। ਨਾ ਡਾਕਟਰ ਸਾਹਿਬ ਕੰਮਕਾਰ ਤਾਂ ਅਸੀਂ ਇਹਨਾਂ ਨੂੰ ਕਿਹਾ ਹੈਗਾ ਵੀ ਬਾਪੂ ਜੀ ਤੁਸੀਂ ਬਹੁਤ ਕਰ ਲਿਆ। ਦੇਖੋ ਜੀ ਇਹ ਖੜਾ ਨਹੀਂ ਛੱਡਦੇ ਸੀ, ਇਹ ਖੇਤ ਦਾ ਖੜਾ ਨਹੀਂ ਛੱਡਦੇ। ਸਾਰੀ ਉਮਰ ਇਹਨਾਂ ਨੇ ਖੇਤੀ ਕੀਤੀ ਹੈ ਤੇ ਖੇਤ ਦਾ ਖੜਾ ਨਹੀਂ ਛੱਡਦੇ ਤੇ ਫਿਰ ਖੇਤ ਜਾ ਵੜਦੇ ਨੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਖੇਤ ਜਾਂਦੇ ਹੋ ਤਾਂ ਸਾਨੂੰ ਸ਼ਰਮ ਆਉਂਦੀ ਹੈ ਕਿ ਲੋਕ ਕਹਿੰਦੇ ਆਪ ਐਡਾ ਵੱਡਾ ਅਫਸਰ ਹੈ ਕਿ ਬਾਪੂ ਖੇਤ ਪੂਰਾ ਕਰਦਾ ਹੈਗਾ, ਬਾਪੂ ਨੂੰ ਖੇਤ ਭੇਜ ਦਿੰਦੇ ਨੇ। ਅਸੀਂ ਇਹਨਾਂ ਨੂੰ ਕਿਹਾ ਜੀ ਤੁਸੀਂ ਅੰਦਰ ਬਹਿ ਜਾਓ, ਮੌਜ ਨਾਲ ਗੁਟਕਾ ਤੁਹਾਨੂੰ ਲਿਆ ਦਿੰਦੇ ਆ, ਤੁਸੀਂ ਪਾਠ ਕਰਿਆ ਕਰੋ, ਸਵੇਰੇ ਵੀ ਸ਼ਾਮ ਨੂੰ ਵੀ ਪੱਕੀ ਪਕਾਈ ਤੁਹਾਨੂੰ ਰੋਟੀ ਮਿਲਦੀ ਹੈ ਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੋਣ ਦਿੰਦੇ ਤੇ ਤੁਸੀਂ ਕੋਈ ਡੱਕਾ ਕੰਮ ਨੂੰ ਹੱਥ ਨਾ ਲਾਓ, ਨਾ ਕਿਸੇ ਆਓ ਨਾ ਜਾਓ, ਅੰਦਰ ਬੈਠੇ ਰਹੋ ਮੌਜ ਨਾਲ। ਉਹ ਕਹਿੰਦੇ ਜੀ ਹੁਣ ਤਾਂ ਇਹ ਐਂ ਹੀ ਰਹਿੰਦੇ ਆ। ਮੈਂ ਕਿਹਾ ਤਾਂ ਬਿਲਕੁਲ ਹੀ ਗਲਤ ਹੈ, ਤਾਂ ਸਟਰਕਚਰ ਹੀ ਗਲਤ ਹੈ। ਕਹਿੰਦੇ ਕਿਉਂ? ਮੈਂ ਕਿਹਾ ਬਾਪੂ ਜੀ ਤੁਸੀਂ ਖੁਸ਼ ਹੋ? ਕਹਿੰਦੇ ਜੀ ਹਾਂ ਬਸ ਠੀਕ ਹੈ, ਜਿਵੇਂ ਦਿਨ ਟੱਪੀ ਜਾਂਦੇ ਹੈਗੇ। ਮੈਂ ਖੇਤ ਜਾਣਾ ਚਾਹੁੰਦੇ ਹੋ? ਕਹਿੰਦੇ ਜੀ ਹਾਂ ਜੇ ਜਾਵੜਿਆ ਜਾਵੇ ਤਾਂ ਠੀਕ ਹੈਗਾ, ਨਹੀਂ ਤਾਂ ਫਿਰ ਘਰੇ ਬੈਠੇ ਆ। ਮੈਂ ਬਿਮਾਰੀ ਸਾਰੀ ਸਮਝ ਲਈ ਕਿ ਬਾਪੂ ਜੀ ਡਿਪਰਾਈਵ ਹੋ ਗਏ ਸਾਰੀਆਂ ਚੀਜ਼ਾਂ ਤੋਂ। ਮੈਂ ਉਹਨਾਂ ਨੂੰ ਐਡਵਾਈਸ ਕੀਤਾ, ਮੈਂ ਕਿਹਾ ਤੁਸੀਂ ਏਦਾਂ ਕਰੋ, ਦਵਾਈ ਵੀ ਦੇ ਦਿੰਦੇ ਆ ਤੇ ਤੁਸੀਂ ਬਾਪੂ ਜੀ ਨੂੰ ਨਾ ਭਾਵੇਂ ਗੱਡੀ 'ਚ ਬਿਠਾ ਕੇ ਲੈ ਜਾ ਕਰੋ, ਭਾਵੇਂ ਮੋਟਰਸਾਈਕਲ ਤੇ ਲੈ ਜਾ ਕਰੋ, ਇੱਕ ਖੇਤ ਗੇੜਾ ਮਰਵਾ ਲਿਆ ਕਰੋ। ਤੇ ਬਾਪੂ ਜੀ ਨੂੰ ਤੁਸੀਂ ਐਂ ਨਾ ਕਹੋ ਕਿ ਵੀ ਹੁਣ ਤੁਸੀਂ ਇਕੱਲਾ ਪਾਠ ਕਰੀ ਚੱਲੋ, ਗੁਟਕਾ ਤੁਹਾਨੂੰ ਲਿਆ ਦਿੰਦੇ ਆ ਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਤੁਹਾਨੂੰ ਦੋਨੇ ਟਾਈਮ ਬੈਠੇ ਬਿਠਾਏ ਰੋਟੀ ਮਿਲੂਗੀ। ਕਹਿੰਦੇ ਜੀ ਇਹ ਨਾ ਫਾਲਤੂ ਦੀਆਂ ਗੱਲਾਂ ਬਹੁਤ ਕਰਦੇ। ਮੈਂ ਉਹ ਕਿੱਦਾਂ? ਕਹਿੰਦੇ ਜਦੋਂ ਅੰਦਰ ਆਵਾਂਗੇ ਤੇ ਪੁੱਛਦੇ ਆ ਕਿ ਵੀ ਉਹ ਦਵਾਈ ਛਿੜਕਤੀ ਸੀ ਤੇ ਉਹ ਆਪਣਾ ਫਸਲ ਦਾ ਕੀ ਬਣਿਆ, ਉਹ ਮੈਨੂੰ ਐਂ ਦੱਸੋ ਦਵਾਈ ਛਿੜਕਣ ਤੋਂ ਬਾਅਦ ਪੱਤਿਆਂ ਦਾ ਰੰਗ ਕਿਹੋ ਜਿਹਾ? ਕਹਿੰਦਾ ਮੈਂ ਉਹਨਾਂ ਨੂੰ ਕਿਹਾ ਬਾਪੂ ਤੂੰ ਕੀ ਪੱਤਿਆਂ ਦੇ ਰੰਗ ਤੋਂ ਲੈਣਾ, ਤੂੰ ਆਪਦਾ ਆਰਾਮ ਨਾਲ ਬੈਠਾ ਰਹਿ, ਤੈਨੂੰ ਕਿਹਾ ਵੀ ਤੂੰ ਪਾਠ ਕਰਿਆ ਕਰ, ਹੋਰ ਕਰਿਆ ਕਰ। ਮੈਂ ਕਿਹਾ ਨਹੀਂ ਬਿਲਕੁਲ ਗਲਤ ਹੈ, ਬਿਮਾਰੀ ਸਾਰੀ ਇੱਥੇ ਪਈ ਹੈ। ਮੈਂ ਤੁਸੀਂ ਏਦਾਂ ਕਰੋ ਗੱਡੀ ਤੇ ਬਿਠਾ ਕੇ ਬਾਪੂ ਜੀ ਨੂੰ ਖੇਤ ਗੇੜਾ ਮਰਵਾ ਲਿਆ ਕਰੋ ਤੇ ਜੇ ਕਿਸੇ ਦੇ ਦੁੱਖ ਸੁੱਖ ਹੁੰਦਾ ਪਿੰਡ 'ਚ ਤੇ ਉੱਥੇ ਬਾਪੂ ਜੀ ਨੂੰ ਜ਼ਰੂਰ, ਭਾਵੇਂ ਨਹੀਂ ਤੁਰ ਕੇ ਜਾਂਦੇ, ਭਾਵੇਂ ਗੱਡੀ 'ਚ ਲੈ ਜਾ ਕਰੋ, ਜ਼ਰੂਰ ਲੈ ਕੇ ਜਾਇਆ ਕਰੋ, ਦਵਾਈ ਵੀ ਦੇਵਾਂਗੇ ਨਾਲ। ਮੈਂ ਹੋ ਸਕੇ ਤਾਂ ਜੇ ਕੋਈ ਮੰਦਿਰ ਗੁਰਦੁਆਰੇ ਜਾਣ ਦਾ ਇਹਨਾਂ ਨੂੰ ਰਹਿੰਦਾ ਹੈਗਾ ਤੇ ਉੱਥੇ ਵੀ ਗੇੜਾ ਲਵਾ ਕੇ ਲੈ ਕੇ ਆਇਆ ਕਰੋ। ਕੋਈ ਇਹਨਾਂ ਦਾ ਹਾਲ ਚਾਲ ਪੁੱਛੂਗਾ, ਇਹ ਕਿਸੇ ਤੋਂ ਹਾਲ ਚਾਲ ਪੁੱਛਣਗੇ, 10 ਮਿੰਟ ਕੋਈ ਗੱਲਬਾਤ ਕਰਨਗੇ, ਤੁਸੀਂ ਇਹ ਨਾ ਜ਼ਰੂਰ ਕਰਨਾ ਹੈਗਾ। ਤੇ ਤੁਸੀਂ ਇਹ ਨਹੀਂ ਸ਼ੋਅ ਕਰਨਾ ਕਿ ਬਾਪੂ ਹੁਣ ਤੂੰ ਇਹ ਸਾਰਾ ਕੁਝ ਛੱਡ ਦੇ ਤੇ ਤੈਨੂੰ ਇਹ ਸਾਰੇ ਕੁਝ ਦੀ ਲੋੜ ਨਹੀਂ ਹੈਗੀ। ਤੁਸੀਂ ਜਿਹੜਾ ਵੀ ਕੁਝ ਕਰਨਾ ਬਾਪੂ ਨੂੰ ਪੁੱਛ ਕੇ ਕਰੋ ਤੇ ਹਰੇਕ ਗੱਲ ਦੇ ਵਿੱਚ ਬਾਪੂ ਨੂੰ ਨਾਲ ਲਾ ਲਿਆ ਕਰੋ ਗੱਲ ਕਰਨ ਲੱਗੇ। ਏਦਾਂ ਨਹੀਂ ਕਿ ਬਾਪੂ ਨੂੰ ਕਿਤੇ ਸ਼ਮੂਲੀਅਤ ਹੀ ਨਹੀਂ ਕਰਨੀ, ਤਾਂ ਬਾਪੂ ਨੂੰ ਐਂ ਜੇ ਲੱਗੇ ਕਿ ਵੀ ਮੈਂ ਸੰਭਾਲੀ ਜਾਂਦਾ ਸਾਰਾ ਕੁਝ, ਇਹ ਤਾਂ ਸਾਰੇ ਕਮਲੇ ਹੀ ਨੇ, ਜੇ ਮੈਂ ਨਾ ਹੋਵਾਂ ਤਾਂ ਇਹਨਾਂ ਤੋਂ ਸਾਰਾ ਕੁਝ ਸੰਭਲਣਾ ਹੀ ਨਹੀਂ। ਉਹ ਕਹਿੰਦੇ ਚਲੋ ਠੀਕ ਹੈ। ਉਹ ਕਹਿੰਦੇ ਜੀ ਅਸੀਂ ਖੇਤ ਵੀ ਗੇੜਾ ਮਰਵਾ ਲਿਆਉਣੇ ਆ, ਮੇਰੇ ਕੋਲੇ 10-15 ਦਿਨਾਂ ਬਾਅਦ ਆਏ, ਖੇਤ ਵੀ ਗੇੜਾ ਮਰਵਾ ਲਿਆਉਣੇ ਆ, ਅਸੀਂ ਇਹਨਾਂ ਨੂੰ ਪਿੰਡ 'ਚ ਵੀ ਲੈ ਜਾਂਦੇ ਆ, ਕਿਸੇ ਦੇ ਦੁੱਖ ਸੁੱਖ ਹੁੰਦਾ ਉੱਥੇ ਵੀ ਲੈ ਜਾਂਦੇ ਆ, ਇਹ ਖੁਸ਼ ਵੀ ਰਹਿਣ ਲੱਗ ਗਏ ਕਹਿੰਦੇ। ਤਾਂ ਇਹ ਕਹਿੰਦੇ ਹੁਣ ਖੇਤ ਜਾ ਕੇ ਸਾਰਾ ਕੰਮ ਵੀ ਕਰਦੇ ਨੇ
ਮਤਲਬ ਕੰਮ ਕਰਨ ਤੋਂ ਭਾਵ ਕਿ ਦਿਹਾੜੀਆਂ ਨੂੰ ਕਿਸੇ ਨੂੰ ਇੱਧਰ ਲਾ ਲਿਆ, ਕਿਸੇ ਨੂੰ ਇੱਧਰ ਲਾ ਲਿਆ, ਕੰਮ ਕਰਵਾਈ ਜਾਂਦੇ ਨੇ, ਕਿਤੇ ਨਾ ਕਿਤੇ ਰੁੱਝੇ ਰਹਿੰਦੇ ਨੇ, ਕਿਤੇ ਨਾ ਕਿਤੇ ਕਿਤੋਂ ਡੱਕਾ ਚੱਕਤਾ, ਕਿਤੋਂ ਹੋਰ ਚੱਕਤਾ, ਕਿਤੇ ਨਾ ਕਿਤੇ ਇਹਨਾਂ ਨੂੰ ਰੁਝੇਵਾਂ ਚੰਗਾ ਲੱਗਦਾ ਹੈਗਾ। ਤੇ ਹੁਣ ਇਹ ਖੁਦ ਹੀ ਕਹਿੰਦੇ ਨੇ ਕਿ ਮੈਂ ਜਾ ਵੜਦਾ। ਤੁਸੀਂ ਹੈਰਾਨ ਹੋਵੋਗੇ 6 ਮਹੀਨਿਆਂ ਦੇ ਵਿੱਚ ਉਹੀ ਬਜ਼ੁਰਗ ਉਹ ਕਹਿੰਦੇ ਜੀ ਤੁਰ ਕੇ ਆਪੇ ਹੌਲੀ ਹੌਲੀ ਕੁੰਡੀ ਨਾਲ ਇਹ ਕਹਿੰਦੇ ਖੇਤ ਵਗ ਜਾਂਦਾ ਤੇ ਪਸ਼ੂਆਂ ਦੇ ਕਮਰੇ 'ਚ ਜਾ ਕੇ ਪਸ਼ੂਆਂ ਦਾ ਕੰਮ ਕਰਵਾਈ ਜਾਂਦਾ, ਕੋਈ ਕੁਛ ਕਰਵਾਈ ਜਾਂਦਾ, ਕੋਈ ਕੁਛ ਜਦੋਂ ਕਿਸੇ ਦੇ ਦੁੱਖ ਸੁੱਖ ਹੁੰਦਾ, ਕੋਈ ਮਰਗ ਹੁੰਦੀ ਹੈ, ਕੋਈ ਸੁੱਖ ਹੁੰਦਾ, ਮੂਹਰੇ ਜਾ ਕੇ ਬਹਿ ਜਾਂਦਾ ਤੇ ਸਾਰਿਆਂ ਦੀਆਂ ਗੱਲਾਂ ਸੁਣੀ ਜਾਂਦਾ, ਕਿਸੇ ਨੂੰ ਸੁਣਾਈ ਜਾਂਦਾ। ਉਹ ਕਹਿੰਦੇ ਜੀ ਇਹ ਤਾਂ ਬਿਲਕੁਲ ਤਕੜਾ ਹੋ ਗਿਆ। ਉਸ ਗੱਲ ਨੂੰ 6 ਸਾਲ ਹੋ ਗਏ। ਉਹ 6 ਸਾਲ ਤੋਂ ਬਾਪੂ ਮੇਰੇ ਕੋਲੇ ਆ ਰਿਹਾ। ਉਹ ਬੰਦਾ ਰਿਟਾਇਰ ਹੋ ਗਿਆ। ਉਹ ਕਹਿੰਦੇ ਜੀ ਸਾਡੇ ਤਾਂ ਅਸੀਂ ਤਾਂ ਡਾਕਟਰ ਸਾਹਿਬ ਜਦੋਂ ਆਏ ਸੀ ਨਾ ਤੁਹਾਡੇ ਕੋਲੇ ਬਸ ਅਸੀਂ ਆਏ ਸੀਗੇ ਵੀ ਬਾਪੂ ਜੀ ਹੁਣ ਬਾਹਲਾ ਚਿਰ ਤਾਂ ਨਹੀਂ ਕੱਢਦੇ ਤੇ ਬਸ ਵੀ ਡਾਕਟਰ ਕੋਲ ਜਾਣਾ ਤਾਂ ਜ਼ਰੂਰੀ ਹੈ। ਦੇਖੋ ਸੌਂਦੇ ਨਹੀਂ ਸਾਰੀ ਰਾਤ, ਤੰਗ ਹੁੰਦੇ ਨੇ। ਹੁਣ ਕਹਿੰਦੇ ਜੀ ਉਹ ਬਿਨਾਂ ਦਵਾਈ ਤੋਂ ਸੌਂ ਜਾਂਦੇ ਨੇ, ਬਿਨਾਂ ਦਵਾਈ ਤੋਂ ਵਧੀਆ ਖਾਂਦੇ ਪੀਂਦੇ ਨੇ, ਖੇਤ ਵੀ ਜਾਂਦੇ ਨੇ, ਆਪੇ ਹੌਲੀ ਚਲੇ ਜਾਂਦੇ ਨੇ, ਨਹੀਂ ਤਾਂ ਅਸੀਂ ਗੱਡੀ ਦੇ ਵਿੱਚ ਲੈ ਜਾਂਦੇ ਹਾਂ। ਸੋ ਇਸ ਲਈ ਜਿਹੜੀ ਇਹ ਡਰਾਸਟਿਕ ਚੇਂਜ ਹੈਗੀ ਨਾ ਇਹ ਸੋਸਾਇਟੀ ਦੇ ਵਿੱਚ ਅਸੀਂ ਬਜ਼ੁਰਗਾਂ ਨੂੰ ਵਿਹਲੇ ਬਿਠਾਤਾ, ਅਸੀਂ ਖੁਦ ਵੀ ਵਿਹਲੇ ਹੋ ਗਏ ਤਾਂ ਸਾਡੀ ਇੰਟਰੈਕਸ਼ਨ ਵੀ ਲੋਕਾਂ ਦੇ ਨਾਲ ਬੰਦ ਹੋ ਗਈ। ਤਾਂ ਇਸ ਕਰਕੇ ਕਿਤੇ ਨਾ ਕਿਤੇ ਇਹ ਮਾਨਸਿਕ ਬਿਮਾਰੀਆਂ ਦਾ ਮੇਨ ਕਾਰਨ ਹੈ। ਦੂਸਰਾ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਕਾਰਨ ਦੀ, ਮੈਂਟਲ ਹਾਈਜੀਨ। ਅਸੀਂ ਹਾਈਜੀਨ ਦੀ ਬੜੀ ਗੱਲ ਕਰਦੇ ਹਾਂ। ਹਾਈਜੀਨ ਤੋਂ ਤੁਹਾਨੂੰ ਪਤਾ ਹੀ ਹੈਗਾ ਕਿ ਕੀ ਅਸੀਂ ਜਿਹੜਾ ਭੋਜਨ ਖਾਂਦੇ ਹਾਂ ਜੇ ਤਾਂ ਉਹ ਸਾਫ਼ ਸੁਥਰਾ ਹੈ ਤਾਂ ਉਹ ਹਾਈਜੀਨਿਕ ਹੈ, ਜੋ ਨਹੀਂ ਸਾਫ਼ ਸੁਥਰਾ ਗੰਦਾ ਮੰਦਾ ਰੇਹੜੀਆਂ ਵਾਲਾ ਹੈ ਤਾਂ ਅਸੀਂ ਉਹਨੂੰ ਹਾਈਜੀਨਿਕ ਕਹਿ ਦਿੰਦੇ ਹਾਂ। ਅਸੀਂ ਇਹ ਗੱਲ ਕਰਦੇ ਹਾਂ ਕਿ ਜੇ ਪੇਟ ਦੀਆਂ ਬਿਮਾਰੀਆਂ ਤੋਂ ਬਚਣਾ ਹੈ, ਸਰੀਰਕ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਹਾਈਜੀਨਿਕ ਫੂਡ ਹੀ ਲੈਣਾ ਚਾਹੀਦਾ ਹੈ, ਸਾਨੂੰ ਅਨਹਾਈਜੀਨਿਕ ਫੂਡ ਨਹੀਂ ਲੈਣਾ ਚਾਹੀਦਾ। ਬਿਲਕੁਲ ਸੇਮ ਇਸੇ ਤਰੀਕੇ ਦੇ ਨਾਲ ਅਸੀਂ ਗੱਲ ਕਰਦੇ ਹਾਂ ਮੈਂਟਲ ਹਾਈਜੀਨ ਦੀ। ਮੈਂਟਲ ਹਾਈਜੀਨ ਤੋਂ ਮਤਲਬ ਹੈ ਅਸੀਂ ਦੋ ਤਰ੍ਹਾਂ ਦੇ ਭੋਜਨ ਦੀ, ਸਾਨੂੰ 2 ਤਰ੍ਹਾਂ ਦੀ ਡਾਈਟ ਦੀ ਸਾਨੂੰ ਲੋੜ ਹੁੰਦੀ ਹੈ। ਇੱਕ ਉਹ ਕਿ ਜਿਹੜੀ ਅਸੀਂ ਮੂੰਹ ਰਾਹੀਂ ਖਾਂਦੇ ਹਾਂ ਕਿ ਜਿਹੜੀ ਸਾਡੇ ਪੇਟ ਦੇ ਵਿੱਚ ਜਾਂਦੀ ਹੈ, ਜਿਹੜੀ ਸਾਨੂੰ ਬਿਮਾਰ ਕਰਦੀ ਹੈ ਜਾਂ ਸਾਨੂੰ ਤਕੜਾ ਕਰਦੀ ਹੈ ਜਾਂ ਸਾਡੇ ਅੰਦਰ ਵਿਟਾਮਿਨ ਬਣਾਉਂਦੀ ਹੈ, ਪ੍ਰੋਟੀਨ ਬਣਾਉਂਦੀ ਹੈ, ਜਿਹਦੇ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ। ਇਸੇ ਤਰੀਕੇ ਦੇ ਨਾਲ ਪੇਟ ਦੇ ਵਿੱਚ, ਜਿਵੇਂ ਪੇਟ ਦੇ ਵਿੱਚ ਹੈ, ਇਸੇ ਤਰੀਕੇ ਦੇ ਨਾਲ ਦਿਮਾਗ ਦੇ ਵਿੱਚ ਉਹ ਚੀਜ਼ ਨਹੀਂ ਜਿਹੜੀ ਅਸੀਂ ਮੂੰਹ ਰਾਹੀਂ ਖਾਂਦੇ ਹਾਂ। ਮੂੰਹ ਰਾਹੀਂ ਤੋਂ ਬਿਨਾਂ ਵੀ ਜਿਹੜੀਆਂ ਚੀਜ਼ਾਂ ਅੱਖਾਂ ਰਾਹੀਂ ਸਾਡੇ ਅੰਦਰ ਜਾਂਦੀਆਂ, ਜਿਹੜੀਆਂ ਚੀਜ਼ਾਂ ਕੰਨਾਂ ਰਾਹੀਂ ਸਾਡੇ ਅੰਦਰ ਜਾਂਦੀਆਂ, ਉਹ ਚੀਜ਼ਾਂ ਹਾਈਜੀਨਿਕ ਨੇ ਕਿ ਨਾਨ ਹਾਈਜੀਨਿਕ ਨੇ। ਜੇ ਤਾਂ ਉਹ ਹਾਈਜੀਨਿਕ ਨੇ ਤਾਂ ਸਾਡੇ ਅੰਦਰ ਚੰਗੇ ਵਿਚਾਰ ਪੈਦਾ ਹੋਣਗੇ, ਸਾਡੀ ਪਰਸਨੈਲਿਟੀ ਡਿਵੈਲਪ ਹੋਊਗੀ, ਮਾਨਸਿਕ ਰੋਗਾਂ ਤੋਂ ਲੜਨ ਵਾਸਤੇ ਸਾਨੂੰ ਸ਼ਕਤੀ ਮਿਲੂਗੀ, ਸਟ੍ਰੈਸ ਟੈਨਸ਼ਨਾਂ ਤੋਂ ਕਿਵੇਂ ਬਚਣਾ ਹੈ ਸਾਨੂੰ ਉਹ ਚੀਜ਼ ਕੰਮ ਦੇਊਗੀ। ਜੇ ਉਹ ਅਨਹਾਈਜੀਨਿਕ ਹੈ ਤਾਂ ਸਾਨੂੰ ਉਹੀ ਚੀਜ਼ ਬਿਮਾਰ ਕਰੂਗੀ, ਉਹੀ ਸਾਡਾ ਸਟ੍ਰੈਸ ਵਧਾਊਗੀ, ਉਹੀ ਟੈਨਸ਼ਨਾਂ ਵਧਾਊਗੀ। ਸੋ ਇਸ ਲਈ ਅਸੀਂ ਬੱਚਿਆਂ ਤੇ ਖਾਸ ਕਰਕੇ ਧਿਆਨ ਰੱਖੀਏ ਤੇ ਅਸੀਂ ਖੁਦ ਵੀ ਕਿ ਜਿਹੜਾ ਸਾਡੇ ਕੰਨਾਂ ਰਾਹੀਂ ਅੰਦਰ ਜਾ ਰਿਹਾ ਹੈ, ਜਿਹੜਾ ਸਾਡੇ ਅੱਖਾਂ ਰਾਹੀਂ ਅੰਦਰ ਜਾ ਰਿਹਾ ਹੈ ਮਟੀਰੀਅਲ, ਅਸੀਂ ਕੀ ਦੇਖ ਰਹੇ ਹਾਂ, ਕਿਸ ਤਰ੍ਹਾਂ ਦਾ ਅਸੀਂ ਲਿਟਰੇਚਰ ਪੜ੍ਹ ਰਹੇ ਹਾਂ, ਕਿਸ ਤਰ੍ਹਾਂ ਦੀਆਂ ਅਸੀਂ ਅਖਬਾਰਾਂ ਪੜ੍ਹ ਰਹੇ ਹਾਂ, ਕਿਸ ਤਰ੍ਹਾਂ ਦੀਆਂ ਅਸੀਂ ਮੂਵੀਜ਼ ਦੇਖ ਰਹੇ ਹਾਂ, ਵੀਡੀਓਜ਼ ਦੇਖ ਰਹੇ ਹਾਂ, ਫਿਲਮਾਂ ਦੇਖ ਰਹੇ ਹਾਂ ਤੇ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਅਸੀਂ ਵਿਚਰ ਰਹੇ ਹਾਂ। ਜੇ ਤਾਂ ਉੱਥੋਂ ਹਾਈਜੀਨਿਕ ਵਿਚਾਰ ਪੈਦਾ ਹੁੰਦੇ ਨੇ ਤਾਂ ਅਸੀਂ ਉਹਨੂੰ ਹਾਈਜੀਨਿਕ ਡਾਈਟ ਕਹਿੰਦੇ ਹਾਂ, ਮੈਂਟਲ ਹਾਈਜੀਨ। ਤੇ ਜੇ ਉਹ ਅਨਹਾਈਜੀਨਿਕ ਹੈ, ਅਸੀਂ ਕੋਈ ਏਦਾਂ ਦਾ ਮਟੀਰੀਅਲ ਦੇਖਦੇ ਹਾਂ, ਪੜ੍ਹਦੇ ਹਾਂ ਜਿਹੜਾ ਸਾਡਾ ਦਿਮਾਗ ਖਰਾਬ ਕਰੇ। ਬਹੁਤੇ ਮਰੀਜ਼ ਸਾਡੇ ਕੋਲ ਇਹੋ ਜਿਹੇ ਆਉਂਦੇ ਨੇ, ਅਨਹਾਈਜੀਨਿਕ ਮੈਂ ਗੱਲ ਕਰ ਰਿਹਾ ਕਿ ਜਿਹੜੇ ਬਿਮਾਰੀ ਮਾਨਸਿਕ ਹੁੰਦੀ ਹੈ ਤਾਂ ਅਸੀਂ ਉਹਨੂੰ ਪੁੱਛਦੇ ਹਾਂ ਵੀ ਕੋਈ ਇਹ ਤੋਂ ਪਹਿਲਾਂ ਇਲਾਜ, ਉਹ ਕਹਿੰਦੇ ਜੀ ਸਾਨੂੰ ਤਾਂ 5 ਸਾਲ ਹੋ ਗਏ ਲੱਗਿਆ ਨੂੰ, ਅਸੀਂ ਕੋਈ ਇਲਾਜ ਵਾਲੀ ਕਸਰ ਨਹੀਂ ਛੱਡੀ। ਮੈਂ ਕਿੱਥੇ ਗਏ, ਅਸੀਂ ਜੀ ਪਹਿਲਾਂ ਤਾਂ ਵੱਡੇ ਨਾਮ ਲੈਂਦੇ, ਅਸੀਂ ਜੀ ਵਡਭਾਗ ਸਿੰਘ ਦੇ ਡੇਰੇ ਤੇ ਵੀ ਜਾਏ, ਅਸੀਂ ਜੀ ਮਹਿੰਦੀਪੁਰ ਵੀ ਜਾਏ, ਅਸੀਂ ਸਾਲਾਸਰ ਵੀ ਜਾਏ ਤੇ ਅਸੀਂ ਕੋਈ ਚੇਲਾ ਚੱਪੜਾ ਇੱਥੇ ਸਾਧੂ ਸੰਤ ਛੱਡਿਆ ਨਹੀਂ। ਮੈਂ ਕਿਹਾ ਇਹ ਤਾਂ ਬਿਮਾਰੀ ਹੈ ਇੱਕ, ਨਹੀਂ ਉਹ ਹੈ ਤਾਂ ਬਿਮਾਰੀ ਜੀ, ਪਰ ਸਾਨੂੰ ਇਹ ਹੁੰਦਾ ਹੈਗਾ ਵੀ ਇਹ ਕੋਈ ਕਸਰ ਨਾ ਹੋਵੇ, ਇਹ ਕੋਈ ਭੂਤ ਪ੍ਰੇਤ ਨਾ ਚੁੰਬੜਿਆ ਹੋਵੇ। ਮਤਲਬ ਇਹ ਸਾਰੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਕਿੱਥੋਂ ਆਈਆਂ? ਇਹਨੂੰ ਅਸੀਂ ਮੈਂਟਲ ਅਨਹਾਈਜੀਨ ਕਹਿੰਦੇ ਹਾਂ ਕਿ ਸਾਡੇ ਅੰਦਰ ਬਚਪਨ ਤੋਂ ਹੀ ਐਸੇ ਵਿਚਾਰ ਭਰੇ ਜਾਂਦੇ ਆ ਕਿ ਜਿਹੜੇ ਸਾਨੂੰ ਮਾਨਸਿਕ ਬਿਮਾਰੀ ਦੇ ਲਈ ਪ੍ਰੋਨ ਟੂ ਕਰ ਦਿੰਦੇ ਨੇ, ਜਿਹਦੇ ਨਾਲ ਜਦੋਂ ਵੀ ਅਸੀਂ ਕੋਈ ਐਸੇ ਸਰਕਮਸਟੈਂਸਸ ਫੇਸ ਕਰਦੇ ਹਾਂ ਤੇ ਅਸੀਂ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ। ਤੇ ਉਹ ਮਾਨਸਿਕ ਬਿਮਾਰੀ ਦਾ ਇਲਾਜ ਵੀ ਅਸੀਂ ਕੁਝ ਐਸਾ ਹੀ ਕਰਦੇ ਹਾਂ ਕਿ ਜਿਹੜਾ ਠੀਕ ਨਹੀਂ ਹੁੰਦਾ।
ਜਿਹੜਾ ਬਿਮਾਰੀ ਨੂੰ ਹੋਰ ਜ਼ਿਆਦਾ ਵਧਾਉਣ ਵਾਲਾ ਹੁੰਦਾ ਹੈ। ਇਸੇ ਤਰੀਕੇ ਨਾਲ ਕਿੰਨੀਆਂ ਹੀ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਮੈਂਟਲ ਅਨਹਾਈਜੀਨ ਦੇ ਅੰਡਰ ਆਉਂਦੀਆਂ ਤੇ ਮੈਂਟਲ ਹਾਈਜੀਨ ਦੇ ਅੰਡਰ ਆਉਂਦੀਆਂ, ਜਿਨ੍ਹਾਂ ਤੋਂ ਅਸੀਂ ਬਚ ਕੇ ਰਹਿ ਸਕਦੇ ਹਾਂ, ਜਿਨ੍ਹਾਂ ਦੇ ਨਾਲ ਅਸੀਂ ਮੈਂਟਲੀ ਹੈਲਦੀ ਆਪਣੇ ਆਪ ਨੂੰ ਰੱਖ ਸਕਦੇ ਹਾਂ। ਅਸੀਂ ਆਪਣੇ ਆਪ ਦੇ ਲਈ, ਆਪਣੇ ਇੰਜੋਇਮੈਂਟ ਦੇ ਲਈ ਕੋਈ ਵੀ ਸਮਾਂ ਨਹੀਂ ਰੱਖਿਆ। ਤੇ ਕੁਝ ਲੋਕ ਐਸੇ ਵੀ ਹੁੰਦੇ ਨੇ, ਕੁਝ ਲੋਕ ਤਾਂ ਐਸੇ ਹੁੰਦੇ ਨੇ ਜਿਹੜੇ ਕਿਸੇ ਦੀਆਂ ਖੁਸ਼ੀਆਂ ਦੇ ਵਿੱਚੋਂ ਖੁਸ਼ੀਆਂ ਲੱਭ ਲੈਂਦੇ ਨੇ, ਤੇ ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਕਦੇ ਵੀ। ਉਹਨਾਂ ਦਾ ਐਟੀਟਿਊਡ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਉਹਨਾਂ ਨੇ ਖੁਸ਼ ਹੋਣਾ ਹੀ ਨਹੀਂ ਹੁੰਦਾ। ਤੁਸੀਂ ਉਹਨਾਂ ਨੂੰ ਚੁਟਕਲਾ ਵੀ ਸੁਣਾਓ, ਉਹ ਫਿਰ ਵੀ ਨਹੀਂ ਹੱਸਣਗੇ, ਉਹ ਚੁੱਪ ਕਰਕੇ ਉਦਾਂ ਹੀ ਸੀਰੀਅਸ ਬੈਠੇ ਰਹਿਣਗੇ। ਤੁਸੀਂ ਉਹਨਾਂ ਨੂੰ ਕੋਈ ਹਸਾਉਣ ਵਾਲੀ ਗੱਲ ਵੀ ਕਰੋ, ਉਹ ਪਤਾ ਨਹੀਂ ਇਹ ਸ਼ਾਇਦ ਇੱਕ ਕਲਚਰਲ ਇਫੈਕਟ ਹੈ ਕਿ ਜੇ ਅਸੀਂ ਖੁੱਲ੍ਹ ਕੇ ਹੱਸਦੇ ਹਾਂ ਤਾਂ ਸਾਨੂੰ ਅਸੀਂ ਅਨਕਲਚਰਡ ਜਿਹੇ ਲੱਗਦੇ ਹਾਂ, ਸਾਨੂੰ ਐਂ ਜਿਹਾ ਲੱਗਦਾ ਵੀ ਦੇਸੀ ਜਿਹੇ ਉੱਚੀ ਉੱਚੀ ਹੱਸੀ ਜਾਂਦੇ ਸੀ। ਤਾਂ ਤੁਸੀਂ ਉਹਨਾਂ ਨੂੰ ਕਿਤੇ ਵਿਆਹ ਤੇ ਵੀ ਲੈ ਜਾਓ, ਉਹ ਵਿਆਹ ਤੇ ਜਾ ਕੇ ਵੀ ਖੁਸ਼ ਨਹੀਂ ਹੋਣਗੇ। ਤੁਸੀਂ ਉਹਨਾਂ ਨੂੰ ਖਿੱਚ ਕੇ ਸਟੇਜ ਤੇ ਲੈ ਜਾਓ ਵੀ ਆ ਜਾ ਨੱਚੀਏ, ਤਾਂ ਉੱਥੇ ਜਾ ਕੇ ਵੀ ਤੁਸੀਂ ਨੱਚਣ ਲੱਗ ਜਾਓਗੇ। ਉਹ ਸਾਈਡ ਤੇ ਖੜ ਕੇ ਗਿੱਧਾ ਜਿਹਾ ਪਾ ਕੇ ਉਹ ਚੁੱਪ ਕਰਕੇ ਉੱਥੇ ਜਾ ਕੇ ਫਿਰ ਬਹਿ ਜਾਣਗੇ। ਮਤਲਬ ਉਹਨਾਂ ਨੂੰ ਤੁਸੀਂ ਖੁਸ਼ ਕਰ ਹੀ ਨਹੀਂ ਸਕਦੇ। ਇਹ ਸਾਰੀ ਦੀ ਸਾਰੀ ਜਿਹੜੀ ਬ੍ਰੇਨ ਦੀ ਬਿਮਾਰੀਆਂ ਦੀ, ਟੈਨਸ਼ਨ ਦੀ, ਮੈਂ ਬਿਮਾਰੀਆਂ ਜਾਣਬੁੱਝ ਕੇ ਦਿਲ ਨਹੀਂ ਰਿਹਾ ਕਿਉਂਕਿ ਮਾਹੌਲ ਨਹੀਂ ਹੈਗਾ ਉਸ ਤਰ੍ਹਾਂ ਦਾ, ਪਰ ਇਹ ਸਾਰੀ ਦੀ ਸਾਰੀ ਜਿਹੜੀ ਖੇਡ ਹੈਗੀ ਇਹ ਕੁਝ ਹਾਰਮੋਨਸ ਦੀ ਖੇਡ ਹੈ। ਬ੍ਰੇਨ ਦੇ ਵਿੱਚ ਕੁਝ ਹਾਰਮੋਨਸ ਬਣਦੇ ਨੇ ਜਿਨ੍ਹਾਂ ਨੂੰ ਅਸੀਂ ਐਂਡੋਰਫਿਨਸ ਕਹਿੰਦੇ ਹਾਂ, ਪੋਜ਼ਿਟਿਵ ਹਾਰਮੋਨਸ, ਐਂ ਕਹਿ ਲਓ ਹੈਪੀ ਹਾਰਮੋਨਸ। ਉਹ ਹਾਰਮੋਨਸ ਕਿਸ ਤਰ੍ਹਾਂ ਬਣਦੇ ਨੇ, ਉਹਨਾਂ ਨੂੰ ਕਿਵੇਂ ਵਧਾਇਆ ਜਾ ਸਕਦਾ, ਉਹ ਦਵਾਈਆਂ ਦਾ ਕੰਮ ਕਰਦੇ ਨੇ। ਦਵਾਈਆਂ ਨੇ ਵੀ ਉਹੀ ਕੰਮ ਕਰਨਾ ਹੈ। ਜੇ ਸਾਡੇ ਕੋਲ ਇੱਕ ਸਟ੍ਰੈਸ ਦਾ ਮਰੀਜ਼ ਆਇਆ, ਇੱਕ ਟੈਨਸ਼ਨ ਦਾ ਮਰੀਜ਼ ਆਇਆ, ਇੱਕ ਡਿਪਰੈਸ਼ਨ ਦਾ ਮਰੀਜ਼ ਆਇਆ, ਤਾਂ ਡਾਕਟਰ ਉਹਨੂੰ ਕੁਝ ਦਵਾਈਆਂ ਦਿੰਦਾ ਹੈਗਾ, ਤਾਂ ਉਹ ਕੁਝ ਹਾਰਮੋਨਲ ਚੇਂਜਸ ਹੀ ਉਹ ਦਵਾਈਆਂ ਕਰਦੀਆਂ ਹੈਗੀਆਂ ਦਿਮਾਗ ਦੇ ਵਿੱਚ। ਤੇ ਉੱਦਾਂ ਦੀਆਂ ਹਾਰਮੋਨਲ ਚੇਂਜਸ ਅਸੀਂ ਵੈਸੇ ਹੀ ਕਰ ਸਕਦੇ ਹਾਂ। ਜੇ ਅਸੀਂ ਖੁਸ਼ ਹੁੰਦੇ ਹਾਂ, ਜੇ ਅਸੀਂ ਹੱਸਦੇ ਹਾਂ, ਜੇ ਅਸੀਂ ਠਾਕੇ ਮਾਰ ਕੇ ਹੱਸਦੇ ਹਾਂ, ਤਾਂ ਸਾਡੇ ਅੰਦਰ ਕੁਝ ਹਾਰਮੋਨਸ ਬਣਦੇ ਨੇ, ਐਂਡੋਰਫਿਨਸ ਬਣਦੇ ਨੇ, ਤੇ ਉਹ ਹਾਰਮੋਨਸ ਉਨਾ ਹੀ ਕੰਮ ਕਰਦੇ ਨੇ ਜਿੰਨਾ ਕਿ ਦਵਾਈਆਂ ਕੰਮ ਕਰਦੀਆਂ ਨੇ। ਉਹਨਾਂ ਹਾਰਮੋਨਸ ਨੂੰ ਅਸੀਂ ਵਧਾ ਵੀ ਸਕਦੇ ਹਾਂ, ਉਹਨਾਂ ਹਾਰਮੋਨਸ ਨੂੰ ਅਸੀਂ ਘਟਾ ਵੀ ਸਕਦੇ ਹਾਂ। ਤਾਂ ਇਹ ਇੱਕ ਹੋਰ ਅਨੋਖੀ ਗੱਲ ਕਿ ਜੇ ਅਸੀਂ ਆਰਟੀਫਿਸ਼ੀਅਲੀ ਖੁਸ਼ੀ ਮਨਾਉਂਦੇ ਹਾਂ, ਜੇ ਅਸੀਂ ਜਾਣਬੁੱਝ ਕੇ ਹੱਸਦੇ ਹਾਂ, ਅਸੀਂ ਜਾਲੀ ਹੱਸਦੇ ਹਾਂ, ਤਾਂ ਬ੍ਰੇਨ ਨੂੰ ਨਹੀਂ ਪਤਾ ਕਿ ਅਸੀਂ ਜਾਲੀ ਹੱਸ ਰਹੇ ਹਾਂ। ਹਾਰਮੋਨਸ ਉਹੀ ਬਣਨੇ ਨੇ। ਸੋ ਇਹਨਾਂ ਹਾਰਮੋਨਸ ਨੂੰ ਹੋਰ ਵਧਾਇਆ ਜਾ ਸਕਦਾ ਹੈ। ਤਾਂ ਇਦਾਂ ਦੇ ਜਿਹੜੇ ਤੁਹਾਡੇ ਅੱਜ ਤੁਸੀਂ ਇੰਟਰੈਕਸ਼ਨਲ ਪ੍ਰੋਗਰਾਮ ਰੱਖਿਆ ਹੈਗਾ, ਤਾਂ ਇਹ ਇੱਕ ਉਸੇ ਦੀ ਕੜੀ ਦੇ ਵਿੱਚੋਂ ਹੈਗਾ। ਅਸੀਂ ਤਾਂ ਕਹਿੰਦੇ ਹਾਂ ਜੇ ਇਦਾਂ ਦੇ ਪ੍ਰੋਗਰਾਮ ਰੋਜ਼ ਹੋਣ ਤੇ ਲੋਕੀ ਇਦਾਂ ਦੇ ਗਰੁੱਪ ਬਣਾ ਕੇ ਫੈਮਿਲੀ ਮੀਟ, ਫੈਮਿਲੀ ਗੈਟ ਟੂਗੈਦਰ ਇਦਾਂ ਦਾ ਰੱਖਿਆ ਜਾਵੇ, ਤਾਂ ਇਹ ਕਿਤੇ ਸਾਨੂੰ ਹੋਰ ਵੀ ਮੈਂਟਲੀ ਹੈਲਦੀ ਬਣਾ ਸਕਦਾ। ਇਹੀ ਸੀ ਮੇਰੇ ਕੋਲ। ਤਾਂ ਇਸ ਤੋਂ ਬਿਨਾਂ ਮੈਂ ਗੁਜ਼ਾਰਿਸ਼ ਕਰਨੀ ਚਾਹੂੰਗਾ ਕਿ ਅਸੀਂ ਮਾਨਸਿਕ ਰੋਗਾਂ ਦੇ ਇੱਕ ਹਸਪਤਾਲ ਚਲਾ ਰਹੇ ਹਾਂ। ਬਾਈ ਚਾਂਸ ਕਿਸੇ ਨੂੰ ਲੋੜ ਹੋਵੇ ਜਾਂ ਕਿਸੇ ਨੂੰ ਕੋਈ ਐਸਾ ਗਰੀਬ ਮਰੀਜ਼ ਮਿਲੇ, ਅਸੀਂ ਵੀ ਰਿਟਾਇਰਡ ਜੀ ਲਾਈਫ ਜੀ ਰਹੇ ਹਾਂ, ਤਾਂ ਇੱਕ ਚੈਰੀਟੇਬਲ ਜਿਹਾ ਹਸਪਤਾਲ ਚਲਾ ਰਹੇ ਹਾਂ। ਕੋਈ ਤੁਹਾਡੇ ਕੋਲ ਪੂਅਰ ਪੇਸ਼ੈਂਟ ਹੋਵੇ, ਕੋਈ ਗਰੀਬ ਮਰੀਜ਼ ਹੋਵੇ ਜਿਹੜਾ ਇਲਾਜ ਤੇ ਖਰਚਾ ਨਹੀਂ ਕਰ ਸਕਦਾ, ਸਾਡੀਆਂ ਸੇਵਾਵਾਂ ਦੀ ਕਿਸੇ ਤਰੀਕੇ ਦੀ ਲੋੜ ਹੋਵੇ, ਤਾਂ ਤੁਸੀਂ ਉਹ ਰੈਫਰ ਕਰ ਸਕਦੇ ਹੋ। ਪਹਿਲਾਂ ਵੀ ਇਹ ਕੇਵਲ ਜਿੱਦਾਂ ਜੀ ਤਾਂ ਜਾਣਦੇ ਨੇ, ਇਹ ਬਹੁਤ ਸਾਰੇ ਪੇਸ਼ੈਂਟ ਮੇਰੇ ਕੋਲ ਇਦਾਂ ਦੇ ਭੇਜਦੇ ਵੀ ਰਹਿੰਦੇ ਨੇ, ਹੋਰ ਵੀ ਸੰਸਥਾਵਾਂ ਵੱਲ ਵੀ ਭੇਜਦੇ ਰਹਿੰਦੇ ਨੇ ਕਿ ਜੇ ਕੋਈ ਤੁਹਾਡੇ ਕੋਲ ਇਦਾਂ ਦਾ ਪੇਸ਼ੈਂਟ ਹੈਗਾ ਜਿਹੜਾ ਅਫੋਰਡ ਨਹੀਂ ਕਰਦਾ, ਤੇ ਅਸੀਂ ਉਹਦੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਸਾਡੇ ਕੋਲੇ ਆਵੇ ਤਾਂ ਉਹਦੇ ਕੋਲੇ ਪੈਸੇ ਹੈ ਤਾਂ ਵੀ ਠੀਕ ਹੈ, ਜੇ ਨਹੀਂ ਹੈ ਤਾਂ ਵੀ ਉਹਦੀ ਮਦਦ ਕੀਤੀ ਜਾ ਸਕੇ। ਤਾਂ ਤੁਸੀਂ ਉੱਦਾਂ ਦੇ ਪੇਸ਼ੈਂਟ ਕੋਈ ਕਿਸੇ ਵੀ ਤਰ੍ਹਾਂ ਦੀਆਂ ਸਾਡੀਆਂ ਸੇਵਾਵਾਂ ਦੀ ਲੋੜ ਹੈਗੀ ਤਾਂ ਤੁਸੀਂ ਲੈ ਸਕਦੇ ਹੋ। ਮੈਨੂੰ ਤੁਸੀਂ ਇੱਥੇ ਆਉਣ ਦਾ ਮੌਕਾ ਦਿੱਤਾ, ਤੁਹਾਡੇ ਨਾਲ ਇੰਟਰੈਕਟ ਹੋਣ ਦਾ, ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਸੱਚਮੁੱਚ ਮੈਂ ਇੱਥੇ ਆ ਕੇ ਇੰਜੋਏ ਕੀਤਾ। ਇਹ ਗੀਤ ਬਹੁਤ ਹੀ ਸੁੰਦਰ ਗੀਤ ਸੀ, ਬਹੁਤ ਮਨ ਨੂੰ ਖੁਸ਼ ਕਰਨ ਵਾਲਾ ਗੀਤ ਸੀ। ਇਦਾਂ ਦੇ ਹੋਰ ਵੀ ਤੁਹਾਡੇ ਪ੍ਰੋਗਰਾਮ ਹੋਣਗੇ। ਮੈਨੂੰ ਤੁਸੀਂ ਮੌਕਾ ਦਿੱਤਾ, ਬੇਹੱਦ ਧੰਨਵਾਦੀ ਹਾਂ ਤੁਹਾਡਾ। ਥੈਂਕ ਯੂ, ਮਿਹਰਬਾਨੀ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਆਪਣੇ ਵਿਸ਼ੇ ਦੇ ਵਿੱਚ PhD ਕੀਤੀ ਇਹਨਾਂ ਨੇ, ਇਸ ਵਿਸ਼ੇ ਦੇ ਉੱਤੇ ਬਹੁਤ ਬਹੁਤ ਵਧੀਆ, ਬਹੁਤ ਹੀ ਕੀਮਤੀ ਗੱਲਾਂ ਇਹਨਾਂ ਨੇ ਦੱਸੀਆਂ। ਗੱਲ ਫਿਰ ਉੱਥੇ ਹੀ ਆ ਜਾਂਦੀ ਆ ਵੀ ਅਸੀਂ ਇਕੱਠੇ ਹੋਈਏ ਤੇ ਸਾਡਾ ਜਿਹੜਾ ਦੁੱਖ ਸੁੱਖ, ਚਾਹੇ ਉਹਨੂੰ ਡਾਕਟਰ ਸਾਹਿਬ ਨੇ ਚੁਗਲੀਆਂ ਦਾ ਰੂਪ, ਚਾਹੇ ਗੈਟ ਟੂਗੈਦਰ ਦਾ, ਉਹਨੂੰ ਥੋੜ੍ਹਾ ਜਿਹਾ ਅਸੀਂ ਮਾਡਰਨ ਨਾਂ ਰੱਖਦਾ ਗੈਟ ਟੂਗੈਦਰ, ਗੱਲ ਤਾਂ ਉਹੀ ਹੁੰਦੀ ਆ ਵਿੱਚੋਂ। ਇਸ ਕਰਕੇ ਇਹ ਬਹੁਤ ਜ਼ਰੂਰੀ ਆ। ਮੈਂ ਡਾਕਟਰ ਸਾਹਿਬ ਕਿੰਨੇ ਲਾਸਟ ਕਿੰਨੇ ਆਪਣੇ ਮੈਂਬਰ ਨਾ 50 ਤੱਕ ਹੋ ਗਏ। ਇੱਕ ਲਿਆਇਓ ਉਹ, ਇੱਕ ਆਪਾਂ ਲੱਕੀ ਦਾ ਤੁਹਾਨੂੰ ਦਿੱਤੇ ਆ, ਆਪਣੇ ਆਪਣੇ ਜੇਬ 'ਚ ਹੱਥ ਮਾਰੋ ਵੀ ਪਿਆ ਉਹ ਟੋਕਨ, ਇੱਕ ਲੱਕੀ ਡਰਾ। ਉਸ ਤੋਂ ਬਾਅਦ ਫਿਰ ਤੰਬੋਲੇ ਦੀ ਇੱਕ ਗੇਮ ਫਟਾਫਟ ਲਵਾਉਣੀ ਹੈ। ਉਹ ਲਓ ਡਾਕਟਰ ਸਾਹਿਬ, ਉਹ ਬਾਉਲ ਲਓ।
ਜੌਨ ਡਾਇਰੈਕਟਰ ਐਗਰੀਕਲਚਰ, ਮੰਚ ਤੇ ਵਿਰਾਜਮਾਨ ਸੀਨੀਅਰ ਅਧਿਕਾਰੀ ਤੇ ਹੋਰ ਸਾਰੇ ਟੈਕਨੀਕਲ ਸਾਥੀਓ, ਪਰਿਵਾਰ ਨਾਲ ਵਾਲੇ ਪਰਿਵਾਰਕ ਮੈਂਬਰ, ਬੱਚੇ, ਸਾਰਿਆਂ ਨੂੰ ਜੀ ਆਇਆਂ। ਵੈਸੇ ਮੈਨੂੰ ਅਦਾਸ਼ਾ ਨੇ ਬੁਲਾ ਲਿਆ, ਮੈਨੂੰ ਉਹਦਾ ਕੁਛ ਹੈ ਨਹੀਂ ਗਾ। ਬੋਲੀਆਂ ਹੀ ਪੈਂਦੀਆਂ ਨਹੀਂ, ਉਹ ਬੋਲੀਆਂ ਫਿਰ ਕਿੱਥੇ ਪੈਂਦੀਆਂ ਹੁੰਦੀਆਂ। ਉਹ ਪਹਿਲੇ ਦਿਨ ਦੀ ਰੀਤ ਪੁਰਾਣੀ, ਮੇਲਣ ਅਸੀਂ ਲਟਾਉਂਦੇ ਇਹ ਵੀ ਕੁੜੀਆਂ ਵਰਗੇ ਸਾਡੇ ਮੁੰਡੇ, ਮੰਦੀ ਵਿੱਕੀ ਬੋਲੀ ਨੂੰ ਸਹਿ ਲੋਕ ਨਹੀਂ ਪਾਉਂਦੇ। 4 ਘੜੀਆਂ ਦਾ ਦਰਸ਼ਨ ਮੇਲਾ ਆਦਰ ਨਾਲ ਬੁਲਾਉਂਦੇ ਇਹ ਦਿਨ ਸਗਨਾਂ ਦੇ, ਰੋਜ਼ ਨਹੀਂ ਆਉਂਦੇ ਇਹ ਦਿਨ ਸਗਨਾਂ ਦੇ, ਰੋਜ਼ ਨਹੀਂ ਆਉਂਦੇ ਇਹ ਦਿਨ ਸਗਨਾਂ ਦੇ। ਨਾਲੇ ਹੂੰ ਕਰਕੇ ਨਾਲੇ ਹਾਂ ਕਰਕੇ, ਕਿਹੜਾ ਦੇ ਦੀ ਮਰਿਆਏ ਲੰਬੀ ਬਾਹ ਕਰਕੇ, ਕਿਹੜਾ ਦੇ ਦੀ ਮਰਿਆਏ ਲੰਬੀ ਬਾਹ ਕਰਕੇ। ਉਹ ਪਿੰਡਾਂ ਵਿੱਚੋਂ ਪਿੰਡ ਸੁਣਦਾ, ਪਿੰਡ ਸੁਣਦਾ ਪਿਆਣਾ ਵੀ ਖਾਟ ਪਿੰਡ ਤੋਂ ਡਾਕ ਤੋੜ ਦੇ, ਉਹ ਖਾਟ ਪਿੰਡ ਤੋਂ ਡਾਕ ਤੋੜ ਦੇ। ਥਾਣਾ ਲੱਗੇ ਨਥਾਣਾ, ਬਾਝੇ ਦੇ ਮੁੰਡੇ ਪਾਉਂਦੇ ਬੋਲੀਆਂ, ਸਿੱਧੂ ਗੋਤ ਪੁਰਾਣਾ ਮੇਰੀ ਜੀ ਸੜਕੇ, ਮੇਰਾ ਪਿੰਡ ਕਲਿਆਣਾ ਮੇਰੀ ਜੀ ਸੜਕੇ, ਮੇਰਾ ਪਿੰਡ ਕਲਿਆਣਾ ਮੇਰੀ। ਆਉ ਨੇਰੀਆਂ ਜਾਂ ਨੇਰੀਆਂ, ਬਿੱਲੋ ਸੱਤ ਦੇ ਬਚਾਏ ਗੱਲਾਂ ਹੋਣ ਤੇਰੀਆਂ, ਬਿੱਲੋ ਸੱਤ ਦੇ ਬਚਾਏ ਗੱਲਾਂ ਹੋਣ ਤੇਰੀਆਂ। ਠੀਕ ਹੈ। ਕਰੇ ਬਿੱਲੇ ਕੀਤਾ ਪਾਉ ਬਥੇਰਾ, ਵੀ ਸਾਰੇ ਪਿੰਡ ਦਾ ਇਕੱਠ ਹੋ ਗਿਆ, ਨਾ ਬੁੱਢਾ ਕੀ ਫੇਰਾ, ਬੂਟਾ ਚੁੱਕੇ ਦੇ ਕਾਨੂੰ ਭਰਿਆ ਪਿਆ ਮੇਰਾ, ਤੈਨੂੰ ਧੁੱਪ ਲੱਗਦੀ ਖੜੇ ਕਾਲਜਾ ਮੇਰਾ, ਤੈਨੂੰ ਧੁੱਪ ਲੱਗਦੀ ਖੜੇ ਕਾਲਜਾ ਮੇਰਾ, ਤੈਨੂੰ ਧੁੱਪ ਲੱਗਦੀ ਇਹ ਤੈਨੂੰ ਧੁੱਪ ਲੱਗਦੀ। ਲੈਣਾ ਚਾਦਰਾ ਮੇਰਾ ਜੇ ਤੈਨੂੰ ਧੁੱਪ ਲੱਗਦੀ, ਲੈਣਾ ਚਾਦਰਾ ਮੇਰਾ ਜੇ ਤੈਨੂੰ ਧੁੱਪ ਲੱਗਦੀ। ਜਦੋਂ ਜਵਾਨੀ ਜੋਰ ਸੀਵੇ ਜਾਲਮਾ, ਵੰਜਲੀ ਵਰਗਾ ਬੋਲ ਸੀਵੇ ਜਾਲਮਾ, ਜਦੋਂ ਜਵਾਨੀ ਜੋਰ ਸੀਵੇ ਜਾਲਮਾ, ਵੰਜਲੀ ਵਰਗਾ ਬੋਲ ਸੀਵੇ ਜਾਲਮਾ, ਜਦੋਂ ਜਵਾਨੀ ਜੋਰ ਸੀਵੇ ਜਾਲਮਾ, ਕੋਇਲ ਵਰਗਾ ਬੋਲ ਸੀਵੇ ਜਾਲਮਾ। ਜੇ ਮੁੰਡਿਆਂ ਨੂੰ ਤੋਰਦੀ ਦੇਖਣੀ, ਗੜਬਾ ਲੈ ਦੇ ਚਾਂਦੀ ਦਾ ਲੱਕ ਹਿਲੂ ਮਜਾਜਣ, ਚਾਂਦੀ ਦਾ ਲੱਕ ਹਿਲੂ ਮਜਾਜਣ, ਚਾਂਦੀ ਦਾ। ਅਸਾ ਕੁੜੀ ਨਾ ਤੇਰੀ ਤੋਰ ਨਹੀਂ ਦੇਖਣੀ, ਅਸਾ ਕੁੜੀ ਨਾ ਤੇਰੀ ਤੋਰ ਨਹੀਂ ਦੇਖਣੀ, ਅੱਗ ਲਾਉਣਾ ਗੜਬਾ, ਚਾਂਦੀ ਦਾ ਲੱਕ ਟੁੱਟ ਜੂ ਹਲਾਰੇ, ਖਾਂਦੀ ਦਾ ਲੱਕ ਟੁੱਟ ਜੂ ਹਲਾਰੇ, ਖਾਂਦੀ ਦਾ। ਇੱਕ ਸਾਰਿਆਂ ਨੂੰ ਬੇਨਤੀ ਵੀ, ਅੱਜ ਆਪਾਂ ਸਾਰੇ ਪਰਿਵਾਰ ਨਾਲ ਇਕੱਠੇ ਹੋਏ ਹਾਂ। ਮੇਰਾ ਬੇਟਾ ਜਿਹੜਾ ਉਹ ਸਿੰਗਲ ਲੈਂਡ ਪਾਇਆ ਵਾ, ਉਹਦਾ ਪਹਿਲਾ ਗੀਤ ਸੀਗਾ ਜਿਹੜਾ, ਉਹਨਾਂ ਦਾ ਨਾਂ ਹੈ ਜੋਬਨ ਸਿੱਧੂ, ਜੋਬਨਪ੍ਰੀਤ ਸਿੰਘ ਸਿੱਧੂ, ਸ਼ਾਰਟਕੱਟ ਜੋਬਨ ਸਿੱਧੂ, YOVAN ਜੋਬਨ ਸਿੱਧੂ। ਉਹਨਾਂ ਪਹਿਲਾ ਗੀਤ ਨੈਕਲੈਸ ਆਇਆ, ਤੇ ਦੂਜਾ ਗੀਤ ਐਸੇ ਹਫ਼ਤੇ ਵਿੱਚ ਸ਼ਾਇਦ ਆਜੇ, ਸ਼ਾਇਦ 14 ਤਰੀਕ ਨੂੰ ਜਾਂ ਇਸੇ ਮਹੀਨੇ ਵਿੱਚ ਦੂਜਾ ਗੀਤ ਹੈ ਪੰਗਾ, ਉਹ ਗੀਤ ਆ ਰਿਹਾ। ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਬੱਚੇ ਆਏ ਹੋਏ ਨੇ, ਉਹ ਵੱਧ ਤੋਂ ਵੱਧ ਪਹਿਲਾਂ ਵਾਲਾ ਗੀਤ ਦੇਖੋ ਨੈਕਲੈਸ, ਤੇ ਦੂਜਾ ਗੀਤ ਵੀ ਉਹ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਾ ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਸਿੱਧੂ ਸਾਹਿਬ ਦਾ, ਜਿਨ੍ਹਾਂ ਨੇ ਬੜੀਆਂ ਸੋਹਣੀਆਂ ਬੋਲੀਆਂ ਪਾਈਆਂ। ਤੇ ਮੈਡਮ ਸੁਸ਼ਮਾ ਰਾਣੀ ਜੀ ਤਬੋਲੇ ਦੀਆਂ ਇਹ ਨੰਬਰ ਬੋਲਣਗੇ, ਤੇ ਤੁਸੀਂ ਫਟਾਫਟ ਨੰਬਰ ਕੱਟੀ ਜਾਣੇ। ਜਦੋਂ ਇਹਨਾਂ ਦੇ ਵਿੱਚੋਂ ਕੋਈ ਵੀ ਅਰਲੀ 5 ਕਾਰਨਰ ਲਾਈਨਾਂ ਕੱਟੀਆਂ ਜਾਂਦੀਆਂ, ਤਾਂ ਤੁਰੰਤ ਨਾਲ ਦੀ ਨਾਲ ਤੁਸੀਂ ਯੈਸ ਕਹਿ ਕੇ ਬੋਲਣਾ, ਤੇ ਉਹ ਚੈੱਕ ਕਰ ਲੈਣਗੇ। ਪਰਚੀ ਜਿਹਦੀ ਸਹੀ ਹੋਈ ਉਹ ਤੋਂ ਨੰਬਰ ਨੋਟ ਕਰਨਾ। ਜੇ ਕੋਈ ਅਜੇ ਵੀ ਕਿਸੇ ਨੂੰ ਕਨਫਿਊਜ਼ਨ ਹੈ ਤਾਂ ਪਲੀਜ਼ ਦੱਸ। ਕਾਰਨਰ ਇਹ ਹੈ ਜੀ, ਜਿਹੜੀ ਪਹਿਲੀ ਲਾਈਨ ਆਪਣੀ, ਉਹਦਾ ਪਹਿਲਾ ਨੰਬਰ ਤੇ ਲਾਸਟ ਨੰਬਰ, ਜਿਹੜੇ 4 ਖੂੰਜੇ ਹੁੰਦੇ ਆਪਣੇ, ਜਿਹੜੀ ਲਾਸਟ ਲਾਈਨ ਹੈ ਉਹਦਾ ਪਹਿਲਾ ਤੇ ਲਾਸਟ ਵਾਲਾ ਨੰਬਰ, ਉਹ ਕਾਰਨਰ ਹੈ। ਪਹਿਲਾ ਖਾਲੀ ਹੈ ਤਾਂ ਨਾਲ ਨੰਬਰ, ਜਿਵੇਂ ਤੁਹਾਡਾ ਨਹੀਂ ਪਹਿਲਾ ਖਾਲੀ ਹੈ,
ਆ ਸਾਰੇ ਦੇਖੋ ਜੀ, ਫਸਟ ਲਾਈਨ ਹੈ ਜਿਹੜੀ, ਇਹ ਤਾਂ ਹੁਣ ਇੱਥੇ 15 ਹੈ, 15 80 17 ਤੇ 87 ਇਹ ਚਾਰੋਂ ਕਾਰਨਰ ਦੇ ਵਿੱਚ ਆਣਗੇ। ਆ ਤੁਹਾਡੀ ਫਸਟ ਲਾਈਨ ਹੈ, ਆ ਸੈਕੰਡ ਲਾਈਨ ਹੈ, ਆ ਥਰਡ ਲਾਈਨ ਹੈ। ਪੂਰੇ ਵਿੱਚ ਨੰਬਰਾਂ ਦੇ ਵਿੱਚੋਂ ਜੇ ਕੋਈ ਪਹਿਲੇ 5 ਬੋਲੇ ਗਏ ਤਾਂ ਉਹਨੇ ਯੈਸ ਕਹਿ ਦੇਣਾ, 5 ਕੱਟੇ ਗਏ ਮਤਲਬ ਜਿਹਦੇ ਅਰਲੀ 5 ਆਊਗਾ ਉਹ। ਤੇ ਉਸ ਤੋਂ ਬਾਅਦ ਫੁੱਲ ਹਾਊਸ ਆਣਗੇ, ਪੂਰੇ ਸਾਰੇ ਨੰਬਰ ਕੱਟੇ ਗਏ ਪਹਿਲਾ ਹਾਊਸ, ਜੋ ਉਹਦਾ ਤੋਂ ਪਰਚੀ ਖਤਮ ਹੀ ਹੋਗੀ। ਉਸ ਤੋਂ ਬਾਅਦ ਸੈਕਿੰਡ ਹਾਊਸ ਆਊਗਾ ਜਿਹਦੇ ਸਾਰੇ ਕੱਟੇ ਗਏ। ਉਸ ਤੋਂ ਬਾਅਦ ਥਰਡ ਹਾਊਸ ਆਊਗਾ ਜਿਹਦੇ ਸਾਰੇ ਕੱਟੇ ਗਏ। 3 ਹਾਊਸ ਹੈ ਲਾਈਨ, ਫਸਟ ਲਾਈਨ, ਸੈਕਿੰਡ ਲਾਈਨ, ਥਰਡ ਲਾਈਨ। ਲਾਈਨਸ ਹੈਗੀਆਂ, ਅਰਲੀ 5 ਹੈ, ਕਾਰਨਰਸ ਹੈ। ਜਲਦੀ ਜਲਦੀ ਕਰੋ, ਲੇਟ ਆ ਆਪਾਂ ਪਹਿਲੇ। स्टार्ट करिए। लकी नंबर 7 8080 8080 दो बारी बोलना जी। 10 नंबर 4343 43 43 43 20 2020 1919 ਨਹੀਂ ਨਹੀਂ ਇਹ ਤਾਂ ਤਿੰਨ ਤਾਂ ਬੋਲੇ ਆ 4141 3636 हाँ जी 4848 6464 5 आई नहीं जी अभी तक किसी दे 8585 4545 4040 3232 ਉਹ ਹਲਾ ਲਓ ਬੜਾ ਜਾ 2727 ਕੋਈ ਕੋ ਕੱਢੀ ਜਾਂਦੀ ਆ ਨਹੀਂ ਕੋਈ 10 27 48 ਕਿਹਦਾ ਗਿਆ? ਬੋਲੋ ਜੀ, ਕਿਹੜਾ ਗਿਆ? ਲਾਸਟ ਕਿਹੜਾ ਬੋਲਿਆ ਸੀ ਆਪਾਂ ਡਿਵੀਜ਼ਨ ਹੈ 27 ਬੋਲਿਆ। ਕਿਹੜਾ ਬੋਲਿਆ ਲਾਸਟ 27 27 ठीक है 20 41 80 32 27 ठीक है ਦੋਨਾਂ ਦੇ ਨਾਂ ਲਿਖ ਲਓ। ਦੋਨਾਂ ਦੇ ਨਾਮ ਲਿਖ ਲਓ। ਦੋਨਾਂ ਦੇ ਲਿਖ ਲਓ ਜੀ। ਅਰਲੀ 5 ਗਿਆ ਜੀ, ਹੁਣ ਜਿਹਦੇ ਪਹਿਲੇ 5 ਹੋ ਜਾਣ ਉਹਨਾਂ ਨੇ ਯੈਸ ਨਹੀਂ ਕਿਹਾ, ਇਹ ਚੀਜ਼ ਗਈ ਆਪਣੀ 47 47 47 ਕੱਟੇ ਜੀ, ਕੱਟ ਲਓ 47 ਬੋਲਿਆ ਸੀਗਾ। ਇਸ ਤੋਂ ਬਾਅਦ 75 75 38 38 79 79 only number 5 39 39 44 44 66 66 17 17 55 ਨਹੀਂ ਨਹੀਂ 55 55 ਇੱਕ ਮਿੰਟ ਉਹਨਾਂ ਨੂੰ 5 ਦਾ ਗਿਆ ਜੀ। ਹੁਣ ਕਾਰਨਰ ਤਿੰਨੋਂ ਲਾਈਨਸ ਦੇ ਹਾਊਸ ਤਿੰਨੋਂ ਕਿੰਨੇ ਤੇ ਹੋਇਆ? ਆਪਣਾ ਲਾਸਟ ਕਿਹੜਾ ਬੋਲਿਆ ਸੀ ਮੈਂ 55 55
2929 2929 बोलिया सी जी 8181 8989 8787 5959 59 बोला लास्ट 7070 70 के वे 70 ते लास्ट 70 बोलिया 70 होना चाहिए ਤੁਹਾਡੇ ਦੇ ਨਹੀਂ ਹੋਇਆ ਜੀ, ਨਹੀਂ ਹੋਇਆ। 7070 ਪਹਿਲਾਂ ਵੀ ਬੋਲਿਆ ਸੀ, ਦੁਬਾਰਾ ਬੋਲਿਆ ਇਹ ਮੈਂ 8383 3131 2626 2626 1313 ਆ ਜਾਓ ਫਿਰ ਲਿਖਾਓ। 13 के वजह जी ਚੈੱਕ ਕਰਾ ਬਈ ਹਰਜਸ ਚੈੱਕ ਕਰਾ ਆ ਲਿਹਾਜ਼ ਨਹੀਂ ਚੱਲਣੀ ਤੇਰੀ ਲੈ ਗਿਆ ਹੁਣ ਫਰਸਟ ਲਾਈਨ ਸੈਕੰਡ ਲਾਈਨ ਥਰਡ ਲਾਈਨ ਕਾਰਨਰ ਗਏ कॉर्नर गए जी 3 ਲਾਈਨਾਂ ਤੇ 3 ਹਾਊਸ ਰਹਿ ਗਏ 2222 1414 only number 3 6363 ਲਓ ਜੀ ਆਹ ਸਾਹਿਬ ਲਾਈਨ ਹੋ ਗਈ ਇਹਦੀ ਮਿਡਲ ਲਾਈਨ ਫਸਟ ਲਾਈਨ ਆ ਜਾਓ ਉੱਠ ਕੇ ਆ ਜਾਓ ਜੀ ਪ੍ਰਾਈਜ਼ ਲੈਣਾ ਉੱਠ ਕੇ ਆਓ ਤੁਹਾਡੀ ਲਾਈਨ ਕਿਹੜੀ ਹੋਈ ਹੈ ਜੀ ਨਹੀਂ ਸਰ 60 ਨੰਬਰ ਨਹੀਂ ਬੋਲਿਆ 60 ਨੰਬਰ ਨਹੀਂ ਬੋਲਿਆ 60 ਤਾਂ ਬੋਲਿਆ ਨਹੀਂ ਅਜੇ ਨਹੀਂ ਬੋਲਿਆ ਜੀ ਲਾਸਟ ਰੀਜ਼ਨ ਕੀ ਬੋਲਿਆ ਸੀ ਨਾ ਲਾਸਟ ਬੋਲਿਆ ਸੀ लास्ट की बोला थ्री बोला नहीं ये पहला भी हुई है 320 ਹੈਗੀ ਆ ਜੀ ਅਰਜਸ ਕਿਹੜੀ ਕਹੀ ਬੋਲੀ ਵਾਲਾ फर्स्ट लाइन गई अजे अपने कोले हाउस बहुत ਵੱਡੇ ਵੱਡੇ ਰਹਿ ਗਏ ਜੀ ਬਹੁਤ ਵੱਡੇ ਪ੍ਰਾਈਜ਼ ਆ ਉਹਨਾਂ ਦੇ ਸਾਰੀ ਭਰਤੀ ਦਾ ਧਿਆਨ ਰੱਖਣਾ ਤੁਸੀਂ ਡਾਕਟਰ ਸਾਹਿਬ ਫਸਟ ਲਾਈਨ ਗਈ ਮਿਡਲ ਲਾਈਨ ਲਾਸਟ ਲਾਈਨ ਤੇ ਹਾਊਸ ਬੋਲੀ ਚਲੋ फर्स्ट लाइन गई है जी ਚਲ ਚੱਕੀ ਚੱਲ ਲਿਖੀ ਚੱਲ 5050 ਬੋਲੀ ਚੱਲ 5050 only number 8 only number 8 2121 7373 8282 4949 5151 5656 ਚੱਜ ਦਾ ਨੰਬਰ ਵੀ ਕੱਢ ਲਾ 3333
28 only number 9 65 65 65 please. देखो सेकंड लाइन रह गई गली, उस तो बाद हाउस रह गए 60 60 77 77 मिडल ही देखने जी हम सबने ते बाकी भी कट्टी जाने नाल हाउस लई ओनली नंबर 11 11 ਹੁੰਦਾ वैसे ओनली नंबर 11 नहीं ओनली नंबर 6 54 54 23 23 ओनली नंबर 2 62 62 42 42 88 88 कितने नंबर पे हुई है नहीं करते क्या पर्ची पाड़ दे पर्ची पाड़ दे पर्ची पाड़ दे फर्स्ट टाइम है सारा 8888 61 61 18 76 76 76 है 11 32 49 64 ठीक है फुल हाउस रह गए जी तिन्ने फुल हाउस रह गए सारी पर्ची कट्टी होनी चाहिए ਤੁਹਾਡੀ 28 25 only 7 25 48 61 89 6189 हो गया सारे सारे हो गए तेने हाउस हाँ जी तीनों की ना ਤੁਹਾਡਾ सुषमा रानी जिंदल ਕਿੱਥੇ ਤੁਹਾਡੇ ਕੀ ਹਸਬੰਡ ਦਾ ਕੀ ਨਾਮ डॉक्टर कमल कुमार जिंदल ਅੱਛਾ ਠੀਕ ਹੈ ਇਹ ਤੁਸੀਂ ਆਮ ਖੇਡਦੇ ਰਹਿੰਦੇ ਹੋ हाँ जी ਅਸੀਂ ਖੇਡਦੇ ਰਹਿੰਦੇ ਕਿੱਟੀ ਵਗੈਰਾ ਚ ਅੱਛਾ ਕਿਵੇਂ ਲੱਗਦਾ ਤੁਹਾਨੂੰ ਇਹ? ਸਰ ਬਾਕੀਆਂ ਨੂੰ ਪੁੱਛੇ ਸਾਨੂੰ ਤਾਂ ਵਧੀਆ ਲੱਗਦਾ ਅੱਛਾ ਲੱਗਦਾ ਹੈਗਾ ਐਂਟਰਟੇਨਮੈਂਟ ਹੋ ਜਾਂਦਾ ਠੀਕ ਹੈ ਚੰਗਾ ਜੀ ਤੁਹਾਡਾ
ਅੱਛੇ ਜਿੰਨੇ ਏਜ ਦੇ ਹਿਸਾਬ ਨਾਲ ਇਹਨਾਂ ਨੇ ਦੱਸਿਆ ਵੀ ਆਪਾਂ ਨੂੰ ਸਾਰਿਆਂ ਨੂੰ ਉੱਠ ਕੇ ਭੰਗੜਾ ਪਾਉਣਾ ਚਾਹੀਦਾ। ਘੱਟੋ ਘੱਟ ਕੋਈ ਐਕਸਰਸਾਈਜ਼ ਕੋਈ 100 ਗ੍ਰਾਮ ਭਾਰ ਹੀ ਘਟ ਜੂਗਾ। ਬਹੁਤ ਵਧੀਆ ਪਰਫਾਰਮੈਂਸ। ਅੱਜ ਨਾ ਡਾਕਟਰ ਸਾਹਿਬ ਨੇ ਜਿਵੇਂ ਇੱਥੋਂ ਹੀ ਬੋਲਿਆ ਗਿਆ ਸੀ ਸਟੇਜ ਤੋਂ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਵੀ ਸਾਡੇ ਉਹ ਜੱਟ ਵਾਲੀ ਆਈਟਮ ਤੋਂ ਤੇ ਇਸ ਆਈਟਮ ਤੋਂ ਮੋਟੀਵੇਟ ਹੋ ਕੇ ਇਸੇ ਸੁਸਾਇਟੀ ਦੇ ਵਿੱਚੋਂ, ਇਸੇ ਪਰਿਵਾਰ ਦੇ ਵਿੱਚੋਂ ਇੱਕ ਕਪਲ ਤੇ ਘੱਟੋ ਘੱਟ ਸਾਹਮਣੇ ਆਇਆ ਹੈਗਾ। ਤੇ ਤੁਹਾਡੇ ਸਾਰਿਆਂ ਦੇ ਵਿੱਚ ਹੀ ਇਹ ਗੁਣ ਹੈਗਾ। ਇਹ ਸਿਰਫ ਉਹਨੂੰ ਥੋੜਾ ਜਿਹਾ ਜਾਗ ਲਾਉਣ ਦੀ ਗੱਲ ਹੈ। ਭਾਈ ਸਾਹਿਬ ਨੇ ਲਾਦਾ ਲਾਓ ਤੇ ਅਗਲਾ ਤੁਹਾਡਾ ਪ੍ਰੋਗਰਾਮ ਇੰਨਾ ਵਧੀਆ ਰੰਗਾ ਰੰਗ ਹੋਵੇ ਕਿ ਨਜ਼ਾਰੇ ਆ ਜਾਣ। ਡਾਕਟਰ ਸਾਹਿਬ ਨੇ ਥੋੜੀ ਜਿਹੀ ਮੈਂ ਕੁਝ ਕਹਿਣਾ ਚਾਹੁੰਦਾ ਸਾਰੇ ਨਾਲ। ਡਾਕਟਰ ਸਾਹਿਬ ਨੇ ਬੜੀ ਗੱਲ ਕਹੀ ਕਿ ਛੋਟੀ ਛੋਟੀ ਗੱਲ ਦੇ ਨਾਲ ਅਸੀਂ ਬੜੇ ਅੱਛੇ ਤਰੀਕੇ ਨਾਲ ਹੱਸ ਸਕਦੇ ਹਾਂ। ਤੇ ਹੱਸੀ ਦੇ ਉੱਪਰ ਜਿਹੜਾ ਸਰ ਆਈ ਵਾਸ ਗੋਇੰਗ ਥਰੂ ਡਿਪਰੈਸ਼ਨ। ਮੈਂ ਸਰ ਡਾਕਟਰ ਸਾਹਿਬ ਨੇ ਡਿਪਰੈਸ਼ਨ ਚ ਗਿਆ ਕਿ ਅੱਠ ਮਹੀਨੇ ਕਰੀਬ ਮੈਂ ਡਿਪਰੈਸ਼ਨ। तो हौली हौली जो है ना फिर वो बाई वे ऑफ लर्निंग जो भी है तो मैं 2-3 चीज़ें रही सीखी हैं तो मैं शेयर करना चाहूँगा। मैं मेरी वाइफ भी ऐसी हंस रहे हैं तो कितना हंस रहे हैं सारे मैं चाहूँगा कि किसी भी थोड़ा गाना शेयर करो। वेरी गुड वेरी गुड वेरी गुड फिर हाँ हाँ ओ हाँ हाँ ठीक है सर बहुत अच्छा। सेकंड ਜਿਹੜਾ ਸਰ ਉਹ ਹੈਗਾ ਕਿ ਹੱਸਣਾ ਜਿਹੜਾ ਹੈਗਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਅੰਦਰੋਂ ਹੱਸੋ। ਟਰਾਈ ਲਰਨ ਕਰੋ ਤੁਸੀਂ ਇਸ ਆਸਾਨ ਇਹ ਜੀ ਅਸੀਂ ਤਾਂ ਸਭ ਤੁਸੀਂ ਇਹ ਕਹੋ ਸਾਰੇ ਕਾਪੀ ਕਰੋ ਤੁਸੀਂ ਹੱਸੋ ਪਲੀਜ਼ ਸਾਰੇ ਦਾ 1 ਮਿੰਟ ਲਈ ਰਿਕੁਐਸਟ ਹੈ ਸਾਰਿਆਂ ਨੂੰ ਜਿਵੇਂ ਸਰ ਹੱਸ ਰਹੇ ਨੇ ਤੁਸੀਂ ਸਾਰੇ ਮਗਰ ਸਾਰੇ ਪਲੀਜ਼ ਸਾਰੇ तो हम लोग भी नहीं साफ कर रहे हैं। ਸਰ ਤੁਸੀਂ ਦੇਖੋਗੇ ਜੇ ਤੁਸੀਂ ਪਹਿਲਾਂ ਆਰਟੀਫੀਸ਼ੀਅਲੀ ਹੱਸਦੇ ਹੋ ਤਾਂ ਕੁਝ ਦੇਰ ਬਾਅਦ ਉਹ ਜਿਹੜਾ ਆਰਟੀਫੀਸ਼ੀਅਲ ਹਾਸਾ ਉਹ ਰੀਅਲ ਹਾਸੇ ਦੇ ਵਿੱਚ ਕਨਵਰਟ ਹੋ ਜਾਂਦਾ। ਪੜਾਈ ਦੇ ਲਈ मैं एक्चुअली तो नहीं गया सीगा बोला कि मेरा हमने प्रैक्टिस की थी और इस चीज में थोड़ा ਮੈਂ ਇਹ ਦੱਸਣਾ ਸੀ ਕਿ हाँ इन्हीं तरह रमनीत कौर अर्ली भाई अगे आ जाओ प्लीज। ਇਹਨਾਂ ਨੂੰ ਪ੍ਰਾਈਜ਼ ਦੇਣਗੇ ਮੈਡਮ ਸੁਸ਼ਮਾ ਤੇ ਜਿਨ੍ਹਾਂ ਨੇ ਮੈਡਮ ਗਮਦੂਰ ਸੇ ਮਿਸਰੀ ਗਮਦੂਰ ਨਹੀਂ ਦੋਨਾਂ ਨੂੰ ਦੇ ਦਿਓ ਜੀ ਕੋਈ ਗੱਲ ਨਹੀਂ। ਕਾਰਨਰ ਵਾਸਤੇ ਡਾਕਟਰ ਦਵਿੰਦਰ ਸਿੰਘ ਕਾਇਮ ਹੋ ਜਾਓ ਅੱਗੇ ਆ ਜਾਓ ਜੀ ਨੇੜੇ ਹੀ ਹੈ। ਥੈਂਕ ਯੂ ਬਹੁਤ ਬਹੁਤ ਮੁਬਾਰਕਾਂ ਜੀ। ਕਾਰਨਰ ਦਵਿੰਦਰ ਸਿੰਘ ਜੀ ਇਹਨਾਂ ਨੂੰ ਦੇਣਗੇ ਸਾਡੇ ਲਾਇਨਜ਼ ਕਲੱਬ ਤੋਂ ਪ੍ਰਧਾਨ ਜੀ ਡਿਸਟ੍ਰਿਕਟ ਕੈਬਨਿਟ ਸੈਕਟਰੀ ਲਾਇਨ ਰਜੇਸ਼ ਗੁਪਤਾ ਜੀ। ਫਸਟ ਲਾਈਨ ਡਾਕਟਰ ਗੁਰਮੇਲ ਸਿੰਘ ਇਹਨਾਂ ਦੇ ਨਾਲ ਡਾਕਟਰ ਸਾਹਿਬ ਬਾਂਸਲ ਜੀ ਤੁਸੀਂ ਡਾਕਟਰ ਗੁਰਮੇਲ ਸਿੰਘ ਜੀ ਨੂੰ ਡਾਕਟਰ ਮਦਨ ਲਾਲ ਜੀ ਤੇ ਡਾਕਟਰ ਜਗਤਾਰ ਸਿੰਘ ਬਰਾੜ ਜੀ ਆਜੋ ਇਹਨਾਂ ਗੋਡੇ ਸਿੱਧੇ ਰਹਿਣਗੇ।
ਉਹ ਦਵਿੰਦਰ ਫੇਰ ਆ ਗਿਆ ਤੇਰਾ ਡਾਇਰੈਕਟਰ ਇੱਕ ਹੋਰ ਹੈ 10 ਹੈ ਜੀ 10 ਇੱਕ ਆਹ ਦਵਿੰਦਰ ਸਿੰਘ ਫੇਰ ਆ ਜਾਓ ਜੀ ਤੁਸੀਂ। ਦਵਿੰਦਰ ਸਿੰਘ ਨੂੰ ਮਿਲਿਆ ਨੇ ਫਸਟ ਹਾਊਸ ਹੈ ਨਾ, ਉਹ ਪਿੱਛੇ ਤੋਂ ਦਿਓ ਵੱਡਾ, ਉਹ ਪਿੱਛੇ ਪਿਆ ਪ੍ਰਾਈਜ਼। ਡਾਕਟਰ ਦਵਿੰਦਰ ਸਿੰਘ ਬਹੁਤ। ਸੈਕੰਡ ਹਾਊਸ ਡਾਕਟਰ, ਸੈਕੰਡ ਹਾਊਸ ਕਿਹਦਾ ਜੀ? ਆ ਜਾਓ ਸਰ। ਡਾਕਟਰ ਅਰੋੜਾ ਜੀ, ਡਾਕਟਰ ਅਰੋੜਾ ਜੀ ਤੁਸੀਂ। थर्ड हाउस किधर जी? अपने आप ही आ जाओ प्लीज, आ जाओ मैडम, आ जाओ प्लीज। एक जिन्ना ने तुम आ जाओ सर, तुम दो जी। निपट गए बच्चों को, मेरे बच्चों के पिछे रमनीक इन्होंने भी गाया सी, सुनाया, बोलियां पाइया। आजा बेटे राज साहब तो रहेगा हाँ जी सर। राज साहब का किहड़ा सी प्राइज? दो 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 अगे थोड़ा अगे एक पासे। थैंक यू सर। है जी प्राइज अजे है साढ़े को, आए थोड़ा दिमाग तो बोले वाला तो नहीं रहता जी कोई प्राइज। बंसल जी उन्होंने जिहड़ा सानूं लैक्चर दिता है वो एक बार फिर तुहानूं वीडियो भेज देंगे, सुनियो ध्यान नाल। डॉक्टर बंसल जी सिंगला जी तुसीं भी नाल प्लीज। मैडम सुरिंदर कौर, बड़ा ही सोहना इन्होंने बहुत ही वधिया तरीके नाल जिहड़ी सानूं पुरानी अतीत याद कराया। आ जाओ जी मैडम, आ जाओ। दोनों सुरिंदर सिंह, हाँ सुरिंदर कौर, उन्होंने भी सुरिंदर कौर है। हाँ दोनों आ जाओ मैडम, तुसीं सुरिंदर पार कौर भी आ जाओ। रोड़ा जी तुसीं भी आ जाओ प्लीज। रजिंदर सिंह जी, हाँ जी। एक बारी जोरदार हौसला अफजाई कर दी। आप बहुत सोहना प्रोग्राम। थोड़ी जी कर दे। हाँ सर प्लीज स्माइल जी। ठीक है जी। डॉक्टर साहब का मैं खास करके धन्यवाद करना चाहता, जिन्होंने बहुत ही वधिया जानकारी दी है। ਜਿਹੜੇ ਸਟਾਫ ਦੇ ਮੈਂਬਰ ਸਾਹਿਬਾਨ ਸਾਰੇ ਆਏ ਹੈ, ਉਹਨਾਂ ਦਾ ਆਪਣੇ ਐਗਜ਼ੈਕਟਿਵ ਮੈਂਬਰ ਦੇ ਵੱਲੋਂ ਸਾਰਿਆਂ ਵੱਲੋਂ ਧੰਨਵਾਦ, ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਨੂੰ ਜਾਣਕਾਰੀ ਦਿੱਤੀ ਹੈਗੀ। ਤੇ ਬੱਚਿਆਂ ਦਾ ਬਹੁਤ ਵਧੀਆ, ਜਿਨ੍ਹਾਂ ਨੇ ਸਾਨੂੰ ਵਧੀਆ ਸੋਹਣਾ ਗਾਣੇ ਵਗੈਰਾ ਸੁਣਾਏ ਤੇ ਕਮੋਲਾ ਦੇ ਬੜੇ ਸੋਹਣੇ ਲੱਗਿਆ ਸਾਨੂੰ ਕੰਮ। ਇਹ ਕੰਮ ਅੱਗੇ ਵਾਸਤੇ ਮੈਂ ਵਿਚਾਰ ਸੋਚਦਾ ਹੈਗਾ ਵੀ ਅੱਗੇ ਵਾਸਤੇ ਜੇ ਫੰਕਸ਼ਨ ਹੋ ਜੇ ਤਾਂ ਚੰਗੀ ਗੱਲ ਹੈਗੀ, ਸਾਰੇ ਇਹ ਜੇ ਕਦੇ ਨਾ ਕਦੇ ਤਾਂ ਜੋ ਸਾਰਿਆਂ ਦਾ ਮਿਲਵਰਤਨ ਚੰਗਾ ਰਹੇ। ਥੈਂਕ ਯੂ ਮੈਮ।
बहुत धन्यवाद। विद्या एक लास्ट दो लाइनां नाल आपां प्रोग्राम खत्म करते हैं। फुल्लां नूं ना तोड़ियो मेरी आर्थी सजाउण लई, रुखां नूं ना कट्टियो मेरी चिता नूं जलाउण लई, अगले जन्म खौरे पंछी दा ही होवे, कोई रुख तां बचे मैनूं आल ना बनाउण लई। थैंक यू वेरी मच। आई बाबा नानका, जाई बाबा नानका, एहो जैया खुशियां ले आई 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 बाबा नानका, एहो जैया माइक नहीं माइक नहीं होना देगा, माइक चल नहीं रहा। अल्लड़ ते मटियारा नी पत्ता लेके जान खेत नू, नी पत्ता लेके जान खेत नू, जो पुंजा दियां डारां नचला मोरनी, पंज पतासे 12 नचला मोरनी, पंज पतासे 12 नचला मोरनी, पंज पतासे 12 मोरनी, पंज पतासे होवे जे जटिए जट पुतला होवे पटिए शूका ओले नी पहला जट तो बकी पिहाइए, पहला जट तो बकी पिहाइए, छोले कटिए दे रब का कटिए बराबर बोले कटिए दे रब का कटिए बराबर बोले कटिए दे रब का कटिए बराबर बोले कटिए दे रब का बच्चा दा होना लगला जाके ना झूले ते लगवाई, गोड्या कोरो मोटी है खींचना, गोड्या कोरो मोटी है खींचना, मारे ने चोरी रोई मारे ने पिंडां विचों पिंड सुनीदा, पिंडां विचों पिंड सुनीदा, पिंड सुनीदा कहारा निहारे दे दे गुर सुनीदे, एक पतला एक पारा पारे नूं तां ले गए बैठे, पतला रिया कमारा पापी नाल नितला लड़दा, भर्ती होण दा मारा पापी नाल नित लड़दा, भर्ती होण दा मारा पापी नाल नित लड़दा, भर्ती होण दा मारा पापी नाल नित लड़दा, भर्ती होण दा मारा
ਆਵੇ ਨਾਜਰਾ ਜਾਵੇ ਨਾਜਰਾ ਆਵੇ ਨਾਜਰਾ ਜਾਵੇ ਨਾਜਰਾ ਬੋਤਾ ਬੰਦਰ ਵਾਜੇ ਵੇ ਬੋਤੇ ਤੈਨੂੰ ਪੋਦਾ ਟੋਕਰਾ ਬੋਤੇ ਤੇਰੇ ਨੂੰ ਪੋਦਾ ਟੋਕਰਾ ਤੈਨੂੰ ਦੋ ਕਦੇ ਵੇੜੇ ਨਦੀ ਦੀ ਧੰਕ ਪਈ ਦਰਵਾਜ਼ੇ ਮੇਰੇ 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 ਨਦੀ ਦੀ ਧੰਕ ਪਈ ਬੋਲੀਆਂ ਰਾਗ ਅਰਜਾ ਮੇਰਾ ਖਾਲਸਾ ਨੱਚਣ ਵੇ ਵੇ ਬੋਲੀਆਂ ਰਾਗ ਅਰਜਾ ਮੇਰਾ ਖਾਲਸਾ ਨੱਚਣ ਕੁੰਡ ਦਾ ਕਿਤੇ ਵਿੱਚ ਕੰਮ ਕੀ ਗੋਰੀਏ ਵੀ ਕੁੰਡ ਦਾ ਕਿਤੇ ਵਿੱਚ ਕੰਮ ਕੀ ਗੋਰੀਏ ਜਾਂ ਕੁੰਡ ਕੱਢਦੀ ਬਹੁਤੀ ਸੋਹਣੀ ਨੀ ਜਾਂ ਕੁੰਡ ਕੱਢਦੀ ਬਹੁਤੀ ਸੋਹਣੀ ਜਾਂ ਕੁੰਡ ਕੱਢਦੀ ਕਾਲੀ ਨੀ ਮੈਨੂੰ ਤਾਂ ਤੂੰ ਲੱਗੇ ਸ਼ਕੀਨਣ ਮੈਨੂੰ ਤਾਂ ਤੂੰ ਲੱਗੇ ਸ਼ਕੀਨਣ ਕੁੰਡ ਵਿੱਚ ਅੱਖ ਪਛਾਣੀ ਉੱਠ ਕੇ ਨੱਚ ਲੈਣੀ ਲੱਗ ਤੇਰੀ ਰਾਣੀ ਤੇ ਰਾਣੀ ਲੱਗ ਤੇਰੀ ਰਾਣੀ ਤੇ ਰਾਣੀ ਲੱਗ ਤੇਰੀ ਰਾਣੀ ਤੇ ਰਾਣੀ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਤੇਰਾ ਦੇ ਨਿਆਰੇ ਨਹੀਂ 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 ਹਾਂ ਕਰਕੇ ਮਮਿਆ ਸਾਰੇ ਨਾ ਮਮਿਆ ਸਾਰੇ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਰਸ ਦੇਵੇ ਤੂੰ ਬਾਬਾ ਜੀ ਰਾਜਾ ਮਾਂ ਵਿੱਚ ਵੇੜੇ 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 ਕੱਟੀਆਂ ਹੋ ਕੇ ਆਈਆਂ ਕੁੜੀਆਂ ਕੱਟੀਆਂ ਹੋ ਕੇ ਆਈਆਂ ਕੁੜੀਆਂ ਪੈਰੀ ਝਾਂਜਰਾਂ ਮਾਰੀਆਂ ਨੀ ਸੂਬੇਦਾਰ
ਸਾਰੇ ਟੈਕਨੋਕ੍ਰੇਟ ਸਾਥੀਆਂ ਨੂੰ ਬੇਨਤੀ ਹੈ ਵੀ ਇੱਧਰ ਡਾਂਸ ਫਲੋਰ ਤੇ ਆ ਜਾਣ, ਲੇਡੀ ਦੀ ਰੋਟੀ ਖਾ ਲੈਣ। ਜਿਹੜੇ ਹੋਣਾ ਚਾਹੁੰਦੇ ਆ, ਜਿਨ੍ਹਾਂ ਨੇ ਰੋਟੀ ਨਹੀਂ ਸ਼ੁਰੂ ਕੀਤੀ